चर्चा हुई है 5 हल्के की लोक इंसाफ पार्टी ने अपना नुमाइंदा भेजा। वार-वार यह एलीगेशन लगता भी बैंस साहब ते आशू जी की अपनी गंढ तो पै गई है, गंढ तो बाज मैनूं कितना किते नज़र आई है। अज लोक इंसाफ पार्टी का नुमाइंदा नहीं इत्थे आया है, की कारण समझ रहे हो कि सच्ची गंढ तो आपां हालांकि कारण दस रहे हैं, उन्होंने मीडिया इंचार्ज नहीं मैं बाहर बंदा नहीं भेज सकता, जो 5 हल्के में बंदा भेजा जाता की कारण है। मंत्री भारत भूषण आशू अगे मूँह खोलन तो आम आदमी जी लोक इंसाफ पार्टी कंधी कतराउंदी आ। ਤੁਸੀਂ ਕਿਵੇਂ ਦੇਖਦੇ ਹੋ? ਭੱਲਾ ਸਾਹਿਬ ਕਹਿੰਦੇ ਅਸੀਂ ਬਹੁਤ ਵਿਕਾਸ ਕਰਾਇਆ ਵਾ, ਪ੍ਰਮਾਣ ਦੀ ਸਾਨੂੰ ਲੋੜ ਨਹੀਂ ਹੈਗੀ। ਧਾਲੀਵਾਲ ਕਮੀਆਂ ਗਿਣਾ ਰਹੇ ਨੇ, ਇੱਥੇ ਇਹ ਹੋਣ ਵਾਲਾ ਉੱਥੇ ਹੋਣ ਵਾਲਾ, ਹਾਲਾਂਕਿ 10 ਸਾਲ ਸਰਕਾਰ ਇਹਨਾਂ ਦੀ ਵੀ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ? 4 ਸਾਲ ਇਹ ਲੰਘੇ ਭੱਲਾ ਜੀ, 5 ਸਾਲ ਪਿਛਲੇ ਸੀਗੇ ਅਕਾਲੀ ਬੀਜੇਪੀ ਸਰਕਾਰ ਸੀ, ਕਿਹੜੇ ਕਿਹੜੇ ਤੁਸੀਂ ਵਿਕਾਸ ਕਾਰਜ ਹਲਕੇ ਨੂੰ ਕਰਾਏ ਨੇ ਜੀ? ਧਾਲੀਵਾਲ ਸਾਹਿਬ ਭੱਲਾ ਜੀ ਕਹਿੰਦੇ ਨੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਵੀ ਸਭ ਕੁਝ ਦਿਖ ਰਿਹਾ ਇੱਥੇ ਖੜੇ ਆ, ਇਹਦੀ ਗੱਲ ਕਰਦੇ ਨੇ। ਸੋ ਹੋਰ ਵਿਕਾਸ ਕਾਰਜ ਗਿਣਾ ਰਹੇ ਨੇ ਆਪਣੇ। ਮੋਂਗਾ ਜੀ ਤੁਸੀਂ ਕਿਵੇਂ ਦੇਖਦੇ ਹੋ? ਵਿਕਾਸ ਕਾਰਜ ਦੀ ਗੱਲ ਕਰਦੇ ਨੇ, ਅਕਾਲੀ ਦਲ ਆਪਣੀ ਗੱਲ ਕਰਦੇ, ਤੁਹਾਡੇ ਸਾਂਝ ਸੀਗੀ 10 ਸਾਲ ਸਰਕਾਰ ਰਹੀ ਹੈ ਤੁਹਾਡੀ, ਸੋ ਕਿਵੇਂ ਦੇਖਦੇ ਹੋ ਤੁਸੀਂ ਵਿਕਾਸ ਨੂੰ? ਵੱਡੇ ਸਵਾਲ ਨੇ। ਧਾਲੀਵਾਲ ਸਾਹਿਬ ਨੇ ਵੀ ਇਹੀ ਗੱਲ ਕੀਤੀ ਹੈ, ਇੱਧਰੋਂ ਆਮ ਆਦਮੀ ਪਾਰਟੀ ਵੀ ਇਹੀ ਗੱਲ ਕਰਦੀ ਹੈ, ਮੋਂਗਾ ਜੀ ਵੀ ਗੱਲ ਕਰਦੇ। ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਚੱਲਦੇ ਨੇ, ਪੰਜਾਬ ਸਰਕਾਰ ਜਾਂ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਰਾਂ ਨੇ ਕੋਲੋਂ ਕੋਈ ਪੈਸਾ ਨਹੀਂ ਲਾਇਆ ਹੈਗਾ। ਸਟੇਡੀਅਮ ਬਣਾਇਆ ਸੀ, ਕਨੈਕਸ਼ਨ ਨਹੀਂ ਹਾਲੇ ਤੱਕ ਆਇਆ, ਕਿਸੇ ਨੂੰ ਲੀਜ਼ ਤੇ ਹਾਲੇ ਤੱਕ ਦਿੱਤਾ ਨਹੀਂ ਗਿਆ, ਕੀ ਕਾਰਨ ਹੈ? ਮਾਫੀਆ ਰਾਜ ਦੇ ਵਿੱਚ ਕਾਂਗਰਸ ਸਰਕਾਰ ਵਾਲੀ ਮਾਫੀਆ ਹਾਵੀ ਹੁੰਦਾ ਵਾ, ਕਿਹੜੀ ਵੀ ਸਰਕਾਰ ਮਾਫੀਆ ਹਾਵੀ ਹੁੰਦਾ ਵਾ। ਇੱਕ ਮਿੰਟ ਸਵਾਲ ਪੂਰਾ ਹੁੰਦੋ, ਜਦੋਂ ਅਕਾਲੀ ਭਾਜਪਾ ਸਰਕਾਰ ਸੀ ਤੁਹਾਡੇ ਇੱਕ ਵੱਡੇ ਮੰਤਰੀ ਦੇ ਸਪੁੱਤਰ ਉੱਤੇ ਦੋਸ਼ ਲਾ ਰਹੇ ਸੀ, ਸਾਰਾ ਸੈਕਟਰ ਉਹਨਾਂ ਨੇ ਅੰਡਰ ਕੀਤਾ ਹੋਇਆ ਵਾ। ਜਵਾਬ ਆ ਚਲੋ ਪਹਿਲਾਂ ਮੈਨੂੰ ਇਹ ਦੱਸੋ ਹਲਕਾ ਇੰਚਾਰਜ ਕੀ ਹੁੰਦਾ ਵਾ? ਡੇਰੀ ਕੰਪਲੈਕਸ ਤੇ ਇਹਨਾਂ ਕੋਲ ਸ਼ਿਫਟ ਨਹੀਂ ਹੋਇਆ, ਸਾਰਾ ਗੋਬਰ ਚੱਕ ਕੇ ਉਹਦੇ ਬੁੱਢੇ ਨਾਲ 10 ਸਾਲ ਤੁਸੀਂ ਸ਼ਿਫਟ ਕੀਤਾ, ਤੁਸੀਂ ਸ਼ਿਫਟ ਕੀਤਾ, ਤੁਸੀਂ 10 ਸਾਲ ਕੁੱਤੇ ਦਾ ਹੱਲ ਕਿਉਂ ਨਹੀਂ ਕੀਤਾ? ਉਹਨੂੰ ਜਵਾਬ ਦਊਂਗਾ। ਹਲਕਾ ਇੰਚਾਰਜ ਕਲਚਰ ਤੁਹਾਡੀ ਸਰਕਾਰ ਵੇਲੇ ਸ਼ੁਰੂ ਹੋਇਆ ਸੀਗਾ। ਹਲਕਾ ਇੰਚਾਰਜ ਕੀ ਹੁੰਦਾ, ਕਿ ਸੰਵਿਧਾਨ ਦੇ ਵਿੱਚ ਉਹਦੀ ਕਿਤੇ ਜਗ੍ਹਾ ਹੈਗੀ ਆ? 5 ਡਿਬੇਟਾਂ ਕੀਤੀਆਂ, 5 ਹਲਕੇ ਵਿੱਚੋਂ ਅਕਾਲੀ ਦਲ ਤੇ ਬੀਜੇਪੀ ਲੀਡਰ ਇਹ ਕਹਿੰਦੇ ਆ ਵੀ ਭਾਰਤ ਭੂਸ਼ਣ ਆਸ਼ੂ ਸਮਾਰਟ ਸਿਟੀ ਦਾ ਪੈਸਾ ਖਿੱਚ ਕੇ ਸਾਰਾ ਆਪਣੇ ਹਲਕੇ 'ਚ ਲੈ ਗਿਆ। ਇਸ ਗੱਲ ਤੋਂ ਖੁਸ਼ ਹੋ ਤੁਸੀਂ? ਹਾਂਜੀ ਨਾਨਕ ਸਿੰਘ ਜੀ ਆਪੋ ਆਪਣੀਆਂ ਗੱਲਾਂ ਕਰਦੇ ਨੇ। ਫਿਰ ਸਨੀ ਜੀ ਕਹਿੰਦੇ ਆ ਵੀ ਪ੍ਰੋਜੈਕਟ ਚੱਲ ਰਹੇ ਨੇ, 50% ਜਿਹੜਾ ਹਿੱਸਾ ਵਾ ਅਸੀਂ ਦੇਵਾਂਗੇ ਵੀ। ਬੀਜੇਪੀ ਸਰਕਾਰ ਤੇ ਵੀ ਨਿਸ਼ਾਨਾ ਕਰਦੇ ਨੇ ਵੀ ਜਿਹੜਾ ਸਾਡਾ GST ਦਾ ਪੈਸਾ ਉਹ ਨਹੀਂ ਆ ਰਿਹਾ, ਉਸ ਕਰਕੇ ਦਿੱਕਤ ਵੀ ਆ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ? ਸਨੀ ਜੀ ਆਪਣੇ ਕੰਮ ਗਿਣਾ ਦਿਓ ਜਿਹੜੇ ਤੁਸੀਂ 4 ਸਾਲਾਂ 'ਚ ਬਤੌਰ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਹਲਕੇ ਨੂੰ ਕੀਤੇ ਹੋਣ। 10 ਸਾਲ ਤੁਹਾਡੀ ਸਰਕਾਰ ਰਹੀ ਆ, ਮੈਂ ਸੁਰਤ ਸੰਭਾਲੀ ਆ, ਪਾਣੀ ਤੁਹਾਡੀ ਸਰਕਾਰ ਵੇਲੇ ਵੀ ਖੜਦਾ, ਇਹ ਨਹੀਂ ਵੀ ਉਹਨਾਂ ਨੇ ਆਲੇ ਆ ਕੇ ਬਲੌਕ ਕਰਤਾ। ਤੁਹਾਡੀ ਸਰਕਾਰ ਵੇਲੇ ਵੀ ਪਾਣੀ ਖੜਦਾ ਸੀ, ਤੁਸੀਂ ਵੀ ਸਮੱਸਿਆ ਹੱਲ ਨਹੀਂ ਕੀਤੀ। ਅਕਾਲੀ ਭਾਜਪਾ ਗੱਠਜੋੜ ਸੀ, ਮਹੇਸ਼ ਇੰਦਰ ਗਰੇਵਾਲ ਸਾਹਿਬ ਜਿਹੜੇ ਕੈਂਡੀਡੇਟ ਸੀਗੇ, ਵੋਟ 38,000 ਤੁਹਾਨੂੰ ਪਈ ਹੈ। ਮੋਦੀ ਲਹਿਰ ਵੀ ਸੀਗੀ, ਗੱਠਜੋੜ ਵੀ ਸੀਗਾ, ਹੁਣ ਗੱਠਜੋੜ ਵੀ ਨਹੀਂ ਹੈਗਾ। ਕੈਂਡੀਡੇਟ ਨੂੰ ਲੈ ਕੇ ਵੀ ਰੌਲਾ ਪੈ ਰਿਹਾ ਵਾ। ਇੱਕ ਤੁਹਾਡੇ ਸਿੱਧੂ ਸਾਹਿਬ ਵੀ ਇੱਥੇ ਆਏ ਹੋਏ ਨੇ, ਜੇਟਲੀ ਸਾਹਿਬ ਕਹਿੰਦੇ ਜੇ ਉਹਨੂੰ ਟਿਕਟ ਦਿੱਤੀ ਹੈ ਤਾਂ ਬਗਾਵਤ ਹੋਏਗੀ, ਤਾਂ ਕਿੱਦਾਂ ਮੈਨੇਜ ਕਰੋਗੇ ਸਾਰਾ? ਤੁਹਾਨੂੰ ਆਮ ਆਦਮੀ ਪਾਰਟੀ ਨੂੰ ਵੋਟ ਪੱਛਮੀ 'ਚ ਬਹੁਤ ਸੋਹਣੀ ਵੋਟ ਪਈ ਹੈ 38,599, ਠੀਕ ਹੈ ਜੀ। 2017 ਤੁਹਾਨੂੰ ਵੋਟ ਪਈ ਹੈ, ਮੈਂ ਤੁਹਾਨੂੰ ਦੱਸ ਦੇਵਾਂ 2017 ਤੁਹਾਨੂੰ ਵੋਟ ਪਈ ਹੈ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ 30,106 ਤੇ 19 ਤੁਹਾਨੂੰ ਵੋਟ ਪਈ ਆ ਆਮ ਆਦਮੀ ਪਾਰਟੀ ਨੂੰ 1685। ਇੱਕ ਵਾਰ ਜੋਗੀ ਵੋਟ ਵੀ ਨਹੀਂ ਰਹਿੰਦੀ। ਤੇ ਵਿਰੋਧੀ ਧਿਰ ਦੀ ਰੋਲ ਵੀ ਜਿਹੜਾ ਮੈਂ ਕਹਿ ਸਕਾਂ ਵੀ ਤੁਹਾਡੇ ਕੈਂਡੀਡੇਟ ਆਉਂਦੇ ਆ, ਹਾਰ ਜਿੱਤ ਬਣੀ ਹੋਈ ਆ, ਹਾਰਨ ਤੋਂ ਬਾਅਦ ਕੈਂਡੀਡੇਟ ਗਾਇਬ ਹੋ ਜਾਂਦੇ ਆ। ਕਿੱਦਾਂ ਵਿਰੋਧੀ ਧਿਰ ਦਾ ਜੀ ਅੱਜ ਸਮੱਸਿਆਵਾਂ ਗਿਣਾ ਰਹੇ ਨੇ, ਬਾਕੀ ਦੋਸਤ ਗਿਣਾ ਰਹੇ ਨੇ, ਜਿਹਨਾਂ ਨੇ ਕੁਛ ਨਹੀਂ ਕੀਤਾ ਤੁਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੋ। ਕਿੱਦਾਂ 1685 ਵੋਟਾਂ ਨੂੰ ਇਹਨਾਂ ਦਾ ਮੁਕਾਬਲਾ ਕਰੋਗੇ? ਵੋਟਾਂ ਉਹੀ ਨੇ ਤੁਹਾਡੀਆਂ, ਅਕਾਲੀ ਬੀਜੇਪੀ ਵਾਲਾ, ਭਾਜਪਾ ਵਾਲਾ ਘਾਟਾ ਕਿੱਥੋਂ ਪੂਰਾ ਕਰੋਗੇ? ਮਹੇਸ਼ ਇੰਦਰ ਗਰੇਵਾਲ ਸਾਹਿਬ ਦੀ ਗੱਲ ਹੁੰਦੀ ਆ ਵੀ ਉਹਨੂੰ ਇਲੈਕਸ਼ਨ ਲੜਾਈ ਜਾਏਗੀ, ਪਰ ਉੱਥੇ ਆ ਕੇ ਵੀ ਕਿਤੇ ਕਿਤੇ ਕਿੰਤੂ ਪਰੰਤੂ ਸ਼ੁਰੂ ਹੋ ਜਾਂਦੀ ਹੈ। ਕਿਵੇਂ ਘਾਟਾ ਪੂਰਾ ਕਰੋਗੇ ਬੀਜੇਪੀ ਦਾ? LED ਲਾਈਟਾਂ ਦੀ ਗੱਲ ਹੋ ਗਈ, ਭਾਵੇਂ ਇਹਨਾਂ ਨੇ ਸਵਾਲ ਕੀਤੇ, ਇਹਨਾਂ ਨੇ ਸਵਾਲ ਕੀਤੇ, ਮੋਂਗਾ ਨੇ ਸਵਾਲ ਕੀਤੇ। ਸਵਾਲ ਜਾਇਜ਼ ਨੇ, ਜਨਤਾ ਨਾਲ ਜੁੜੇ ਹੁੰਦੇ ਨੇ। ਵਿਰੋਧੀ ਧਿਰ ਦਾ ਰੋਲ ਹੀ ਇਹ ਹੁੰਦਾ ਵੀ ਲੋਕਾਂ ਦੀ ਆਵਾਜ਼ ਲੈ ਕੇ ਜਾਣਾ ਕਿ ਇਹ ਸਮੱਸਿਆ ਨਾਲ ਸਾਲ ਦੇ ਵਿੱਚ ਹੱਲ ਹੋਏਗਾ ਕਿ ਨਹੀਂ ਹੋਏਗਾ। 17 ਤੁਹਾਨੂੰ ਵੋਟਾਂ ਪਈਆਂ ਸਨੀ ਜੀ ਕਾਂਗਰਸ ਪਾਰਟੀ ਨੂੰ 66,627 ਤੇ ਤੁਹਾਨੂੰ 19 'ਚ ਵੋਟਾਂ ਪਈਆਂ 46,531। 20,000 ਵੋਟਾਂ ਦਾ ਫਰਕ ਪੈ ਗਿਆ 2-2.5 ਸਾਲਾਂ ਦੇ ਵਿੱਚ। ਇਹ ਫਰਕ ਵੀ ਪਿਆ ਵਾ, ਚੁਣੌਤੀਆਂ ਵੀ ਬਹੁਤ ਨੇ, ਸਮੱਸਿਆਵਾਂ ਵੀ ਗਿਣਾ ਰਹੇ ਨੇ, ਕਿਸਾਨੀ ਅੰਦੋਲਨ ਵੀ ਚੱਲਦਾ, ਬਹੁਤ ਕੁਝ ਅਜਿਹਾ ਹੈਗਾ ਵਾ। ਕਿੱਦਾਂ ਇਹ ਜਿਹੜਾ ਵੋਟ ਬੈਂਕ ਤੁਹਾਡਾ ਘਟਿਆ ਵਾ 20 ਨੂੰ ਪੂਰਾ ਕਰ ਲਓਗੇ ਅਗਲੇ ਆਉਂਦੇ ਸਾਲ ਦੇ ਵਿੱਚ? ਪ੍ਰਾਈਮ ਮੁੱਦੇ ਦੇਖਦੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਵੈਸਟ ਹਲਕੇ ਦੇ ਵਿੱਚ, ਪੱਛਮੀ ਹਲਕੇ ਲੁਧਿਆਣੇ ਵਿੱਚ ਪਹੁੰਚੇ ਹਾਂ, ਜਿੱਥੋਂ ਭਾਰਤ ਭੂਸ਼ਣ ਆਸ਼ੂ MLA ਨੇ ਅਤੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ। ਸੋ ਚਰਚਾ ਕਰਾਂਗੇ ਹਲਕੇ ਦੇ ਵਿੱਚ ਕੀ ਇਹਨਾਂ 4 ਸਾਲਾਂ ਦੇ ਵਿੱਚ ਵਿਕਾਸ ਕੀਤਾ ਤੇ ਪਿਛਲੇ 5 ਸਾਲਾਂ ਵਿੱਚ ਕੀ ਵਿਕਾਸ ਹੋਇਆ, ਜਾਂ ਉਦੋਂ ਪਿਛਲੇ 5 ਸਾਲਾਂ ਵਿੱਚ ਕੀ ਵਿਕਾਸ ਕੀਤਾ। ਸੋ ਚਰਚਾ ਵਿੱਚ ਸਾਡੇ ਨਾਲ ਜੁੜੇ ਨੇ ਕਾਂਗਰਸ ਪਾਰਟੀ ਤੋਂ ਸਨੀ ਭੱਲਾ ਜੀ ਨੇ, ਕੌਂਸਲਰ ਨੇ, ਤਨਵੀਰ ਸਿੰਘ ਧਾਲੀਵਾਲ ਹੋਰੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਨਾਨਕ ਸਿੰਘ ਜੀ ਨੇ ਆਮ ਆਦਮੀ ਪਾਰਟੀ ਤੋਂ, ਤੇ BJP ਤੋਂ ਵਿਨੀਤਪਾਲ ਸਿੰਘ ਮੋਂਗਾ ਜੀ ਨੇ ਨਾਲ ਗੱਲਬਾਤ ਕਰਾਂਗੇ ਵੀ ਕੀ ਕਹਿੰਦੇ ਨੇ। ਭੱਲਾ ਜੀ ਬਹੁਤ ਬਹੁਤ ਸਵਾਗਤ ਹੈ।
5 ਸਾਲ 4 ਸਾਲ ਇਹ ਲੰਘੇ ਭੱਲਾ ਜੀ, 5 ਸਾਲ ਪਿਛਲੇ ਸੀਗੇ ਅਕਾਲੀ ਬੀਜੇਪੀ ਸਰਕਾਰ ਸੀ, ਕਿਹੜੇ ਕਿਹੜੇ ਤੁਸੀਂ ਵਿਕਾਸ ਕਾਰਜ ਹਲਕੇ ਨੂੰ ਕਰਾਏ ਨੇ ਜੀ? ਇੱਕ ਨਾ ਆਪਣੀ ਹਿੰਦੀ 'ਚ ਕਹਾਵਤ ਹੈ ਜੀ ਕਿ ਪ੍ਰਤੱਖ ਕੋ ਪ੍ਰਮਾਣ ਕਿਆ। ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇੱਥੇ ਬੁਲਾਇਆ, ਉਹਦਾ ਧੰਨਵਾਦ। ਜੀ ਜਿੱਥੇ ਤੁਸੀਂ ਖੜੇ ਹੋ ਅੱਜ, ਤੁਸੀਂ ਇਹ ਜਗ੍ਹਾ ਦਾ ਹਾਲ ਪਹਿਲਾਂ ਦੇਖਿਆ, ਤੁਹਾਨੂੰ ਤਾਂ ਪਤਾ ਹੀ ਹੋਣਾ ਹੈ। ਇਹ ਤਨਵੀਰ ਜੀ ਕਾਉਂਸਲਰ ਸੀਗੇ, ਬਾਕੀ ਵੀ ਇੱਥੇ ਆਂਦੇ ਹੋਣੇ ਕਿ ਕਿੱਦਾਂ ਇੱਥੇ ਜੰਗਲ ਬਣਿਆ ਹੋਇਆ ਸੀ ਤੇ ਹੁਣ ਇਹ ਕਿੱਡੀ ਵੱਡੀ ਸੈਰਗਾਹ ਬਣ ਗਈ ਹੈ, ਕਿੱਦਾਂ ਇੱਥੇ ਫੈਮਲੀਜ਼ ਆਉਂਦੀਆਂ। ਆ ਡੀ ਜ਼ੋਨ ਦੀ ਬੈਕ ਸਾਈਡ ਤੇ ਇੱਧਰ ਵੀ ਤੇ ਦੂਜੇ ਪਾਸੇ ਵੀ, ਜਿਹਨੂੰ ਵਾਟਰ ਫਰੰਟ ਕਿਹਾ ਜਾਂਦਾ ਹੈ, ਕਿ ਕਿੱਦਾਂ ਉੱਥੇ ਟਾਈਲਸ ਲੱਗ ਗਈਆਂ, ਸਾਈਕਲਿੰਗ ਟਰੈਕ ਬਣ ਗਿਆ, ਲਾਈਟਸ ਲੱਗ ਗਈਆਂ, ਔਰ ਕਿੱਦਾਂ ਦਿਨ ਰਾਤ ਇੱਥੇ ਕੰਮ ਚੱਲ ਰਹੇ। ਬਾਕੀ ਡਿਵੈਲਪਮੈਂਟ ਦੇ ਕੰਮ ਸਾਰੀ ਵੈਸਟ 'ਚ ਕੰਮ ਨਹੀਂ, ਸਮਝੋ ਹਨੇਰੀ ਚੱਲ ਰਹੀ ਹੈ ਵੈਸਟ ਡਿਵੈਲਪਮੈਂਟ ਦੇ। ਇਹਨਾਂ ਦੇ ਆਪਣੇ ਬੀਜੇਪੀ ਦੇ ਆਪਣੇ ਲੀਡਰ, ਤੁਸੀਂ ਪੜ੍ਹਿਆ ਹੋਣਾ ਪਿੱਛੇ ਦੇਵੀ ਜੀ ਨੇ ਕਿਹਾ ਕਿ ਜੋ ਹੋ ਰਿਹਾ ਜੀ ਵੈਸਟ 'ਚ ਹੋ ਰਿਹਾ, ਉਹ ਤਾਂ ਆਪ ਮੰਨ ਰਹੇ ਹੈ। ਇਸ ਲਈ ਸਾਨੂੰ ਕਹਿਣ ਦੀ ਇੰਨੀ ਕੋਈ ਲੋੜ ਨਹੀਂ ਹੈ। ਵੈਸਟ ਦੇ ਕੰਮਾਂ ਦੀ ਜਿਹੜੀ ਤੁਹਾਨੂੰ ਡਿਟੇਲ ਚਾਹੀਦੀ ਉਹ ਮੈਂ ਤੁਹਾਨੂੰ ਦੇ ਦਿੰਦਾ, ਦੱਸ ਵੀ ਸਕਦਾ ਕੀ ਕੀ ਕੰਮ ਚਾਹੀਦਾ। ਬਾਕੀ ਤਦ ਤੱਕ ਤੁਸੀਂ ਇਹਨਾਂ ਦੇ ਵਿਊਜ਼ ਲਓ ਜੋ ਇਹ ਕਹਿੰਦੇ ਆ, ਫਿਰ ਆਪਾਂ ਡਿਟੇਲ 'ਚ ਗੱਲ ਕਰਦੇ ਹਾਂ। ਧਾਲੀਵਾਲ ਸਾਹਿਬ, ਭੱਲਾ ਜੀ ਕਹਿੰਦੇ ਨੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਵੀ ਸਭ ਕੁਝ ਦਿਖ ਰਿਹਾ, ਇੱਥੇ ਖੜੇ ਆ, ਇਹਦੀ ਗੱਲ ਕਰਦੇ ਨੇ। ਸੋ ਹੋਰ ਵਿਕਾਸ ਕਾਰਜ ਗਿਣਾ ਰਹੇ ਨੇ ਆਪਣੇ। ਦੇਖੋ, ਅਸੀਂ ਦੋਨੇ ਭਰਾ ਹਾਊਸ ਇਕੱਠੇ ਵੀ ਰਹੇ ਹਾਂ ਪਿਛਲੀ ਟਰਮ ਦੇ ਵਿੱਚ। ਗੱਲ ਹੈ ਵੀ ਜ਼ਰੂਰ ਮੈਂ ਇਹ ਗੱਲ ਤੋਂ ਜਿਹੜੀ ਚੀਜ਼ ਸਾਹਮਣੇ ਹੁੰਦੀ ਹੈ ਬੰਦਾ ਮੁੱਕਰਦਾ ਨਹੀਂ ਹੁੰਦਾ। ਜ਼ਰੂਰ ਇਹ ਜਿਹੜੀ ਗ੍ਰੀਨ ਬੈਲਟ ਬਣੀ ਹੈ ਜ਼ਰੂਰ ਬਣੀ ਹੈ, ਪਰ ਇਹ ਸਮਾਰਟ ਸਿਟੀ ਦਾ ਪ੍ਰੋਜੈਕਟ ਆ। ਇਹ ਨਾ ਤਾਂ ਸਟੇਟ ਗਵਰਨਮੈਂਟ ਦਾ ਪ੍ਰੋਜੈਕਟ ਆ, ਨਾ ਨਗਰ ਨਿਗਮ ਦਾ ਪ੍ਰੋਜੈਕਟ ਆ। ਇਹ ਸਾਡੀ ਗਵਰਨਮੈਂਟ ਵੇਲੇ ਇਹ ਹਾਊਸ 'ਚੋਂ ਪਾਸ ਹੋਇਆ ਸੀ। ਉਸ ਵਕਤ ਵਿਰੋਧੀ ਧਿਰ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਸੀ ਤਾਂ ਉਹ ਇਹ ਗੱਲ ਕਹਿ ਦਿੰਦੇ ਸੀ ਕਿ ਜੀ ਇਹ ਮੰਗੇਰੀ ਲਾਲ ਦੇ ਹਸੀਨ ਸੁਪਨੇ ਨੇ, ਇਹ ਪੂਰੇ ਨਹੀਂ ਹੋਣੇ। ਐਵੇਂ ਤੁਸੀਂ ਸੋਚੀ ਜਾਂਦੇ ਹੋ। ਚਾਹੇ LED ਲਾਈਟਾਂ ਲੱਗੀਆਂ ਨੇ, ਉਹ ਵੀ ਪੈਨ ਪ੍ਰੋਜੈਕਟ ਸੀ ਸਮਾਰਟ ਸਿਟੀ ਦਾ। ਸਰਾਭਾ ਨਗਰ ਮਾਰਕੀਟ ਬਣੀ ਹੈ, ਭੱਲਾ ਸਾਹਿਬ ਖੜੇ ਨੇ, ਤੇ ਜੇ ਮੈਂ ਝੂਠ ਬੋਲਦਾ ਹੋਵਾਂ ਮੈਨੂੰ ਗੱਲ ਨੂੰ ਮੇਰੇ ਨੂੰ ਕੱਟ ਦੇਣ। ਇਹ ਸਮਾਰਟ ਸਿਟੀ ਦਾ ਪ੍ਰੋਜੈਕਟ ਆ। ਹਾਂ, ਜਿਹੜੇ ਕੋਈ ਕੰਮ ਹੋਇਆ ਕਿਤੇ, ਮੈਂ ਕਹੂੰਗਾ ਸਤਪਾਲ ਮਿੱਤਲ ਜਿਹੜੀ ਹੈਗੀ ਆ ਰੋਡ, ਉਹਦੇ ਉੱਤੇ ਇੱਕ ਗ੍ਰੀਨ ਬੈਲਟ ਬਣੀ ਹੈ ਜ਼ਰੂਰ। ਮੇਰੇ ਖਿਆਲ ਨਾਲ ਪਾਰਕ ਬਣਿਆ, ਪਰ ਇੱਕ ਅੱਧਾ ਪਾਰਕ ਬਣਾਉਣ ਨਾਲ ਜਾਂ ਛੋਟੇ ਮੋਟੇ ਕੰਮ ਕਰਾਉਣ ਦੇ ਨਾਲ ਉਹਨੂੰ ਆਪਾਂ ਡਿਵੈਲਪਮੈਂਟ ਨਹੀਂ ਕਹਿ ਸਕਦੇ। ਕੰਮ ਬਹੁਤ ਹੋਣ ਵਾਲੇ ਨੇ। ਮੈਂ ਕੋਈ ਕ੍ਰਿਟੀਸਾਈਜ਼ ਨਹੀਂ ਕਰਦਾ, ਕੋਈ ਮੈਂ ਆਲੋਚਨਾ ਨਹੀਂ ਕਰਦਾ, ਕੋਈ ਮੈਂ ਨਿੰਦਿਆ ਨਹੀਂ ਕਰਦਾ ਕਿਸੇ ਚੀਜ਼ ਦੀ, ਕਿਉਂਕਿ ਮੈਂ ਹਮੇਸ਼ਾ ਪੋਜ਼ਿਟਿਵ ਸੋਚ ਰੱਖ ਕੇ ਜ਼ਿੰਦਗੀ ਦੇ ਵਿੱਚ ਸਫ਼ਰ ਕੀਤਾ, ਚਾਹੇ ਸਿਆਸੀ ਸਫ਼ਰ ਹੋਵੇ ਚਾਹੇ ਨਿੱਜੀ ਹੋਵੇ। ਬੜੇ ਕੰਮ ਹੋਣ ਵਾਲੇ ਨੇ। ਅੱਜ ਸਦਮਾ ਨਹਿਰ ਤੁਹਾਡੇ ਸਾਹਮਣੇ ਆ, ਬਹੁਤ ਪਾਣੀ ਅੱਜ ਕੁਦਰਤੀ ਉਤਰਿਆ ਵਾ, ਕਿੱਡਾ ਇਹਦੇ ਵਿੱਚ ਗੰਦ ਹੈ। ਮੈਂ ਨਹੀਂ ਕਹਿੰਦਾ ਕਿ ਇਹਨੂੰ ਢੱਕ ਦਿਓ ਜਾਂ ਕੁਛ ਕਰ ਦਿਓ, ਕਮ ਸੇ ਕਮ ਇਹਦੀ 5-6 ਸਾਲ ਹੋ ਗਏ ਆ। ਅਸੀਂ ਉਦੋਂ 25 ਲੱਖ ਰੁਪਏ ਲਾ ਕੇ ਦੀ ਸਫਾਈ ਕਰਾਈ ਸੀ, ਇਹਦੀ ਸਫਾਈ ਹੋਣ ਵਾਲੀ ਹੈ। ਸਟੇਡੀਅਮ ਅਸੀਂ ਬਣਾਇਆ 84 ਕਰੋੜ ਰੁਪਏ ਲਾ ਕੇ, ਉਹਦਾ ਕਨੈਕਸ਼ਨ ਹੀ ਨਹੀਂ ਲਿਆ ਗਿਆ ਹਾਲੇ ਤੱਕ ਬਿਜਲੀ ਦਾ। ਪੱਖਾ ਰੋਡ ਤੇ ਆ ਪੁਲ ਬਣ ਰਿਹਾ, ਇਹ ਵੀ ਸਮਾਰਟ ਸਿਟੀ ਦਾ ਪ੍ਰੋਜੈਕਟ ਆ। ਉਹ ਸੈਂਟਰ ਗਵਰਨਮੈਂਟ ਦੀ ਜਿਹੜੀ ਗ੍ਰਾਂਟ ਆ 200 ਕਰੋੜ ਦੀ, ਉਹ ਆ ਗਈ ਸੀ। ਉਸ ਤੋਂ ਬਾਅਦ ਮੈਚਿੰਗ ਗ੍ਰਾਂਟ ਆ ਜਿਹੜੀ ਸਟੇਟ ਗਵਰਨਮੈਂਟ ਨੇ ਤੇ ਨਗਰ ਨਿਗਮ ਨੇ ਨਹੀਂ ਦਿੱਤੀ ਹਾਲੇ। ਦੇ ਦੇਣਗੇ ਤਾਂ ਅਗਲੀਆਂ ਕਿਸ਼ਤਾਂ ਆ ਜਾਣਗੀਆਂ ਤੇ ਅੱਗੇ ਕੰਮ ਚੱਲ ਪਊਗਾ। ਨਹੀਂ, ਮੈਨੂੰ ਲੱਗਦਾ ਨਹੀਂ ਕਿ ਕੰਮ ਨੇਪਰੇ ਚੜਨਗੇ। ਇੱਥੇ ਯੂ ਟਰਨ ਬਣਨ ਵਾਲਾ ਇੱਕ ਪੱਖਾ ਰੋਡ ਤੇ, ਉਹ ਨਹੀਂ ਹੋਇਆ। ਜੋ ਕੰਪੈਕਟਰ ਲੱਗਣੇ ਸੀ, 16 ਕੰਪੈਕਟਰ ਲੱਗਣੇ ਸੀ, ਸਿਰਫ ਹਲੇ ਇੱਕ ਲੱਗਿਆ। ਪਿੱਛੇ ਜੇ ਉਦਘਾਟਨ ਕੀਤਾ ਮੇਅਰ ਸਾਹਿਬ ਨੇ, ਇੱਕ ਕੰਪੈਕਟਰ ਲੱਗਿਆ। ਉਹ ਕੰਪੈਕਟਰ ਜਿਹੜੇ ਆ ਥਾਂ ਥਾਂ ਤੇ ਆ, ਸਨੇਤ ਵਾਲੇ ਫਾਟਕਾਂ ਕੋਲੇ ਦੇਖ ਲਓ, ਸ਼ਿਮਲਾਪੁਰੀ ਦੇਖ ਲਓ, ਹੋਰ ਵੀ ਦੇਖ ਲਓ, ਓਰੀਐਂਟ ਸਿਨੇਮੇ ਦੀ ਬਿਲਕੁਲ ਬੈਕ ਤੇ ਦੇਖ ਲਓ। ਬਹੁਤ ਥਾਂ ਇਹੋ ਜਿਹੀਆਂ ਨੇ ਜਿੱਥੇ ਕਿ ਕੂੜੇ ਦੇ ਅੱਜ ਵੀ ਅੰਬਾਰ ਲੱਗੇ ਹੋਏ ਨੇ। ਕੰਮ ਹੋਣ ਵਾਲੇ ਬਹੁਤ ਨੇ, ਥੋੜੇ ਨਹੀਂ ਹੈ। ਦੇਖੋ, ਇਹ ਜੇ ਕੰਮ ਆਪਾਂ ਕਰਵਾਵਾਂਗੇ ਤਾਂ ਹੀ ਲੋਕਾਂ ਨੇ ਜਿਹੜਾ ਆਉਣ ਵਾਲੇ ਸਮੇਂ 'ਚ ਫਤਵਾ ਦੇਣਾ ਤੇ ਲੋਕਾਂ ਨੇ ਸ਼ਲਾਘਾ ਕਰਨੀ ਹੈ, ਕਿਉਂਕਿ ਜਦੋਂ ਬੰਦੇ ਨੂੰ ਟਰਮ ਮਿਲਦੀ ਆ, ਕੰਮ ਕਰਨ ਦਾ ਮੌਕਾ ਮਿਲਦਾ, ਤਾਂ ਉਹਨੂੰ ਕੰਮ ਕਰਨਾ ਚਾਹੀਦਾ। ਆਮ ਆਦਮੀ ਪਾਰਟੀ ਨਾਨਕ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ। ਤੁਸੀਂ ਕਿਵੇਂ ਦੇਖਦੇ ਹੋ? ਭੱਲਾ ਸਾਹਿਬ ਕਹਿੰਦੇ ਅਸੀਂ ਬਹੁਤ ਵਿਕਾਸ ਕਰਾਇਆ ਵਾ, ਪ੍ਰਮਾਣ ਦੀ ਸਾਨੂੰ ਲੋੜ ਨਹੀਂ ਹੈਗੀ। ਧਾਲੀਵਾਲ ਕਮੀਆਂ ਗਿਣਾ ਰਹੇ ਨੇ, ਇੱਥੇ ਇਹ ਹੋਣ ਵਾਲਾ, ਉੱਥੇ ਹੋਣ ਵਾਲਾ। ਹਾਲਾਂਕਿ 10 ਸਾਲ ਸਰਕਾਰ ਇਹਨਾਂ ਦੀ ਵੀ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ? देखो, पिछले लंबे समय तो 10 साल सरकार अकाली दल बीजेपी ਦੀ ਰਹੀ, ਹੁਣ ਕਾਂਗਰਸ ਦੀ ਹੈ। ਉਸ ਤੋਂ ਪਹਿਲਾਂ ਵੀ ਕਾਂਗਰਸ ਦੀ ਸੀ। ਵਿਕਾਸ ਦੇ ਨਾਮ ਦੇ ਉੱਤੇ ਸਿਰਫ ਗੱਲਾਂ, ਜੋ ਵੀ ਦੇਖ ਲਓ ਤੁਸੀਂ, ਦੇਖ ਲਓ ਅੱਜ ਬੁੱਢੇ ਦਰਿਆ ਦਾ ਹਾਲ ਕੀ ਹੈ। ਹਰ ਵਾਰੀ ਆਉਂਦੇ ਨੇ ਇੱਕੋ ਹੀ ਗੱਲ ਕਰੀ ਜਾਂਦੇ ਨੇ। 1.25 ਕਰੋੜ ਰੁਪਈਆ ਲਗਭਗ ਹਰ ਸਾਲ ਸਿਰਫ ਸਫਾਈ ਦੇ ਉੱਤੇ ਖਰਚ ਹੁੰਦਾ ਹੈ। ਉਸ ਨੂੰ ਕਿਸੇ ਕੋਈ ਇਹੋ ਜਿਹਾ ਕੰਮ ਨਹੀਂ, ਉਹ ਸਫਾਈ ਹੁੰਦੀ ਹੀ ਨਹੀਂ। ਖਾਲੀ ਉਹ ਕਾਗਜ਼ਾਂ ਦੇ ਵਿੱਚ ਪੈਸਾ ਕਿੱਥੇ ਜਾਂਦਾ ਇਸ ਦਾ ਕੋਈ ਹਿਸਾਬ ਨਹੀਂ ਹੈ। ਸਕੂਲਾਂ ਦੀ ਹਾਲਤ ਖਸਤਾ ਹੈ। ਉੱਥੇ ਬੁੱਢੇ ਦਰਿਆ ਦੇ ਉੱਤੇ ਪੁਲੀ ਬਣੀ ਹੈ, ਉਹ ਜਿਹੜੀ ਪੁਲੀ ਹੈ ਉਹ ਅੱਜ ਤੱਕ 20 ਸਾਲ ਹੋ ਗਏ, ਉਹਦੇ ਅੱਗੇ ਸੜਕ ਨਹੀਂ ਬਣ ਪਾਈ। ਉਹ ਪੁਲੀ ਉਸ ਵੇਲੇ ਖੰਡਰ ਹੋਈ ਜਾਂਦੀ ਹੈ। ਸੜਕਾਂ ਦੇ ਹਾਲ ਬੁਰੇ ਨੇ। ਬਜਰੀ ਅੱਜ ਬਣਦੀ ਹੈ, ਕੱਲ ਉਹਦੇ ਥੱਲੋਂ ਬਜਰੀ ਨਿਕਲ ਆਉਂਦੀ ਹੈ। ਲੋਕਾਂ ਦੇ ਐਕਸੀਡੈਂਟ ਹੁੰਦੇ ਨੇ।
ਉੱਥੇ ਬੁਰੇ ਹਾਲ ਨੇ, ਕੋਈ ਕਹਿਣ ਵਾਲਾ ਨਹੀਂ, ਕੋਈ ਸੁਣਨ ਵਾਲਾ ਹੀ ਨਹੀਂ। ਕਿਹੜੇ ਏਰੀਆ ਦੀ ਗੱਲ ਕਰ ਰਹੇ ਹੋ? ਸੜਕਾਂ ਦੀ ਗੱਲ ਕਰ ਰਹੇ ਹੋ? ਮੈਂ ਹੈਬੋਵਾਲ ਦੇ ਤੁਸੀਂ ਜਿਹੜਾ ਮਰਜ਼ੀ ਏਰੀਆ ਦੇਖ ਲਓ, ਵੈਸਟ ਦੇ ਅੰਦਰ ਜਿਹੜਾ ਸਾਨੂੰ ਇੱਕ ਜਿਹੜਾ ਮੰਤਰੀ ਹੈ ਔਰ ਜਿਹੜਾ ਇੱਕ ਸਾਡੇ ਜਿਹੜੇ ਨੇ ਉਹ ਆਪਣਾ ਮੇਅਰ ਸਾਹਿਬ ਜਿਹੜੇ ਨੇ ਉਹ ਵੀ ਸਾਡੇ ਵੈਸਟ 'ਚ ਹੀ ਨੇ। ਦੋਨੋਂ ਸਾਡੇ ਵੈਸਟ 'ਚ ਹੁੰਦਿਆਂ ਵੈਸਟ ਦਾ ਵਿਕਾਸ ਸਭ ਤੋਂ ਥੱਲੇ ਹੈ। ਅਸੀਂ ਕਹੀਏ ਸ਼ਹਿਰ ਦਾ ਹੀ ਵਿਕਾਸ ਨਹੀਂ ਹੈ, ਪਹਿਲੀ ਗੱਲ ਤਾਂ ਸ਼ਹਿਰ ਦਾ ਹੀ ਵਿਕਾਸ ਨਹੀਂ ਹੈ। ਉਹ ਵੈਸਟ ਦੀ ਗੱਲ ਕਰੀਏ, ਤੁਸੀਂ ਦੇਖ ਲਓ ਹੈਬੋਵਾਲ ਦੇ ਅੰਦਰ ਮੇਅਰ ਸਾਹਿਬ ਦੇ ਏਰੀਏ ਦੀਆਂ ਹੀ ਸੜਕਾਂ ਤੁਸੀਂ ਦੇਖ ਲਓ ਕੀ ਹਾਲ ਹੈ। ਉੱਥੇ ਬਜਰੀ ਨਿਕਲੀ ਹੈ, ਰੋਜ਼ ਐਕਸੀਡੈਂਟ ਹੁੰਦੇ ਨੇ, ਰੋਜ਼ ਲੋਕਾਂ ਦੇ ਹੱਥ ਪੈਰ ਟੁੱਟਦੇ ਨੇ, ਲੇਕਿਨ ਕੋਈ ਖਿਆਲ ਨਹੀਂ। ਮੇਅਰ ਸਾਹਿਬ ਨੂੰ ਖੁਦ ਪਤਾ, ਸਭ ਨੂੰ ਪਤਾ, ਸਿਰਫ ਗੱਲਾਂ ਨਾਲ ਇਹਨਾਂ ਦੇ ਗੱਲਾਂ ਨੇ। ਮੋਂਗਾ ਜੀ, ਤੁਸੀਂ ਕਿਵੇਂ ਦੇਖਦੇ ਹੋ? ਵਿਕਾਸ ਕਾਰਜ ਦੀ ਗੱਲ ਕਰਦੇ ਨੇ ਅਕਾਲੀ ਦਲ, ਆਪਣੀ ਗੱਲ ਕਰਦੇ, ਤੁਹਾਡੇ ਸਾਂਝ ਸੀਗੀ 10 ਸਾਲ ਸਰਕਾਰ ਹੀ ਹੈ ਤੁਹਾਡੀ, ਸੋ ਕਿਵੇਂ ਦੇਖਦੇ ਹੋ ਤੁਸੀਂ ਵਿਕਾਸ ਨੂੰ? ਦੇਖੋ, ਗੱਲ ਇਸ ਤਰ੍ਹਾਂ ਹੈ, ਜਿਹੜਾ ਲੁਧਿਆਣੇ ਨੂੰ ਸਮਾਰਟ ਸਿਟੀ ਦੇ ਵਿੱਚ ਪਾਉਣ ਦੇ ਵਿੱਚ ਮੋਦੀ ਸਰਕਾਰ ਦਾ ਰੋਲ ਰਿਹਾ, ਸੈਂਟਰਲ ਗਵਰਨਮੈਂਟ ਦਾ ਰੋਲ ਰਿਹਾ ਕਿ ਉਹਨਾਂ ਨੇ ਹੀ ਲੁਧਿਆਣੇ ਨੂੰ ਸਮਾਰਟ ਸਿਟੀ 'ਚ ਪਾਇਆ, ਕਿਉਂਕਿ ਸਮਾਰਟ ਸਿਟੀ ਪ੍ਰੋਜੈਕਟ ਹੀ ਮੋਦੀ ਗਵਰਨਮੈਂਟ ਦਾ। ਦੂਜੀ ਗੱਲ, 200 ਕਰੋੜ ਰੁਪਈਆ ਜਿਹੜਾ ਸੈਂਟਰ ਨੇ ਸਮਾਰਟ ਸਿਟੀ ਦੇ ਅੰਡਰ ਭੇਜਿਆ ਸੀ, ਅੱਗੇ ਵੀ ਜਿਹੜੀ ਇੰਸਟਾਲਮੈਂਟਸ ਰਿਲੀਜ਼ ਹੁੰਦੀਆਂ ਹੋਈਆਂ। ਮੇਰਾ ਵੱਡਾ ਪ੍ਰਸ਼ਨ ਹੈ ਇੱਥੋਂ ਦੇ ਐਮਐਲਏ ਕਮ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਨੂੰ ਕਿ ਮੈਨੂੰ ਇੱਕ ਗੱਲ ਦੱਸੋ, 50% ਜਿਹੜਾ ਫੰਡ ਹੁੰਦਾ ਸੈਂਟਰ ਨੇ ਦੇਣਾ ਹੁੰਦਾ ਸਮਾਰਟ ਸਿਟੀ ਪ੍ਰੋਜੈਕਟ, 50% ਪੰਜਾਬ ਸਰਕਾਰ ਨੇ ਦੇਣਾ ਹੁੰਦਾ। ਪੰਜਾਬ ਸਰਕਾਰ ਨੇ ਇਹਦੇ ਵਿੱਚ ਕਿੰਨਾ ਕੋਈ ਹਿੱਸਾ ਪਾਇਆ ਦਾ ਜਵਾਬ ਦੇ ਦੇਣ, ਓਪਨ ਡਿਬੇਟ ਕਰ ਲੈਣ ਮੰਤਰੀ ਜੀ, ਇਹਨਾਂ ਕੋਈ ਜਵਾਬ ਨਹੀਂ। ਦੂਜਾ, ਆਪਾਂ ਜੇ ਗੱਲ ਕਰੀਏ ਸਮਾਰਟ ਸਿਟੀ ਦੇ ਵਿੱਚ, ਸਮਾਰਟ ਸਿਟੀ ਮਤਲਬ ਉਸ ਮਾਰਕੀਟ ਨੂੰ ਸਮਾਰਟ ਬਣਾਓ, ਉਸ ਪਾਰਕ ਨੂੰ ਸਮਾਰਟ ਬਣਾਓ, ਉਸ ਸੜਕ ਨੂੰ ਸਮਾਰਟ ਬਣਾਓ, ਉਸ ਲੋਕੈਲਿਟੀ ਨੂੰ ਸਮਾਰਟ ਬਣਾਓ। ਆਪਾਂ ਸਰਾਭਾ ਨਗਰ ਮਾਰਕੀਟ ਦੀ ਗੱਲ ਕਰੀਏ, ਸਰਾਭਾ ਨਗਰ ਮਾਰਕੀਟ ਨੂੰ ਸਮਾਰਟ ਸਿਟੀ ਦੇ ਵਿੱਚ ਪਾਇਆ ਮੋਦੀ ਸਰਕਾਰ ਨੇ ਜਾਂ ਪਿਛਲੀ ਸਾਡੀ ਅਕਾਲੀ ਭਾਜਪਾ ਸਰਕਾਰ ਨੇ। ਉਦੋਂ ਇਹਦੇ ਉੱਥੇ ਬੇਸਮੈਂਟ ਪਾਰਕਿੰਗ ਦਿਖਾਈ ਗਈ ਸੀ, ਅੱਜ ਉਹ ਬੇਸਮੈਂਟ ਪਾਰਕਿੰਗ ਗਾਇਬ ਹੋ ਗਈ। ਉਹਦੇ ਵਿੱਚ 35 ਕਰੋੜ ਦਾ ਹਿਸਾਬ ਨਹੀਂ ਮਿਲਦਾ ਪਿਆ ਕਿ 35 ਕਰੋੜ ਰੁਪਈਆ ਗਿਆ ਕਿੱਥੇ। ਮਤਲਬ ਜਦ ਤੁਸੀਂ ਬੇਸਮੈਂਟ ਉਹਦੇ ਵਿੱਚ ਪ੍ਰੋਵੀਜ਼ਨ ਰੱਖੀ, ਤੁਸੀਂ ਸਮਾਰਟ ਬਣਾਉਣਾ, ਉੱਥੇ ਪਾਰਕਿੰਗ ਦੀ ਤੇ ਫੈਸਿਲਿਟੀ ਦਿਖਾ ਦਿਓ। ਉਹਦੇ ਵਿੱਚ ਇਹਨਾਂ ਨੇ ਇੱਕ ਪਾਸੇ ਜਿਹੜਾ ਪਾਰਕ ਬਣਾਤਾ ਜੀ, ਪਾਰਕਿੰਗ ਦੇ ਅੰਦਰੋਂ ਹੀ ਪਾਰਕ ਕੱਢ ਦਿੱਤਾ, ਜਿੱਥੇ ਉਹ ਝਰਨਾ ਲਾਤਾ। ਉਹ ਝਰਨਾ ਤੁਸੀਂ ਨਾਲ ਪਾਰਕ 'ਚ ਵੀ ਲਾ ਸਕਦੇ ਸੀਗੇ, ਜਿੱਥੇ ਨਾਲ ਗ੍ਰੀਨ ਬੈਲਟ ਸੀ ਉੱਥੇ ਲਾ ਦਿੰਦੇ। ਤੁਸੀਂ ਝਰਨਾ ਉੱਥੇ ਬਣਾ ਕੇ ਕਿਤੇ ਪਾਰਕਿੰਗ ਰਿਡਿਊਸ ਕਰਤੀ। ਦੂਜਾ, ਤੁਸੀਂ ਉੱਥੇ ਬੇਸਮੈਂਟ ਪਾਰਕਿੰਗ ਬਣਾਉਣੀ ਸੀ, ਉਹ ਬਣਾਈ ਨਹੀਂ। ਹੁਣ ਮੈਨੂੰ ਇਹ ਗੱਲ ਦੱਸੋ, 35 ਕਰੋੜ ਰੁਪਈਆ ਗਿਆ ਕਿੱਥੇ, ਜਿਹੜਾ ਉਹ ਉਸ ਵੇਲੇ ਪ੍ਰੋਵੀਜ਼ਨ ਕ੍ਰੀਏਟ ਕੀਤੀ ਗਈ ਸੀ। ਫਿਰ ਫਿਰੋਜ਼ ਗਾਂਧੀ ਮਾਰਕੀਟ ਦੇ ਵਿੱਚ ਜਿਹੜਾ ਹੈ ਮਲਟੀ ਸਟੋਰੀ ਪਾਰਕਿੰਗ ਜਿਹੜੀ ਹੈ ਸਟਾਕ ਐਕਸਚੇਂਜ ਦੇ ਨਾਲ ਉੱਥੇ ਪਾਸ ਕੀਤੀ, ਇੰਪਰੂਵਮੈਂਟ ਟਰਸਟ ਦੇ ਸਾਹਮਣੇ। ਉਹ ਅਕਾਲੀ ਭਾਜਪਾ ਸਰਕਾਰ ਵੇਲੇ ਪਾਸ ਹੋ ਗਈ, ਇਹਨਾਂ ਨੇ ਅੱਗੇ ਐਗਜ਼ੀਕਿਊਟ ਨਹੀਂ ਕੀਤੀ। ਉਹ ਉੱਥੇ ਦਾ ਉੱਥੇ ਹੀ ਖੜਾ ਚੀਜ਼, ਮਤਲਬ ਕਨਾਟ ਪਲੇਸ ਆਫ ਲੁਧਿਆਣਾ ਕਹਿੰਦੇ ਨੇ, ਨਹਿਰੂ ਪਲੇਸ ਆਫ ਲੁਧਿਆਣਾ ਕਹਿੰਦੇ ਨੇ ਫਿਰੋਜ਼ ਗਾਂਧੀ ਮਾਰਕੀਟ ਨੂੰ। ਔਰ ਫਿਰੋਜ਼ ਗਾਂਧੀ ਮਾਰਕੀਟ ਦਾ ਹਾਲ ਦੇਖ ਲਓ। ਮੰਤਰੀ ਜੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਤਾਂ ਮਮਤਾ ਆਸ਼ੂ ਜੀ ਦਾ ਹੋਮ ਵਾਰਡ ਹੈ 67 ਨੰਬਰ, ਉਹਦੇ ਵਿੱਚ ਉੱਥੇ ਖੱਡੇ ਦੇਖ ਲਓ, ਵੱਡੇ ਵੱਡੇ ਟੋਏ ਪਏ ਹੋਏ। ਪਿਛਲੀ ਸਰਕਾਰ ਵੇਲੇ, ਅਕਾਲੀ ਭਾਜਪਾ ਸਰਕਾਰ ਵੇਲੇ, ਵਾਰਡ ਨੰਬਰ 67 ਦੇ ਵਿੱਚ ਲੈ ਲਓ ਜਾਂ ਪੂਰੇ ਲੁਧਿਆਣੇ ਵੈਸਟ ਦੇ ਹਲਕੇ ਵਿੱਚ ਪ੍ਰੋਫੈਸਰ ਰਜਿੰਦਰ ਭੰਡਾਰੀ ਜੀ ਹਲਕਾ ਇੰਚਾਰਜ ਸੀਗੇ। ਉਸ ਵੇਲੇ ਇਹ ਡਿਵੈਲਪਮੈਂਟ ਕਰਨ ਜਾਂਦੇ ਸਨ ਤੇ ਇਹੀ ਬਲਕਾਰ ਸਿੰਘ ਸੰਧੂ ਜੀ ਉਦੋਂ ਕਾਉਂਸਲਰ ਹੁੰਦੇ ਸੀ, ਸਾਡੇ ਵੀਰ ਸਨੀ ਭੱਲਾ ਜੀ, ਮਮਤਾ ਆਸ਼ੂ ਜੀ, ਇਹ ਸਾਰੇ ਆ ਕੇ ਉੱਥੇ ਵਿਰੋਧ ਕਰਦੇ ਸੀ। ਤਾਂ ਮੇਰੀ ਪਹਿਲਾਂ ਗੱਲ ਸੁਣੋ, ਮੈਂ ਇੱਕ ਗੱਲ ਕਹਿਣਾ, ਡਿਵੈਲਪਮੈਂਟ ਦੇ ਪ੍ਰੋਜੈਕਟ ਹੋ ਰਹੇ ਨੇ, ਏਰੀਆ ਦੀ ਡਿਵੈਲਪਮੈਂਟ ਹੋਣੀ ਹੈ। ਅੱਜ ਇਹ ਮੰਤਰੀ ਜੀ ਵਧੀਆ ਕੰਮ ਕਰਦੇ ਨੇ, ਵੀ ਵਿਲ ਐਪਰੀਸ਼ੀਏਟ। ਜਦ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਜੇ ਉਦਘਾਟਨ ਕਰਨ ਆਉਂਦੇ ਸੀ, ਉੱਥੇ ਆ ਕੇ ਤੁਸੀਂ ਢਿਬਰੀਆਂ ਬਾਲ ਕੇ ਕਰਦੇ ਸੀ, ਕ੍ਰਿਟਿਸਿਜ਼ਮ ਕਰਨੀ ਸੀ, ਉਹ ਨਹੀਂ ਕਰਨੀ। ਮੈਂ ਦੂਜੀਆਂ ਹੋਰ ਗੱਲਾਂ ਦੱਸਣਾ। ਇੱਧਰ ਚਲੇ ਜਾਓ ਤੁਸੀਂ BRS ਨਗਰ ਐਲ ਬਲਾਕ ਦੇ ਨਾਲ, ਜਿਹੜੇ ਫਾਟਕ ਦੇ ਨਾਲ ਤੁਸੀਂ ਰੋਡ ਦੇਖ ਲਓ, ਵੱਡੇ ਵੱਡੇ ਟੋਏ, ਮੈਂ ਕਹਿੰਦਾ ਸੜਕ ਤੇ ਨਜ਼ਰ ਹੀ ਨਹੀਂ ਆਉਂਦੇ, ਟੋਇਆਂ ਨਾਲ ਭਰਿਆ ਪਿਆ, ਵੱਡੇ ਵੱਡੇ ਪੋਟ ਹੋਲਸ ਨੇ। ਉਸ ਤੋਂ ਇਲਾਵਾ ਤੁਸੀਂ ਇਹ ਨਹਿਰ ਦੇਖ ਲਓ, ਨਹਿਰ 'ਚ ਇੰਨਾ ਗੰਦ ਕਿੰਨਾ। ਫਿਰ ਮੈਂ ਵੱਡੀ ਗੱਲ ਇਹ ਕਰਾਂਗਾ, ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਆਰਡਰ ਆਇਆ ਹੋਇਆ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੀ ਚੁੰਗੀ ਤੋਂ ਬਾਹਰ, ਮਤਲਬ ਸ਼ਹਿਰ ਦੀ ਚੁੰਗੀ ਤੋਂ ਬਾਹਰ ਡੌਗ ਸ਼ੈਲਟਰ ਬਣਾਓ, ਜਿੱਥੇ ਕਿ ਆਵਾਰਾ ਕੁੱਤਿਆਂ ਨੂੰ ਸ਼ਿਫਟ ਕਰੋ। ਇਹ ਕੋਰਟ ਦਾ ਆਰਡਰ ਜਿਹੜਾ ਹੈ 2 ਮਾਰਚ 2020 ਦਾ ਆਇਆ ਹੋਇਆ। ਅੱਜ ਦੇਖ ਲਓ ਮਹੀਨੇ ਕਿੰਨੇ ਹੋ ਗਏ। ਮੈਂ ਇੱਥੇ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਖਿਲਾਫ, ਮੰਤਰੀ ਜੀ ਆਸ਼ੂ ਦੇ ਖਿਲਾਫ ਅਤੇ ਮੇਅਰ ਸਾਹਿਬ ਦੇ ਖਿਲਾਫ ਇੱਥੇ ਪ੍ਰੋਟੈਸਟ ਵੀ ਕੀਤਾ ਸੀ। ਇਹਨਾਂ ਦੇ ਕੰਨਾਂ ਦੇ ਜੂੰ ਨਹੀਂ ਰੇਂਗਦੀ। ਇਹ ਕਹਿੰਦੇ ਕੋਈ ਆਰਡਰ ਹੀ ਨਹੀਂ ਆਇਆ, ਖੁੱਲੇ ਆਮ ਇਹਨਾਂ ਨੂੰ। ਮੈਂ ਮੇਲ ਵੀ ਕੀਤੀ ਹੈ, ਮੰਤਰੀ ਜੀ ਨੂੰ ਵੀ ਈਮੇਲ ਭੇਜੀ ਹੈ, ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਮੇਲ ਭੇਜੀ ਹੈ। ਇਹਨਾਂ ਨੂੰ ਲੋਕਾਂ ਦੀ ਜਾਨ ਪਿਆਰੀ ਨਹੀਂ। ਸਮਾਰਟ ਸਿਟੀ 'ਚ ਇੰਨੇ ਪਾਰਕ ਬਣਾਤੇ, ਪਾਰਕ ਤੇ ਅੱਗੇ ਵੀ ਹੈ ਨੇ, 1-2 ਪਾਰਕ ਘੱਟ ਬਣ ਜਾਣਗੇ, ਕੋਈ ਗੱਲ ਨਹੀਂ, ਘੱਟ ਪਹਿਲਾਂ ਤਾਂ ਡੌਗ ਸ਼ੈਲਟਰ ਤੇ ਬਣਾ ਦਿਓ। ਰੋਜ਼ ਲੋਕਾਂ ਨੂੰ ਜਿਹੜੇ ਹੈ ਕੁੱਤੇ ਵੱਢਦੇ ਆ। ਜੇ ਬਲਾਕ ਦੇ ਵਿੱਚ ਉੱਥੇ ਜਾ ਕੇ ਦੇਖ ਲਓ ਕੀ ਹਾਲ ਹੋਇਆ। ਇੱਕ ਹਲਕਿਆ ਕੁੱਤੇ ਨੇ 12 ਬੰਦਿਆਂ ਨੂੰ ਉੱਥੇ ਵੱਢ ਲਿਆ, ਉੱਥੇ ਬਜ਼ੁਰਗਾਂ ਨੂੰ, ਬੱਚਿਆਂ ਨੂੰ। ਉਹ ਲੇਡੀ ਫੋਨ ਕਰਦੀ ਰਹੀ ਮੇਅਰ ਸਾਹਿਬ ਨੂੰ, ਕਰੋ, ਮੇਅਰ ਸਾਹਿਬ ਨੇ ਕੋਈ ਸੁਣਵਾਈ ਨਹੀਂ ਕੀਤੀ। ਤੇ ਕਹਿਣ ਦਾ ਮਤਲਬ ਹੈ ਤੁਸੀਂ ਸੀਰੀਅਸ ਹੀ ਹੈ ਨਹੀਂ। ਹਲਕਿਆ ਕੁੱਤਾ ਹੈ, ਉਹਨੇ ਵੱਢ ਲਿਆ, ਲੋਕਾਂ ਨੂੰ ਨੁਕਸਾਨ ਹੋ ਰਿਹਾ, ਉਹ ਨਜ਼ਰ ਨਹੀਂ ਆਉਂਦਾ। ਸਮਾਰਟ ਸਿਟੀ ਇੱਕ ਪਾਰਕ ਘੱਟ ਬਣਾ ਲੋਗੇ, ਚੱਲ ਜੂਗਾ, ਲੇਕਿਨ ਆਪਾਂ ਜਿਹੜੇ ਮੇਨ ਇਸ਼ੂਜ਼ ਨੇ ਉਹਨੂੰ ਰਿਜ਼ੋਲਵ ਕਰ ਲਈਏ। ਸਾਰਾ ਪੈਸਾ ਤੇ ਸੈਂਟਰ ਦਾ ਤੁਸੀਂ ਲਾ ਰਹੇ ਹੋ, ਪੰਜਾਬ ਸਰਕਾਰ ਨੇ ਤਾਂ ਦਵੰਨੀ ਨਹੀਂ ਲਾਈ। ਤੇ ਜੇ ਸੈਂਟਰ ਦੇ ਪੈਸੇ 'ਚੋਂ 1-2 ਪਾਰਕ ਘੱਟ ਬਣਾ ਕੇ, ਲੈਜਰ ਵੈਲੀਆਂ ਘੱਟ ਬਣਾ ਕੇ, ਜੇ ਤੁਸੀਂ ਉਹ ਪ੍ਰਾਇਰਟੀ ਵਾਲੇ ਕੰਮ ਕਰ ਲੋਗੇ ਤਾਂ ਜ਼ਿਆਦਾ ਵਧੀਆ। 650 ਕਰੋੜ ਦਾ ਜੁਮਲਾ ਸੁਣ ਲਓ ਇਹਨਾਂ ਦਾ, ਬੁੱਢੇ ਨਾਲੇ ਦਾ। ਬੁੱਢੇ ਨਾਲੇ ਦੀ ਸਫਾਈ ਦੇ ਉੱਤੇ ਬਾਹਰ ਉਦਘਾਟਨ ਦੇ ਉੱਤੇ ਉਦਘਾਟਨ ਹੈ। ਜਿੰਨੇ ਚੱਲ ਰਹੇ ਨੇ ਪੁਲ, ਭਾਵੇਂ ਹੈ
ਫਿਰੋਜ਼ਪੁਰ ਰੋਡ ਦਾ ਨੈਸ਼ਨਲ ਹਾਈਵੇ ਅਥਾਰਟੀ ਦਾ, ਇਹ ਪਖਵਾਲ ਰੋਡ ਦਾ ਪੁਲ ਦੇਖ ਲਓ ਕਿੰਨੀ ਸਲੋ ਪੇਸ ਤੇ ਚੱਲ ਰਿਹਾ। ਅੰਡਰਪਾਸ ਬਣ ਰਹੇ, ਤੁਸੀਂ ਸਾਰੇ ਪਾਸੇ ਪੜ ਦਿੱਤਾ, ਕੋਈ ਰਾਹ ਛੱਡਿਆ ਕਿਸੇ ਪਾਸੋਂ ਰਾਹ ਹੈ ਨਹੀਂ ਹੈ। ਇਨਕਨਵੀਨੀਅੰਸ ਪਬਲਿਕ ਨੂੰ ਹੋਣੀ। ਤੁਸੀਂ ਇੱਕ ਪ੍ਰੋਜੈਕਟ ਸ਼ੁਰੂ ਕਰੋ, ਉਹਨੂੰ ਕੰਪਲੀਟ ਕਰੋ, ਦੂਜੇ ਨੂੰ ਹੱਥ ਪਾਓ। ਤੁਸੀਂ ਸਾਰੇ ਪਾਸੇ ਪੱਟੀ ਜਾਂਦੇ ਹੋ। ਤੇ ਕਹਿਣ ਦਾ ਮਤਲਬ ਪ੍ਰੈਕਟੀਕਲੀ ਕੋਈ ਚੀਜ਼ ਨਜ਼ਰ ਆਵੇ ਤਾਂ ਨਾ। ਪ੍ਰੈਕਟੀਕਲੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ, ਬਸ ਕਲੇਮ ਲੈਣਾ। ਕਾਂਗਰਸ ਦੀ ਆਦਤ ਹੈ ਕਲੇਮ ਲੈਣਾ ਕਿ ਭੱਲਾ ਜੀ ਵੱਡੇ ਸਵਾਲ ਨੇ। ਧਾਲੀਵਾਲ ਸਾਹਿਬ ਨੇ ਵੀ ਇਹੀ ਗੱਲ ਕੀਤੀ ਹੈ, ਇਧਰੋਂ ਆਮ ਆਦਮੀ ਪਾਰਟੀ ਵੀ ਇਹੀ ਗੱਲ ਕਰਦੀ ਹੈ, ਮੋਂਗਾ ਜੀ ਵੀ ਗੱਲ ਕਰਦੇ। ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਚੱਲਦੇ ਨੇ, ਪੰਜਾਬ ਸਰਕਾਰ ਜਾਂ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਰਾਂ ਨੇ ਕੋਲੋਂ ਕੋਈ ਪੈਸਾ ਨਹੀਂ ਲਾਇਆ ਹੈਗਾ। ਸਮਾਰਟ ਸਿਟੀ ਦੇ ਪ੍ਰੋਜੈਕਟ ਚਲੋ ਥੋੜੀ ਜਿਹੀ ਮੈਨੂੰ ਖੁਸ਼ੀ ਹੈ ਕਿ ਤਨਵੀਰ ਜੀ ਨੂੰ ਨੌਲੇਜ ਹੈਗੀ ਹੈ। ਮੋਂਗਾ ਜੀ ਦਾ ਮੈਨੂੰ ਪਤਾ ਨਹੀਂ ਕੀ ਟਰੈਕ ਹੈਗਾ ਕਿ ਸਮਾਰਟ ਸਿਟੀ 'ਚ ਵੀ ਪੰਜਾਬ ਸਰਕਾਰ ਦੀ ਓਨਾ ਹੀ ਸ਼ੇਅਰ ਹੈ ਜਿੰਨਾ ਸੈਂਟਰ ਗਵਰਨਮੈਂਟ ਦਾ। ਇਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਕਿੰਨੀ ਏਜੰਸੀਆਂ ਤੋਂ ਪਾਸ ਹੋ ਕੇ ਇੱਥੇ ਫੰਡ ਆਉਂਦਾ, ਚਾਹੇ ਉਹ ਸੈਂਟਰ ਦਾ ਚਾਹੇ ਪੰਜਾਬ ਗਵਰਨਮੈਂਟ ਦਾ, ਤੇ ਕਿੱਦਾਂ ਨਕਸ਼ੇ ਪਾਸ ਹੋ ਕੇ ਕੰਮ ਸ਼ੁਰੂ ਹੁੰਦਾ। ਸਰਾਭਾ ਨਗਰ ਮਾਰਕੀਟ ਦਾ ਕੀ ਹਾਲ ਸੀਗਾ, ਤੇ ਹੁਣ ਉੱਥੇ ਦੇ ਜਿਹੜੇ ਯੂਜ਼ ਕਰਨ ਵਾਲੇ ਆ, ਜਿੰਨੇ ਸ਼ਾਪਕੀਪਰ ਦਾ ਜਾਂ ਜਿੰਨੇ ਉੱਥੇ ਜਨਤਾ ਆਉਂਦੀ, ਤੁਸੀਂ ਉਹਨਾਂ ਨੂੰ ਪੁੱਛੋ। ਇਹਨਾਂ ਦਾ ਤਾਂ ਕੰਮ ਕ੍ਰਿਟੀਸਾਈਜ਼ ਕਰਨਾ ਹੈ, ਭਾਜਪਾ ਤਾਂ ਹੈ ਹੀ, ਤੁਹਾਨੂੰ ਪਤਾ ਹੈ। ਬੇਸਮੈਂਟ ਦੀ ਗੱਲ ਕਰਦੇ, ਬੇਸਮੈਂਟ ਸੀਗੀ ਉਹ ਅੱਜ ਗਾਇਬ ਹੋ ਗਿਆ। 35 ਕਰੋੜ ਦੀ ਗੱਲ ਕਰਦੇ ਆ ਜੀ। ਇਹ ਪਤਾ ਨਹੀਂ ਕਿਹੜੇ 35 ਕਰੋੜਾਂ ਦੀ ਗੱਲ ਕਰਦੇ ਆ। ਆਪਣੇ ਹਿਸਾਬ ਤਾਂ ਇਹਨਾਂ ਕੋਲ ਹਾਲੇ ਤੱਕ ਪਿਛਲੇ 10 ਸਾਲਾਂ ਦਾ ਦਿੱਤਾ ਨਹੀਂ ਗਿਆ ਕਿ ਕਿੱਦਾਂ ਇਹਨਾਂ ਨੇ ਠੱਗੀਆਂ ਮਾਰੀਆਂ, ਕਿੱਦਾਂ ਫਰੋਡੀਆਂ ਕੀਤੀਆਂ ਔਰ ਕਾਗਜ਼ਾਂ 'ਚ ਹੀ ਕੰਮ ਕਰਦੇ ਰਹੇ ਆ। ਇਹ ਹਾਲੇ ਜਿਹੜੇ ਕੰਮ ਚੱਲ ਰਹੇ ਸਾਨੂੰ ਉਹਦੇ 'ਚੋਂ ਹਿਸਾਬ ਮੰਗਣ ਲੱਗੇ। ਤੁਸੀਂ ਵੈਸਟ ਦੇ ਕੰਮਾਂ ਦੀ ਸ਼ੁਰੂਆਤ ਕਰੋ ਜੀ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਈਆਂ ਇਹ ਵੈਲੀਆਂ ਜਿੱਥੇ ਤੁਸੀਂ ਆਪ ਖੜੇ ਹੋ। ਫਿਰ ਤੁਸੀਂ ਆ ਜਾਓ ਲੋਧੀ ਕਲੱਬ ਰੋਡ ਤੇ, ਜਿੱਥੇ ਐਡੀ ਸ਼ਾਨਦਾਰ ਟਰਸਟ ਨੇ ਵੈਲੀ ਬਣਾਈ ਹੈ। ਉਹ ਸਾਰੇ ਜੰਗਲ ਸੀਗੇ ਔਰ ਇਹਨਾਂ ਨੇ ਜਾਣ ਕੇ ਜੰਗਲ ਰੱਖੇ ਹੋਏ ਸੀਗੇ। ਇਹ ਚਾਹੁੰਦੇ ਹੀ ਨਹੀਂ ਕਿ ਕੋਈ ਡਿਵੈਲਪਮੈਂਟ ਨਾਲ ਇਹਨਾਂ ਦਾ ਕੋਈ ਵਾਸਤਾ ਹੈ ਨਹੀਂ ਹੈ। ਇਹ ਚਾਹੁੰਦੇ ਇਹ ਗੰਦ 'ਚ ਹੀ ਲੋਕ ਰਹਿਣ, ਅਸੀਂ ਬੇਵਕੂਫ ਬਣਾਈ ਜਾਈਏ ਸਾਲਾਂ ਪਰ ਸਾਲਾਂ। ਜਿਹੜਾ ਕਿ ਪਿਛਲੀ ਸਰਕਾਰ ਦਾ ਸੁਪਨਾ ਸੀਗਾ ਕਿ ਅਸੀਂ 25 ਸਾਲ ਰਾਜ ਕਰੀਏ। ਤੁਸੀਂ ਦੇਖਿਆ ਹੀ ਹੈ, ਸਿੰਗਾਪੁਰ ਬਣਾ ਦਾਂਗੇ, ਪਾਣੀ ਦੀ ਬੱਸਾਂ ਚਲਾ ਦਾਂਗੇ। ਇਹ ਨਹਿਰ 'ਚ ਤੁਸੀਂ ਹੁਣ ਗੰਦ ਦੇਖ ਰਹੇ ਹੋ ਕਿਉਂਕਿ ਪਾਣੀ ਹੈ ਨਹੀਂ। ਸਭ ਤੋਂ ਪਹਿਲਾਂ ਅਗਰ ਇਹ ਨਹਿਰ ਨੂੰ ਸਾਫ਼ ਕਰਨਾ ਤਾਂ ਪਹਿਲਾਂ ਸਾਈਡਾਂ ਸਾਫ਼ ਹੋਣੀਆਂ ਚਾਹੀਦੀਆਂ। ਉਹ ਸਾਈਡਾਂ ਦਾ ਤੁਸੀਂ ਕੰਮ ਦੇਖ ਲਓ ਕਿੰਨੀ ਸਪੀਡ ਨਾਲ ਚੱਲ ਰਿਹਾ ਤੇ ਕਿੱਦਾਂ ਇਹਨੂੰ ਸਾਫ਼ ਕੀਤਾ ਤਾਂ ਕਿੱਦਾਂ ਦੇ ਇੱਥੇ ਗ੍ਰੀਨ ਬੈਲਟਸ ਬਣ ਗਈਆਂ। ਉਸ ਤੋਂ ਬਾਅਦ ਤੁਸੀਂ ਆਹ ਪੁਲ ਦੇਖ ਲਓ। ਇਹ ਪੁਲ ਸਦੀਆਂ ਤੋਂ ਡਿਵੈਲਪਮੈਂਟ ਮੰਗ ਰਿਹਾ ਸੀ ਔਰ ਇਹ 50 ਦਿਨਾਂ 'ਚ ਪੂਰਾ ਹੋਣਾ ਹੈ। ਕਿੱਥੇ 4 ਮੀਟਰ ਸੀਗਾ, ਕਿੱਥੇ 9 ਮੀਟਰ ਹੋ ਰਿਹਾ। ਇਹ ਡਬਲ ਇਹਨਾਂ ਦੇ ਦਿਮਾਗ 'ਚ ਕਦੀ ਨਹੀਂ ਆਈ। ਇਹ ਤਾਂ ਲੰਘਦੇ ਵੜਦੇ ਵੀ ਇੱਥੋਂ ਹੀ ਸੀਗੇ ਹਮੇਸ਼ਾ। ਇਹਨਾਂ ਲੋਕਾਂ ਦੇ ਦਿਮਾਗ 'ਚ ਕਦੀ ਨਹੀਂ ਆਈ ਇੱਕ ਜਗ੍ਹਾ ਜਿਹੜੀ 5.5 ਏਕੜ ਹੈਬੋਵਾਲ 'ਚ ਕਦੋਂ ਦੀ ਕਿਸੇ ਪ੍ਰਾਈਵੇਟ ਬੰਦੇ ਨੇ ਦੱਬੀ ਹੋਈ ਸੀ ਇਹਨਾਂ ਦੀ ਸਾਂਠ ਗਾਂਠ ਨਾਲ। ਪਹਿਲਾਂ ਉਹ ਖਾਲੀ ਕਰਾਈ ਗਈ, ਹੁਣ ਉੱਥੇ ਲੇਅਰ ਵੈਲੀ ਦਾ ਕੰਮ ਸ਼ੁਰੂ ਹੋ ਗਿਆ। ਇਹ ਕਹਿੰਦੇ ਇੱਕ ਪਾਰਕ ਘੱਟ ਬਣਾ ਲਓ, ਇਹ ਕਰ ਲਓ, ਉਹ ਕਰ ਲਓ। ਇਹਨਾਂ ਨੂੰ ਇਹ ਵੀ ਦੱਸਾਂ ਕਿ ਜਿਹੜਾ ਡੌਗ ਇਹ ਕਹਿ ਰਹੇ ਹੈ ਉਹ ਡਬਲ ਹੋ ਗਈ ਹੈ ਉਹਦੀ। ਜਿਹੜਾ ਅਸੀਂ ਉਹਨੂੰ ਸਟਰਲਾਈਜ਼ ਕਰਨਾ ਡੌਗਸ ਨੂੰ, ਉਹਦੀ ਕਪੈਸਿਟੀ ਡਬਲ ਹੋ ਗਈ ਤੇ ਉੱਥੇ ਉਹ ਕੰਮ ਸ਼ੁਰੂ ਹੋਣ ਲੱਗਾ। ਇਹ ਅਖਬਾਰਾਂ ਪੜ੍ਹਦੇ ਘੱਟ ਹੈ, ਇਹਨਾਂ ਨੂੰ ਇਸ ਲਈ ਨੌਲੇਜ ਘੱਟ ਹੈ। ਇਹ ਆਪਣੇ ਹਾਈ ਕੋਰਟ ਦਾ ਆਰਡਰ ਸੀਗਾ ਮਾਰਚ ਦੇ ਬਾਅਦ ਕੀ ਸੀਗਾ, ਲੋਕਡਾਊਨ ਸੀਗਾ। ਕਿਹਨੇ ਲਾਇਆ? ਪੁੱਛਣਾ ਆਪਣੇ ਪੀਐਮ ਨੂੰ ਕਿਉਂ ਲਾਇਆ ਸੀ ਲੋਕਡਾਊਨ। ਲੋਕਾਂ ਨੂੰ ਬਚਾਉਣਾ ਹੈ, ਲੋਕਾਂ ਨੂੰ ਬਚਾਉਣਾ ਹੈ। ਸਟਾਰਟ ਹੋ ਰਿਹਾ ਜੀ, ਹੁਣ ਸਟਾਰਟ ਹੋ ਗਿਆ, ਉਹਦਾ ਵਰਕ ਆਰਡਰ ਵੀ ਹੋ ਗਿਆ। ਤੁਸੀਂ ਜਾ ਕੇ ਉੱਥੇ ਪਤਾ ਕਰੋ, ਜਿਹੜੇ ਕੰਮਾਂ ਦੀ ਇਹ ਗੱਲ ਕਰਦੇ ਆ, ਜਿਹੜਾ ਕੰਮਾਂ ਕੋਰਟ ਨੂੰ ਵੀ ਪਤਾ ਹੈ। ਕੋਰਟ ਦੀ ਅਵਮਾਨਨਾ ਕਰੋਗੇ ਤਾਂ ਕੀ ਕਸੂਰ ਹੋ ਸਕਦਾ ਹੈ। ਕੋਰਟ ਵਾਲਿਆਂ ਨੂੰ ਵੀ ਪਤਾ ਤੇ ਸਭ ਨੂੰ ਪਤਾ ਹੀ ਹੈ। ਤੁਸੀਂ ਇਹ ਦੱਸੋ ਜਿਹੜਾ ਇਹ ਕਹਿੰਦੇ ਸਮਾਰਟ ਸਿਟੀ ਦਾ ਆਰਡਰ ਹੈ, ਸਮਾਰਟ ਸਿਟੀ ਦੇ ਕੰਮ ਜਿਹੜੇ ਚੱਲ ਉਹ ਇਹਨਾਂ ਦਾ ਕੰਮ ਹੀ ਬੋਲਣਾ ਹੈ ਕਿਉਂਕਿ ਝੂਠੇ ਹੈ, ਹਰ ਜਗ੍ਹਾ ਜਲੀਲ ਹੁੰਦੇ ਆ। ਬੀਜੇਪੀ ਦਾ ਕਿਤੇ ਕੋਈ ਘਰ ਦਰਵਾਜ਼ਾ ਖੋਲ ਕੇ ਰਾਜੀ ਹੈ? ਮੈਨੂੰ ਇਹ ਗੱਲ ਦੱਸੋ। ਜਿਹੜਾ ਆਪਣਾ ਕਨਵੈਂਟ ਰੋਡ ਤੇ ਪਖਵਾਲ ਰੋਡ ਤੇ ਉਹ ਬਣ ਰਿਹਾ ਹੈ, ਉਹ ਕਿੰਨੀ ਸਪੀਡ ਨਾਲ ਕੰਮ ਚੱਲ ਰਿਹਾ ਹੈ। ਸਵਾਲ ਇਹੀ ਸੀਗਾ ਵੀ ਕੰਮ ਸਲੋ ਚੱਲ ਰਹੇ ਨੇ, ਅੱਗਾ ਤੋਂ ਪਿੱਛਾ ਹੋ ਰਿਹਾ, ਸਾਰਾ ਸ਼ਹਿਰ ਪੱਟਿਆ ਪਿਆ। ਸਲੋ ਨਹੀਂ ਹੈ ਇਹ। ਸਲੋ ਜਿਹੜਾ ਲੋਕਡਾਊਨ ਕਾਰਨ ਥੋੜਾ ਬਹੁਤ ਹੋਇਆ, ਇਹ ਸਿਰਫ ਲੁਧਿਆਣੇ 'ਚ ਨਹੀਂ ਹੋਇਆ, ਸਾਰੇ ਇੰਡੀਆ 'ਚ ਹੀ ਹੋਇਆ। ਕੰਮਾਂ ਦੀ ਤਾਂ ਕੋਈ ਲਿਸਟ ਹੀ ਨਹੀਂ। ਤਨਵੀਰ ਜੀ ਆਪ ਕਾਉਂਸਲਰ ਰਹੇ ਹੈ, ਇਹਨਾਂ ਨੂੰ ਪੁੱਛੋ ਕਬੀਰ ਸੁਸਾਇਟੀ ਦੀਆਂ ਸੜਕਾਂ ਕਿੰਨੇ ਸਾਲਾਂ ਬਾਅਦ ਬਣੀਆਂ? 22 ਸਾਲਾਂ ਬਾਅਦ। 22 ਸਾਲ ਬਾਅਦ ਇੱਕ ਏਰੀਆ ਦੀ ਸੜਕਾਂ ਬਣੀਆਂ ਜਿਹਦੇ ਤੇ ਇਹਨਾਂ ਦੀ ਸਰਕਾਰ ਵੱਲੋਂ ਕਿੰਨੇ ਆਬਜੈਕਸ਼ਨ ਲੱਗੇ ਹੋਏ ਸੀ। ਇਹ ਆਪ ਹੀ ਗਵਾਹ ਹੈ। ਚਲੋ ਆਪਾਂ ਬਾਅਦ ਚ ਤੁਸੀਂ ਦੱਸੋ ਸੜਕਾਂ ਬਣੀਆਂ ਕਿ ਨਹੀਂ ਬਣੀਆਂ? ਸੜਕਾਂ ਬਣੀਆਂ ਕਿ ਨਹੀਂ? ਕੋਰਟ ਆਰਡਰ ਸੀ, ਹਾਈ ਕੋਰਟ ਨੇ ਆਰਡਰ ਕੀਤਾ, ਉਹ ਇੰਪਰੂਵਮੈਂਟ ਟਰਸਟ ਨੇ ਸੜਕਾਂ ਬਣਾਈਆਂ। ਮੇਰੀ ਗੱਲ ਕਿੰਨੇ ਸਾਲਾਂ ਬਾਅਦ ਬਣੀਆਂ? ਇੰਪਰੂਵਮੈਂਟ ਟਰਸਟ ਦੀ ਕਲੋਨੀ ਸੀ, ਇੰਪਰੂਵਮੈਂਟ ਟਰਸਟ ਨੇ ਸੜਕਾਂ ਬਣਾਈਆਂ। ਉਹਦੇ ਵਿੱਚ ਨਗਰ ਨਿਗਮ ਦਾ, ਕਾਰਪੋਰੇਸ਼ਨ ਦਾ ਕੋਈ ਮਤਲਬ ਨਹੀਂ। ਸਰਕਾਰ ਦੀ ਐਂਟਰੀ ਆਉਂਦੀ ਹੈ ਨਾ, ਸਮਝੋ ਨਾ। ਸਰਕਾਰ ਦਾ ਹੀ ਹੈ। ਉਦੋਂ 84 ਲੱਖ ਰੁਪਈਆ ਸਾਡੀ ਗਵਰਨਮੈਂਟ ਵੇਲੇ ਹੀ ਟ੍ਰਾਂਸਫਰ ਆ ਜਿਹੜਾ ਮਨਜ਼ੂਰ ਹੋ ਚੁੱਕਿਆ ਸੀ। 22 ਸਾਲਾਂ 'ਚ ਬਣੀ, ਮਨਜ਼ੂਰ ਹੋ ਚੁੱਕਿਆ, ਗਵਰਨਮੈਂਟ ਚੇਂਜ ਹੋ ਗਈ। ਮੈਂ ਜਵਾਬ ਦੇ ਰਿਹਾ ਤੁਹਾਡੀ ਗੱਲ। ਕਿਉਂ ਨਹੀਂ ਬਣੀ? 22 ਸਾਲ ਸਰ ਉੱਥੇ ਦੇ ਲੋਕਾਂ ਨੂੰ ਜਾ ਕੇ ਪੁੱਛੋ। ਉਹ ਹਾਊਸ ਬਿਲਡਿੰਗ ਕੋਆਪਰੇਟਿਵ ਸੁਸਾਇਟੀ ਸੀ, ਪ੍ਰਾਈਵੇਟ ਸੁਸਾਇਟੀ ਸੀ। ਉਹਦੇ ਰਾਈਟਸ ਜਿਹੜੇ ਆ ਸੁਸਾਇਟੀ ਕੋਲ ਸੀ, ਟਰਸਟ ਨੂੰ ਟ੍ਰਾਂਸਫਰ ਨਹੀਂ ਸੀ ਹੋਏ। ਜਿਸ ਦਿਨ ਉਹ ਜਿਹੜੇ ਸੜਕਾਂ ਦੀ ਮਾਲਕੀ, ਉਹ ਮੈਂ ਜਵਾਬ ਦੇ ਰਿਹਾ, ਮੇਰਾ ਇਲਾਕਾ। ਉੱਥੇ ਭੰਡਾਰੀ ਸਾਹਿਬ ਹਰ ਇਲੈਕਸ਼ਨ 'ਚ ਕਹਿ ਕੇ ਆਉਂਦੇ ਸੀ ਮੈਂ ਵਾਅਦਾ ਕਰਦਾ ਜੀ ਬਣਾ ਦਾ। ਹਰ ਇਲੈਕਸ਼ਨ 'ਚ ਮੈਂ
ਆਪਣੀ ਗੱਲ ਕਰਦਾ ਆਸ਼ੂ ਜੀ ਨੇ ਕਿੱਦਾਂ ਕਿ ਉਹ ਜਦੋਂ ਸੜਕਾਂ ਦੀ ਮਾਲਕੀ, ਸੜਕਾਂ ਦੀ ਓਨਰਸ਼ਿਪ ਟਰਸਟ ਨੂੰ ਟ੍ਰਾਂਸਫਰ ਹੋਈ। ਸਾਡੀ ਗਵਰਨਮੈਂਟ ਵੇਲੇ ਫੰਡ ਆ ਜਿਹੜਾ ਟ੍ਰਾਂਸਫਰ ਹੋਇਆ ਸੀ, ਇਹਨਾਂ ਨੇ ਜ਼ਰੂਰ ਨਹੀਂ ਹੋਇਆ। ਤੁਹਾਡੀ ਗਵਰਨਮੈਂਟ ਦਾ ਸਾਨੂੰ ਡੈਬਿਟ 'ਚ ਦੇ ਕੇ ਗਈ ਹੈ, ਤੁਹਾਨੂੰ ਵੀ ਪਤਾ ਹੈ, ਸਾਰੇ ਲੁਧਿਆਣੇ ਨੂੰ ਪਤਾ ਹੈ। ਨਾਨਕ ਸਿੰਘ ਜੀ ਨੇ ਸਵਾਲ ਕੀਤਾ ਵਾ ਵੀ ਹੈਪੋਲ ਦੀ ਸੜਕਾਂ ਦਾ ਬੜਾ ਬੁਰੇ ਹਾਲ ਆ, ਸੜਕ ਬਣਦੀ ਆ ਪੁੱਟੀ ਜਾਂਦੀ ਆ ਦੁਬਾਰਾ, ਹਾਲਾਤ ਉਹੀ ਹੋਏ ਨੇ। ਸਕੂਲਾਂ ਦੀ ਗੱਲ ਕਰਦੇ ਨੇ, ਬੁੱਢੇ ਨਾਲੇ ਦੀ ਵੀ ਗੱਲ ਕਰਦੇ। ਸਰ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੰਨੇ ਵੀ ਸਰਕਾਰੀ ਸਕੂਲ ਹੈ ਵੈਸਟ 'ਚ ਆਲਮੋਸਟ ਸਾਰਿਆਂ ਤੇ ਸੋਲਰ ਪੈਨਲ ਲੱਗੇ ਹੈ, ਔਰ ਪੂਰੀ ਤੁਸੀਂ ਡਿਟੇਲ ਕਢਾ ਕੇ ਦੇਖ ਲਓ। ਇਹ ਸ਼ਾਇਦ ਆਰਟੀਆਈ ਦੇ ਮਾਸਟਰ ਨੇ, ਇਹ ਮੋਂਗਾ ਜੀ ਤੇ ਭਾਈ ਸਾਹਿਬ, ਇਹਨਾਂ ਨੂੰ ਲਾਲ ਸਿੰਘ ਜੀ ਨੂੰ ਕਹੋ ਪਾ ਕੇ ਦੇਖਣ। 137 ਸਮਾਰਟ ਰੂਮ ਬਣੇ ਹੈ ਹੁਣ ਤੱਕ ਸਰਕਾਰੀ ਸਕੂਲਾਂ 'ਚ। ਗਵਰਨਮੈਂਟ ਕਾਲਜ ਸਾਡੇ ਸਾਥੀ ਹੋ, ਸਾਰਾ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਆ। ਮੇਰੀ ਗੱਲ ਸੁਣੋ, ਸਟੇਟ ਗਵਰਨਮੈਂਟ ਦਾ ਨਹੀਂ, ਤੁਸੀਂ ਕਿਉਂ ਨਹੀਂ ਕਰ ਸਕੇ? ਅਗਰ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਸੀਗਾ ਤੇ ਤੁਸੀਂ ਕਿਉਂ ਨਹੀਂ ਕਰ ਸਕੇ? 1 ਰੁਪਈਆ ਸਟੇਟ ਗਵਰਨਮੈਂਟ ਦਾ, ਸਾਰੀ ਤਨਖਾਹ। ਸਿਟੀ ਰੋਡ ਦਾ ਸਕੂਲ ਹੈ, ਚਾਹੇ ਮੈਰੀਟੋਰੀਅਸ ਸਕੂਲ ਹੈ, ਸਭ ਤੋਂ ਜ਼ਿਆਦਾ ਲੁਧਿਆਣੇ ਦੀ ਧਰੋਹਰ ਗਵਰਨਮੈਂਟ ਕਾਲਜ ਫॉर ਬॉयਜ਼ ਹੈ। ਗਵਰਨਮੈਂਟ ਕਾਲਜ ਫॉर ਬॉयਜ਼ 'ਚ ਸੋਲਰ ਪੈਨਲ ਇੰਨਾ ਲੱਗ ਗਿਆ, ਇਹਨਾਂ ਨੇ ਕਿਉਂ ਨਹੀਂ ਕਰ ਲਿਆ? ਅਗਰ ਰੁਪਈਆ ਗਵਰਨਮੈਂਟ ਦਾ ਪ੍ਰੋਜੈਕਟ ਸੀਗਾ, ਤੁਹਾਡੇ ਦੇ ਸਿਰ ਤੇ ਵੀ ਮੋਦੀ ਗਵਰਨਮੈਂਟ ਸੀਗੀ, ਤੇ ਤੁਸੀਂ ਬਿਲਕੁਲ ਹਰ ਗਲਤ ਕੰਮ 'ਚ ਤੁਸੀਂ ਬੀਜੇਪੀ ਅਕਾਲੀ ਸਾਥੀ ਸੀਗੇ। ਮੋਂਗਾ ਜੀ ਗੱਲ ਕਰ ਲਓ। ਜਿੰਨੇ ਪੈਸੇ ਦੀ ਇਹ ਗੱਲ ਕਰ ਰਹੇ ਡਿਵੈਲਪਮੈਂਟ ਦੀ, ਜਿੰਨੇ ਪੈਸੇ ਦੀ ਡਿਵੈਲਪਮੈਂਟ ਦੀ ਗੱਲ ਕਰ ਰਹੇ ਆ ਵੀ 200 ਲੱਗਿਆ, 400 ਕਰੋੜ ਲੱਗਿਆ। ਮੋਂਗਾ ਜੀ ਜਵਾਬ ਲੈ ਲਈਏ। ਮੋਂਗਾ ਜੀ ਨੂੰ ਸਾਹ ਆਉਂਦਾ ਨਹੀਂ ਨਾ। ਦੇਖੋ ਜਿੰਨੇ 200-400 ਕਰੋੜ ਦੀ ਗੱਲ ਕਰਦੇ ਆ, ਬਰਦਾਸ਼ਤ ਨਹੀਂ ਹੋ ਰਹੀ ਇਹਨੇ ਡਿਵੈਲਪਮੈਂਟ ਕੀਤੀ। ਮੈਂ ਦੱਸਦਾ ਉਹ ਜਵਾਬ ਤੇਰੇ, ਉਹ ਜਵਾਬ ਤਾਂ ਲੈ ਲਓ। ਪਿਛਲੇ 10 ਸਾਲ ਦਾ ਜਵਾਬ, ਉਹ ਪਿਛਲੇ 10 ਸਾਲ ਦਾ ਜਵਾਬ ਦਿੰਦਾ। 10 ਸਾਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ। ਦੇਖੋ ਆਹ ਸਾਹਮਣੇ ਐਕਸਪ੍ਰੈਸਵੇ ਜਾ ਰਿਹਾ, ਸਬਦਨ ਬਾਈਪਾਸ ਜਿਹਨੂੰ ਕਹਿੰਦੇ ਆ, 450 ਕਰੋੜ ਰੁਪਏ ਲਾ ਕੇ ਬਣਿਆ ਸੀ। ਇਹਦੇ ਤੇ ਇਹਨਾਂ ਤੋਂ ਲੁੱਕ ਵੀ ਨਹੀਂ ਪਈ, ਨਾ ਇਹਦੀਆਂ ਲਾਈਟਾਂ ਜਗਦੀਆਂ ਨੇ, ਨਾ ਰਿਫਲੈਕਟਰ ਲੱਗੇ ਆ ਕਿਤੇ। ਈਵਨ ਕਿ ਇਹਦੇ ਜਿਹੜੇ ਥੱਲੇ ਯੂ ਟਰਨ ਬਣਨੇ ਸੀ ਨਾ, ਲੋਕਾਂ ਨੇ ਉੱਤੇ ਚੜ੍ਹਨਾ ਹੋਵੇ, BRS ਨਗਰ ਦੇ ਲੋਕਾਂ ਨੇ ਇਸ ਪੁਲ ਦੇ ਉੱਤੇ ਚੜ੍ਹਨਾ ਹੋਵੇ, ਕਿੱਥੋਂ ਚੜ੍ਹਨਗੇ? ਪੱਖਵਾ ਰੋਡ ਦੇ ਲੋਕਾਂ ਨੇ ਇਹਦੇ ਉੱਤੇ ਚੜ੍ਹਨਾ, ਕਿੱਥੋਂ ਚੜ੍ਹਨਗੇ? ਇਹ ਆ ਇੱਕ ਪੁਲ ਦੀ ਗੱਲ ਕਰਦੇ ਆ, ਕੁਛ ਲੱਖ ਰੁਪਏ ਦੀ ਲਾਗਤ ਨਾਲ ਇਹ ਪੁਲ ਬਣਨਾ। ਇਹੋ ਜਿਹੇ 11 ਪੁਲ ਇਸ ਨਹਿਰ ਦੇ ਉੱਤੇ ਬਣੇ ਨੇ। 11 ਕਿੱਥੋਂ ਲੈ ਕੇ, ਸਾਊਥ ਸਿਟੀ ਤੋਂ ਲੈ ਕੇ ਲੋਹਾਰੇ ਵਾਲੇ ਪੁਲ ਤੱਕ ਜਿੰਨੇ ਪੁਲ ਨੇ ਸਾਰੇ ਨਵੇਂ ਬਣੇ ਨੇ। ਸਾਰਿਆਂ ਦੇ ਉੱਤੇ ਕੰਮ ਹੋਇਆ। ਡਿਵੈਲਪਮੈਂਟ ਨਹਿਰ ਕਿਉਂਕਿ ਲਾਈਫ ਲਾਈਨ ਆ ਲੁਧਿਆਣੇ ਦੀ। ਬੁੱਢੇ ਨਾਲੇ ਨੂੰ ਤਾਂ ਆਪਾਂ ਭੁੱਲ ਜਾਓ, ਠੀਕ ਆ ਨਾ, ਉਹ ਤਾਂ ਸੁਪਨੇ ਨੇ, ਉਹ ਤਾਂ ਐਵੇਂ ਗੱਲਾਂ ਨੇ ਵੱਡੀਆਂ। ਈਵਨ ਕਿ ਡੈਰੀਆਂ ਦਾ ਗੰਦ, ਜਦ ਕਿ ਮੇਅਰ ਸਾਹਿਬ ਦੇ ਇਲਾਕੇ 'ਚ ਤੇ ਵਾਰਡ 'ਚ ਆ, ਉਹਦਾ ਹਾਲ ਦੇਖ ਲਓ। ਉੱਥੇ ਇੰਨੀ ਗੰਦਗੀ ਆ, ਇੰਨਾ ਕੂੜਾ ਜਿਉਣਾ ਮਹਾਲ ਹੋਇਆ ਲੋਕਾਂ ਦਾ। ਮੈਂ ਕੋਈ ਉਹ ਗੱਲ ਨਹੀਂ ਕਰੂੰਗਾ ਜਿਹੜੀ ਕਿ ਐਵੇਂ ਹਵਾ ਦੇ ਵਿੱਚ ਤੀਰ ਮਾਰਨ ਵਾਲੀ ਗੱਲ ਨਹੀਂ ਮੈਂ ਕਰਦਾ। ਇਹ ਕਹਿੰਦੇ ਨਾ ਸਮਾਰਟ ਸਿਟੀ ਤੋਂ ਅਸੀਂ ਕੰਮ ਕਰ ਰਹੇ ਹਾਂ, ਕਰਵਾ ਰਹੇ ਹਾਂ, ਠੀਕ ਹੈ, ਉਹ ਪੈਸਾ ਲੱਗ ਰਿਹਾ, ਪਰ RTI ਪਾ ਲਓ, ਚੈੱਕ ਕਰਾ ਲਓ। ਤੁਸੀਂ ਚੈੱਕ ਕਰ ਲਓ, ਤੁਸੀਂ ਬੜੇ ਵਧੀਆ ਪੱਤਰਕਾਰ ਹੋ, ਤੁਸੀਂ ਆਪਣੇ ਮੂੰਹੋਂ ਇਮਾਨਦਾਰੀ ਨਾਲ ਆਪ ਦੱਸ ਦਿਓ, ਤੁਹਾਨੂੰ ਕਿਹੜਾ ਨੌਲੇਜ ਨਹੀਂ ਕਿ ਸਟੇਟ ਗਵਰਨਮੈਂਟ ਨੇ ਹਲੇ ਆਪਣਾ ਇਸ ਪ੍ਰੋਜੈਕਟ ਦੇ ਵਿੱਚ ਆਪਣਾ ਫੰਡ ਰਿਲੀਜ਼ ਨਹੀਂ ਕੀਤਾ। ਕਰ ਦੇਣ, ਮੈਂ ਨਹੀਂ ਕਹਿੰਦਾ ਨਹੀਂ ਕਰਨਗੇ ਤਾਂ ਹੀ ਅਗਲੀ ਕਿਸ਼ਤ ਆਉਣੀ ਹੈ, ਪਰ ਹਲੇ ਤੱਕ ਨਹੀਂ ਕੀਤਾ। ਸਰਕਾਰ ਬੂਹੇ ਆਈ ਜਨ, ਬਿੰਨੋ ਕੁੜੀ ਦੇ ਕੰਨ, ਉਹ ਹਾਲਾਤ ਨੇ। ਗੱਲ ਪਾਰਕਾਂ ਦੀ ਨਹੀਂ ਹੈ, ਗੱਲ ਆ ਜਿਹੜੀ ਸ਼ਹਿਰ ਦੇ ਵਿੱਚੋਂ ਲੰਘਦੀ ਆ। ਮੈਂ ਰੌਲਾ ਪਾਇਆ ਸੀ, ਜਿੰਨੀ ਨਹਿਰ ਵਿੱਚੋਂ ਲੰਘਦੀ ਅੱਜ ਇਰੀਗੇਸ਼ਨ ਡਿਪਾਰਟਮੈਂਟ ਕੋਲ ਆ, ਤਾਂ ਨਹੀਂ ਇਹ ਸਫਾਈ ਹੁੰਦੀ। ਸ਼ਰਨਜੀਤ ਢਿੱਲੋਂ ਇਰੀਗੇਸ਼ਨ ਦੇ ਮਿਨਿਸਟਰ ਸੀ, ਅਸੀਂ ਉਹਨਾਂ ਤੋਂ 25 ਲੱਖ ਰੁਪਈਆ ਲੈ ਕੇ ਦੀ ਸਫਾਈ ਕਰਾਈ ਸੀ। ਅੱਜ ਜਿੰਨੀ ਇਹਦੇ ਵਿੱਚੋਂ ਲੰਘ ਰਹੀ ਆ ਇਹ ਸਿੱਧਵਾਂ ਨਹਿਰ, ਉਹਦਾ ਕਾਰਪੋਰੇਸ਼ਨ ਹੈਂਡਓਵਰ ਕਰ ਦੇਣ, ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਤੋਂ ਲੈ ਲੈਣ। ਅੱਜ ਬੁੱਢੇ ਨਾਲੇ ਦੇ ਵਿੱਚ ਤੁਸੀਂ ਸਾਰਾ ਗੰਦ ਪਾ ਰਹੇ ਹੋ। ਜਦੋਂ ਲਾਕਡਾਊਨ ਸੀ ਪਾਣੀ ਸਾਫ਼ ਚੱਲ ਰਿਹਾ ਸੀ, ਉੱਥੋਂ ਤੁਹਾਡਾ ਗੰਦ ਆ, ਉਹਦੇ ਨਾਲ ਸਾਈਡਾਂ ਤੇ 2 ਪਾਈਪਲਾਈਨਸ ਪਾ ਕੇ, ਮੈਂ ਕਹਿੰਦਾ ਵੱਡਾ ਪ੍ਰੋਜੈਕਟ ਆ, ਉਹ ਸਟੇਟ ਦਾ ਇਸ਼ੂ ਆ। ਪਰ ਜਿਹੜੇ ਛੋਟੇ ਕੰਮ ਨੇ, ਜਿਹੜੇ ਮੈਂ ਤੁਹਾਨੂੰ ਅੱਜ ਇੱਥੇ ਆਉਣ ਤੋਂ ਪਹਿਲਾਂ ਪੁੱਛਿਆ ਸੀ ਵੀ ਸਿਰਫ ਵੈਸਟ ਦੀ ਗੱਲ ਕਰਨੀ ਹੈ, ਹੋਰ ਵੀ ਕਰਨੀ ਹੈ। ਮੈਂ ਗੱਲ ਕਰੂੰ ਵੈਸਟ ਦੀ। ਮੋਂਗਾ ਜੀ ਜਿੱਥੇ ਮਰਜ਼ੀ ਟੌਪਿਕ ਤੇ ਜਾਣ, ਸਨੀ ਜੀ ਜਿਹੜੇ ਮਰਜ਼ੀ ਟੌਪਿਕ ਤੇ ਜਾਣ, ਮੈਂ ਗਰਾਊਂਡ ਰਿਐਲਿਟੀ ਦੀ ਗੱਲ ਕਰੂੰਗਾ। ਗਰਾਊਂਡ ਰਿਐਲਿਟੀ ਹਲੇ ਤੱਕ ਸਟੇਡੀਅਮ ਦਾ ਕਨੈਕਸ਼ਨ ਨਹੀਂ ਲਿੱਤਾ ਗਿਆ, ਨਾ ਉਹ ਲੀਜ਼ ਤੇ ਦਿੱਤਾ ਗਿਆ। ਮੋਂਗਾ ਜੀ ਦੇ ਆਪਣੇ ਲੀਡਰ ਹੈ ਗੁਰਦੇਵ ਸਿੰਘ ਦੇਬੀ ਜੀ, ਉਹਨਾਂ ਦਾ ਬਿਆਨ ਤੁਸੀਂ ਅਖਬਾਰ 'ਚ ਪੜ੍ਹ ਲਓ, 10 ਦਿਨ ਪਹਿਲਾਂ ਹੀ ਆਇਆ ਕਿ ਜਿੰਨਾ ਕੰਮ ਹੋ ਰਿਹਾ ਸਾਰਾ ਵੈਸਟ 'ਚ ਹੋ ਰਿਹਾ। ਜਾਂ ਤਾਂ ਇਹਨਾਂ ਦੇ ਲੀਡਰ ਝੂਠ ਬੋਲ ਰਹੇ, ਜਾਂ ਇਹ ਝੂਠ ਬੋਲ ਰਹੇ, ਦੋਨਾਂ 'ਚੋਂ ਕੋਈ ਤਾਂ ਝੂਠ ਬੋਲ ਰਿਹਾ। ਹੁਣ ਮੇਰੀ ਗੱਲ ਸੁਣੋ, ਇਹਨਾਂ ਨੇ ਕੀਤਾ ਸੀ ਜੀ ਕੰਪੈਕਟਰਾਂ ਦੀ ਗੱਲ। ਕੰਪੈਕਟਰ 8 ਸਾਡੇ ਵੈਸਟ 'ਚ ਲੱਗਣੇ ਸੀ, 6 ਉਹਨਾਂ 'ਚੋਂ ਆਲਰੇਡੀ ਆਪਰੇਸ਼ਨਲ ਹੋ ਗਏ। ਸ਼ਾਇਦ ਤਨਵੀਰ ਧਾਲੀਵਾਲ ਜੀ ਨੂੰ ਇਹਦਾ ਗਿਆਨ ਨਹੀਂ ਹੈ, ਮੈਂ ਜਾ ਕੇ ਆਪ ਰਾਊਂਡ ਲਗਵਾ ਦਿੰਦਾ ਤੇ ਉੱਥੇ ਜਾ ਕੇ ਦੇਖ ਲੈਣ ਕਿ ਕਿੱਦਾਂ ਆਪਰੇਸ਼ਨਲ ਹੈ। ਉਸ ਤੋਂ ਬਾਅਦ ਤੁਸੀਂ ਕਿਸੇ ਵੀ ਏਰੀਆ ਦੀ ਗੱਲ ਕਰ ਲਓ, ਤੁਸੀਂ ਰਿਸ਼ੀ ਨਗਰ ਮਾਰਕੀਟ ਦੀ ਕਰ ਲਓ, ਤੁਸੀਂ ਪਹਿਲਾਂ ਵੀ ਉਹਦਾ ਹਾਲ ਦੇਖਿਆ ਸੀ ਇਹਨਾਂ ਦੀ ਸਰਕਾਰ ਵੇਲੇ, ਹੁਣ ਵੀ ਕਿੱਦਾਂ ਉੱਥੇ ਜਾ ਕੇ ਕੰਮ ਚੱਲ ਰਹੇ ਹੈ। ਚਾਹੇ ਤੁਸੀਂ ਰਾਜਗੁਰੂ ਨਗਰ ਦਾ ਦੇਖ ਲਓ, ਚਾਹੇ ਟਾਈਲਾਂ ਦੇ ਕੰਮ ਹੈ, ਚਾਹੇ ਰੋਡ ਦੇ ਕੰਮ ਹੈ। ਟਰਸਟ ਜੋ ਵੈਸਟ 'ਚ
ਆਲਮੋਸਟ 35 ਕਰੋੜ ਦੇ ਕੰਮ ਹੋ ਗਏ। ਉਹ ਇਹਨਾਂ ਨੂੰ ਪੁੱਛੋ ਸਮਾਰਟ ਸਿਟੀ 'ਚ ਹੋਇਆ ਉਹ ਸਮਾਰਟ ਸਿਟੀ 'ਚ ਹੋਇਆ। ਸਟੇਡੀਅਮ ਬਣਾਇਆ ਸੀ, ਕਨੈਕਸ਼ਨ ਨਹੀਂ ਹਾਲ ਤੱਕ ਆਇਆ, ਕਿਸੇ ਨੂੰ ਲੀਜ਼ ਤੇ ਹਾਲ ਤੱਕ ਦਿੱਤਾ ਨਹੀਂ ਗਿਆ, ਕੀ ਕਰ ਸਰ ਰਿਲੀਜ਼ ਤੇ ਬਹੁਤ ਵਾਰ ਟਰਾਈ ਕੀਤੀ ਗਈ, ਹਾਲੇ ਤੱਕ ਕੋਈ ਆਇਆ ਨਹੀਂ। ਜੁਐਲਰ ਐਸੋਸੀਏਸ਼ਨ ਨਾਲ ਗੱਲ ਕੀਤੀ ਗਈ, ਹੌਜ਼ਰੀ ਮਾਰਕੀਟ ਨਾਲ ਗੱਲ ਕੀਤੀ ਗਈ, ਸਪੋਰਟਸ ਵਾਲਿਆਂ ਨਾਲ ਗੱਲ ਕੀਤੀ ਗਈ, ਹਾਲੇ ਤੱਕ ਕਿਸੇ ਨੇ ਉੱਥੇ ਇੰਟਰਸਟ ਨਹੀਂ ਦਿਖਾਇਆ। ਸਾਡੇ ਅਫਸਰ ਸਾਹਿਬਾਨ ਜਿੰਨੇ ਵੀ ਉਹ ਟਰਾਈ ਕਰ ਰਹੇ, ਕਿਤੇ ਨਾ ਕਿਤੇ ਉਹਦਾ ਜਲਦੀ ਹੱਲ ਨਿਕਲ ਜਾਏਗਾ। ਪਰ ਚਲੋ ਉਹ ਅਲੱਗ ਚੀਜ਼ ਹੈ, ਆਪਾਂ ਡਿਵੈਲਪਮੈਂਟ ਦੇ ਮੁੱਦੇ ਤੇ ਕੰਮ ਕਰ ਰਹੇ ਹਾਂ। ਉਹ ਡਿਵੈਲਪਮੈਂਟ ਦਾ ਉਹਦੇ 'ਚ ਹਾਲੇ ਕੋਈ ਆਪਣਾ ਰੋਕ ਟਾਕ ਨਹੀਂ ਆ ਰਹੀ। ਇਹਨਾਂ ਨੇ ਕੀ ਕੀਤਾ ਨਹੀਂ ਕੀਤਾ 2022 ਜਨਤਾ ਜਵਾਬ ਦੇਊਗੀ। ਤੁਸੀਂ 10 ਸਾਲ ਕੀ ਕੀਤਾ? ਤੁਸੀਂ ਹੈਬੋਵਾਲ ਦੀ ਗੱਲ ਕੀਤੀ, ਉਹ ਅੱਜ ਦੀ ਸਮੱਸਿਆ ਨਹੀਂ ਹੈਗੀ, ਪਿਛਲੇ ਲੰਬੇ ਸਮੇਂ ਦੀ ਸਮੱਸਿਆ ਵਾ। ਹੈਬੋਵਾਲ ਦੀ ਵੀ ਕੋਈ ਸਮੱਸਿਆ ਨਹੀਂ ਹੈ, ਜਾ ਕੇ ਦੇਖਣਾ ਸਹੀ ਉੱਥੇ ਕਿੰਨੇ। ਇਹਨੇ ਗੱਲ ਕੀਤੀ ਆ ਗੋਬਰ ਪਲਾਂਟ। ਉਹ ਮੇਰੀ ਗੱਲ ਡੈਰੀ ਦੀ ਗੱਲ ਕੀਤੀ। ਮੇਰੀ ਇੱਕ ਗੱਲ ਸੁਣੋ, ਡੈਰੀ ਕੰਪਲੈਕਸ ਇਹਨਾਂ ਵੇਲੇ ਵੀ ਸ਼ਿਫਟ ਹੋਣ ਦੀ ਗੱਲ ਚੱਲ ਰਹੀ ਸੀਗੀ, ਹੁਣ ਵੀ ਸ਼ਿਫਟ ਹੋਣ ਦੀ ਗੱਲ ਚੱਲ ਰਹੀ ਸੀਗੀ। ਮੇਰੀ ਇਹਨਾਂ ਨੇ ਅਪੋਜ਼ ਕੀਤਾ ਸੀਗਾ, ਪਹਿਲਾਂ ਇਹਨਾਂ ਨੇ ਅਪੋਜ਼ ਕੀਤਾ ਸੀਗਾ ਹਾਊਸ 'ਚ, ਇਹਨਾਂ ਲੋਕਾਂ ਨੇ। ਇਹ ਤਾਂ ਕਦੋਂ ਦਾ ਇਹਦਾ ਉਹ ਨਿਕਲ ਜਾਣਾ ਸੀਗਾ। ਇੱਕ ਜਵਾਬ ਦੇ ਦਿਆਂ ਮੈਂ ਇਹਨਾਂ ਦੀ ਗੱਲ ਦਾ, ਮੈਂ ਜਵਾਬ ਦੇ ਦਿਆਂ। ਕੋਈ ਇੱਕ ਰੋਡ ਜਿਹੜੀ ਇਹ ਕਹਿ ਦੇਣ ਕਿ ਪਿਛਲੇ ਮੇਨ ਰੋਡ, ਚਾਹੇ BRS ਨਗਰ ਰੋਡ ਆ, ਚਾਹੇ ਪੱਖੋਵਾਲ ਰੋਡ ਆ, ਚਾਹੇ ਵੈਸਟ ਦੀਆਂ ਮੈਂ ਗਿਣਾ ਰਿਹਾ, ਚਾਹੇ ਕੋਈ ਵੀ ਰੋਡ ਆ, ਚਾਹੇ ਮਲਹਾਰ ਰੋਡ ਆ, ਚਾਹੇ ਫਿਰੋਜ਼ਪੁਰ ਰੋਡ ਆ, ਚਾਹੇ ਕੋਚਰ ਮਾਰਕੀਟ ਰੋਡ ਆ, ਜੇ ਇਹਨਾਂ ਮੇਨ ਰੋਡਾਂ ਦੇ ਉੱਤੇ 1 ਰੁਪਈਏ ਦਾ ਵੀ ਪੈਚ ਵਰਕ ਹੋਇਆ ਹੋਵੇ, ਜੋ ਕਹੋਗੇ ਤੁਹਾਡਾ ਦੇਣਾ। ਪਹਿਲੀ ਗੱਲ। ਦੂਸਰੀ ਗੱਲ, ਜਿਹੜਾ ਉਹਦਾ ਪ੍ਰੋਜੈਕਟ ਸੀਗਾ ਨਹਿਰੀ ਦਾ, ਉਹਨਾਂ ਡੈਰੀਆਂ ਵਾਲਾ ਪ੍ਰੋਜੈਕਟ ਦਾ ਐਡਾ ਕੁ ਮੰਦਾ ਹਾਲ ਸੀ। ਲੋਕਾਂ ਨੇ ਪਿਛਲੇ ਸਾਲ ਜਦੋਂ ਬਰਸਾਤਾਂ ਹੋਈਆਂ, ਮੇਅਰ ਸਾਹਿਬ ਨੂੰ ਘੇਰ ਕੇ ਉਹਨਾਂ ਨੇ ਵੀਡੀਓ ਵੀ ਵਾਇਰਲ ਹੋਈ, ਉਹਨਾਂ ਨੇ ਰੌਲਾ ਪਾਇਆ, ਇੰਨਾ ਕੁਛ ਕੀਤਾ, ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਈਵਨ ਕਿ ਮਕੈਨੀਕਲ ਸਵੀਪਿੰਗ ਜਿਹੜੀ ਹੁੰਦੀ ਸੀ ਉਹ ਇਹਨਾਂ ਨੇ ਬੰਦ ਕਰਵਾ ਦਿੱਤੀ। ਉਹ ਚੱਲ ਰਹੀ ਹੈ ਜਨਾਬ, 4 ਵਾਰਡਾਂ ਟਰਸਟ ਦੀ, 4 ਵਾਰਡਾਂ 'ਚ ਚੱਲ ਰਹੀ ਹੈ, ਮਕੈਨੀਕਲ ਚੱਲ ਰਹੀ ਹੈ। ਤੁਸੀਂ ਇੰਪਰੂਵਮੈਂਟ ਟਰਸਟ ਨਾਲ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਇਹ ਸਾਰੀ ਮੇਨ ਰੋਡ ਸਾਫ਼ ਹੋ ਰਹੀਆਂ, ਸੀਵਰੇਜ ਸਾਫ਼ ਹੋ ਰਿਹਾ ਪੂਰੀ। ਉਦੋਂ ਹੋ ਚੁੱਕਿਆ। ਦੇਖੋ ਮਕੈਨੀਕਲ ਸਵੀਪਿੰਗ ਅੱਗੇ ਸਾਰੇ ਇਲਾਕੇ, ਖਾਸ ਕਰਕੇ ਵੈਸਟ ਦੇ ਵਿੱਚ ਹੀ ਹੁੰਦਾ ਸੀ, ਹੁੰਦੀ ਸੀ। ਕਿਉਂ ਬੰਦ ਹੋ ਗਈ? ਕਾਹਤੋਂ ਬੰਦ ਹੋ ਗਈ? ਇਸ ਲਈ ਹੋ ਗਈ ਕਿਉਂਕਿ ਪਹਿਲਾਂ ਉਹਦੇ 'ਚ ਕਲੀਅਰ ਠੱਗੀ ਸੀਗੀ। ਤੁਸੀਂ ਹੁਣ ਉਦੋਂ ਦਾ ਰੇਟ ਔਰ ਹੁਣ ਦਾ ਰੇਟ ਉਹਦਾ ਕੰਪੇਅਰ ਕਰ ਲਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਕਾਰਪੋਰੇਸ਼ਨ ਨੂੰ ਕਿੰਨਾ ਐਡਵਰਟਾਈਜ਼ਮੈਂਟ ਦੀ ਪਾਲਿਸੀ ਨਹੀਂ ਬਣੀ। ਰੌਲਾ ਪਾਉਂਦੇ ਸੀ ਹਾਊਸ 'ਚ, ਚੀਕਾਂ ਮਾਰਦੇ ਸੀ, ਇੰਨੇ 100 ਕਰੋੜ ਖਾ ਗਏ, ਆਹ ਕਰ ਗਏ। ਨਾ ਇਹਨਾਂ ਤੋਂ ਪਿਛਲੇ 4 ਸਾਲਾਂ 'ਚ ਕੋਈ ਪਾਲਿਸੀ ਬਣੀ ਆ, ਨਾ ਕੋਈ ਕੰਮ ਹੋਇਆ ਐਡਵਰਟਾਈਜ਼ਮੈਂਟ ਦਾ। ਇੱਕ ਕੰਪਨੀ ਆ ਜਿਹੜੀ ਕਿ ਦਿਹਾੜੀ ਪਾ ਰਹੀ ਆ, ਬਾਕੀ ਸਾਰੇ ਇਹਨਾਂ ਨੇ ਸ਼ਹਿਰ 'ਚੋਂ ਬਾਹਰ ਕੱਢੇ ਹੋਏ ਨੇ। ਇਹ ਟੋਟਲ ਮਾਫੀਆ ਹੈ। ਦੇਖੋ ਐਵੇਂ ਖੜ ਕੇ ਗੱਲਾਂ ਕਰਨੀਆਂ, ਕਿਉਂਕਿ ਡਿਬੇਟਸ ਦੇ ਵਿੱਚ ਕਿਸੇ ਚੀਜ਼ ਦਾ ਹੱਲ ਤਾਂ ਨਿਕਲਦਾ ਨਹੀਂ ਹੁੰਦਾ, ਪਰ ਸਮਝਦਾਰ ਲੋਕ ਨੇ ਜਿਨ੍ਹਾਂ ਨੇ ਇਹਨਾਂ ਗੱਲਾਂ ਨੂੰ ਪੜ੍ਹੇ ਲਿਖੇ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਪਹਿਲਾਂ ਐਡਵਰਟਾਈਜ਼ਮੈਂਟ ਦਾ ਟੈਂਡਰ 1 ਕਰੋੜ 'ਚ ਗਿਆ, 10 ਸਾਲ ਹੀ 1 ਕਰੋੜ ਜਾਂਦਾ ਸੀ, ਐਤਕੀ 28 'ਚ ਜਾਂਦਾ, ਨਹੀਂ ਗਿਆ, ਐਤਕੀ 28 'ਚ ਗਿਆ। ਨਵਜੋਤ ਸਿੱਧੂ ਹੋਰਾਂ ਨੇ ਵੀ ਦਿੱਤਾ। ਨਵਜੋਤ ਸਿੱਧੂ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਖਾਸ ਤੌਰ ਤੇ ਇਸ ਚੀਜ਼ ਦਾ ਜ਼ਿਕਰ ਕੀਤਾ ਸੀ, ਐਡਵਰਟਾਈਜ਼ਮੈਂਟ ਦਾ। ਨਵਜੋਤ ਸਿੱਧੂ ਹੋਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਅਕਾਲੀ ਸਰਕਾਰ ਵੇਲੇ 1 ਕਰੋੜ 'ਚ ਨਹੀਂ ਗਿਆ। ਇਹਨਾਂ ਨੂੰ ਭੁਲੇਖਾ 14 ਕਰੋੜ ਰੁਪਈਏ 'ਚ ਜਾਂਦਾ ਸੀ, ਹੁਣ ਐਤਕੀ ਘਾਟੇ ਜਾ ਰਿਹਾ। ਕਿਸ਼ਤ ਨਹੀਂ ਆਈ। ਤੁਸੀਂ ਦੇਣ ਨੂੰ ਭਾਵੇਂ 28 'ਚ ਭਾਵੇਂ 128 'ਚ ਦੇ ਦਿਓ, ਪਰ ਪੈਸੇ ਨਹੀਂ ਆਏ, ਜਮਾ ਹੀ ਨਹੀਂ ਹੋਏ। 14 ਕਰੋੜ 10 ਸਨੀ ਜੀ, ਮੈਂ ਤੁਹਾਡੀ ਗੱਲ 'ਚ ਨਹੀਂ ਬੋਲਦਾ। ਸਨੀ ਵੀਰ, ਮੈਂ ਤੇਰੀ ਗੱਲ 'ਚ ਨਹੀਂ ਬੋਲਦਾ। ਮੈਂ ਜਵਾਬ ਇਹ ਦਿੰਦਾ ਕਿ ਉਹ ਜਿਹੜਾ ਰੁਪਈਆ ਨਾ, ਮੇਰੀ ਗੱਲ ਸੁਣੋ, ਭਾਵੇਂ ਇਹਨਾਂ ਨੇ 14 ਵਾਲਾ 28 'ਚ ਕਰਤਾ, 28 ਕਰੋੜ 'ਚ ਕਰਤਾ, ਉਹਦੀ ਕਿਸ਼ਤ ਨਹੀਂ ਆਈ, ਭਾਵੇਂ 128 'ਚ ਕਰ ਦੋ, ਉਹ ਤਾਂ ਕੰਪਨੀ ਬਲੈਕ ਲਿਸਟ ਹੋਣ ਦੇ ਕੰਢੇ ਆ। ਮਾਫੀਆ ਰਾਜ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਮਾਫੀਆ ਹਾਵੀ ਹੁੰਦਾ ਵਾ, ਕਿਹੜੀ ਵੀ ਸਰਕਾਰ ਮਾਫੀਆ ਹਾਵੀ ਹੁੰਦਾ ਵਾ। ਇੱਕ ਮਿੰਟ ਸਵਾਲ ਪੂਰਾ ਹੁੰਦੋ, ਜਦੋਂ ਅਕਾਲੀ ਭਾਜਪਾ ਸਰਕਾਰ ਸੀ, ਤੁਹਾਡੇ ਇੱਕ ਵੱਡੇ ਮੰਤਰੀ ਦੇ ਸਪੁੱਤਰ ਉੱਤੇ ਦੋਸ਼ ਲਾ ਰਹੇ ਸੀ, ਸਾਰਾ ਸੈਕਟਰ ਉਹਨਾਂ ਨੇ ਅੰਡਰ ਕੀਤਾ ਹੋਇਆ। ਦੇਖੋ ਦੋਸ਼ਾਂ ਦੀ ਗੱਲ ਤਾਂ ਮੰਤਰੀ ਸਾਹਿਬ ਭਾਰਤ ਭੂਸ਼ਣ ਆਸ਼ੂ ਹੋਣਾ ਤੇ ਵੀ, ਅਨਾਜ ਦਾ, ਮੰਡੀਆਂ ਦਾ, ਰਾਸ਼ਨ ਦਾ ਜਿਹੜੀ ਡਿਸਟ੍ਰੀਬਿਊਟ ਕੀਤਾ ਰਾਸ਼ਨ, ਉਹਦਾ ਵੀ ਇਲਜ਼ਾਮ ਤਾਂ ਬਹੁਤ ਲੱਗਦੇ ਨੇ। ਇਲਜ਼ਾਮ ਤਰਾਸ਼ੀਆਂ ਹੁੰਦੀਆਂ ਰਹਿੰਦੀਆਂ। ਗੱਲ ਕਰਦੇ ਮਾਫੀਆ ਦੀ ਗੱਲ ਜੀ, ਉਹ ਇਲਜ਼ਾਮ ਉਦੋਂ ਹੀ ਲੱਗਦੇ ਜਦੋਂ ਕੋਈ ਬੰਦਾ ਗਲਤ ਕੰਮ ਕਰਦਾ। ਇਹ ਇਲਜ਼ਾਮ ਲੱਗਦੇ ਨੇ। ਦੇਖੋ ਮਾਫੀਆ ਦਾ ਲੱਗਦਾ ਰਿਹਾ ਸਾਰਾ ਨੇ ਇਲਜ਼ਾਮ ਲੱਗਦੇ ਆ ਪਬਲਿਕ ਨੂੰ, ਉਹ ਜਵਾਬ ਵੀ ਪਬਲਿਕ 'ਚ ਆ ਕੇ ਹੀ ਦੇਣਾ ਪੈਂਦਾ, ਉਹਨਾਂ ਨੇ ਦੇਣਾ ਹੀ ਹੁੰਦਾ। ਦੇਖੋ ਇਹੋ ਜਿਹੇ ਜਿਹੜੇ ਇਲਜ਼ਾਮ ਨੇ ਉਹ ਕਿਸੇ ਦੇ ਵੀ ਲੱਗ ਸਕਦੇ ਆ। ਇਸ ਕਰਕੇ ਕੀ ਕਹਿੰਦੇ ਤੁਸੀਂ ਸਾਰੇ ਮਾਮਲੇ ਤੇ? ਅਕਾਲੀ ਦਲ ਆਪਣੀ ਗੱਲ ਕਰ ਰਿਹਾ, ਕਾਂਗਰਸ ਪਾਰਟੀ ਆਪਣੀ ਗੱਲ ਕਰ ਰਹੀ ਹੈ, ਇਹਨਾਂ ਤੋਂ ਵੀ ਜਵਾਬ ਲਓ। ਗੱਲ ਡਿਵੈਲਪਮੈਂਟ ਤੇ ਮੁੱਦਾ ਜਿਹੜਾ ਡਿਵੈਲਪਮੈਂਟ ਤੇ ਇਹ ਦੱਸਣ ਕਿ ਸਭ ਤੋਂ ਪਹਿਲੇ ਤਾਂ ਭੱਲਾ ਸਾਹਿਬ ਕਹਿ ਰਹੇ ਸੀ ਕਿ ਹੈਬੋਵਾਲ ਦੇ ਵਿੱਚ ਸੜਕਾਂ ਦੱਸੋ ਜੀ ਕਿੱਥੇ ਟੁੱਟੀਆਂ। ਇੱਕ ਇੰਨੇ ਟੋਏ ਨੇ, ਕਿਹੜੀ ਜਗ੍ਹਾ ਨੇ ਸਮਝਾ ਦਿਓ ਮਾੜਾ ਏਰੀਆ ਦੱਸ ਦਿਓ। ਜਿੱਥੇ ਮਰਜ਼ੀ ਚੱਲਾ, ਪੂਰੀਆਂ ਮੇਨ ਰੋਡ। ਮੈਂ ਤਾਂ ਮੇਅਰ ਸਾਹਿਬ ਦੇ ਏਰੀਆ ਨੂੰ ਵੀ ਕਹਿ ਰਿਹਾ, ਮੇਅਰ ਸਾਹਿਬ ਦੀ ਆਪ ਦੀ ਗਲੀਆਂ ਦੇ ਵਿੱਚ ਜਿਹੜੇ ਨੇ ਟੋਏ ਨੇ, ਉੱਥੋਂ ਲੰਘ ਕੇ ਤੁਸੀਂ ਦੇਖ ਲਓ, ਉੱਥੇ ਲੋਕਾਂ ਕਿੰਨੇ ਐਕਸੀਡੈਂਟ ਹੁੰਦੇ ਨੇ। ਦੂਸਰੀ ਗੱਲ,
ਸੀਵਰੇਜ ਦੀ ਗੱਲ ਹੈ, ਇਹਨਾਂ ਕੋਲੋਂ ਇਹ ਬੇਸਿਕ ਚੀਜ਼ਾਂ ਨੇ ਜਿਹੜੀਆਂ ਕਿ ਪਬਲਿਕ ਨੂੰ ਔਰ ਲੇਕਿਨ ਬੇਸਿਕ ਚੀਜ਼ਾਂ ਹੀ ਇਹਨਾਂ ਕੋਲੋਂ ਨਹੀਂ। ਉੱਥੇ ਸੀਵਰੇਜ ਅੱਜ ਜਰਾ ਜਿਹਾ ਥੋੜਾ ਜਿਹਾ ਪਾਣੀ ਆ ਜਾਏ, ਬਾਰਿਸ਼ ਜਰਾ ਜੀ ਹੋ ਜਾਏ, ਉਹ ਤਾਂ ਗਲੀਆਂ ਗਲੀਆਂ ਗੋਡੇ ਗੋਡੇ ਪਾਣੀ ਹੁੰਦਾ, 4-4 ਫੁੱਟ 3-3 ਫੁੱਟ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਹੁੰਦਾ। ਉਹ ਚੀਜ਼ਾਂ ਇਹਨਾਂ ਕੋਲੋਂ ਹੋ ਹੀ ਨਹੀਂ ਸਕੀ। ਡਿਵੈਲਪਮੈਂਟ ਕਿੱਥੇ ਹੋ ਰਿਹਾ? ਮੈਨੂੰ ਤਾਂ ਕਾਗਜ਼ਾਂ ਵਿੱਚ ਕਿਹੜੀ ਡਿਵੈਲਪਮੈਂਟ ਹੈ ਕਰੀ ਜਾਂਦੇ। ਜਵਾਬ ਆ ਚਲੋ ਪਹਿਲਾਂ ਮੈਨੂੰ ਇਹ ਦੱਸੋ ਹਲਕਾ ਇੰਚਾਰਜ ਕੀ ਹੁੰਦਾ ਵਾ? ਦੇਖੋ ਹਲਕਾ ਇੰਚਾਰਜ ਇਸ ਤਰ੍ਹਾਂ ਹੈਗਾ ਕਿ ਜਿਹੜਾ ਬੰਦਾ ਉਸ ਵੇਲੇ ਇਲੈਕਸ਼ਨ ਲੜਿਆ ਹੁੰਦਾ ਤੇ ਉਹਨੂੰ ਜੇ ਹਾਰ ਵੀ ਜਾਵੇ ਉਹਨੂੰ ਹਲਕਾ ਇੰਚਾਰਜ ਲਾ ਦਿੰਦੇ। ਇੱਕ ਮਿੰਟ ਸਵਾਲ ਪੂਰਾ ਹੁੰਦਾ ਮੋਂਗਾ ਜੀ, ਸਵਾਲ ਪੂਰਾ ਹੁੰਦਾ ਉਹਨਾਂ ਤੋਂ ਜਵਾਬ ਲਵਾਂਗੇ। ਪਹਿਲਾਂ ਸਵਾਲ ਪੂਰਾ ਹੁੰਦਾ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਵਾ ਵੀ ਹਲਕਾ ਇੰਚਾਰਜ ਜਾ ਕੇ ਉਦਘਾਟਨ ਕਰੂਗਾ ਤੇ ਮੌਜੂਦਾ ਐਮਐਲਏ ਨਹੀਂ ਕਰੂਗਾ? ਨਹੀਂ ਤੇ ਕਿਹੜੇ ਸੰਵਿਧਾਨ 'ਚ ਲਿਖਿਆ ਕਿ ਹਲਕਾ ਇੰਚਾਰਜ ਕਾਂਗਰਸ ਪਾਰਟੀ ਵੇਲੇ ਉਹ ਕਰੂਗਾ? ਤੁਸੀਂ ਆਪਣੇ ਜਵਾਬ ਤਾਂ ਦਿਓ। ਇਹ ਕਲਚਰ ਤੁਸੀਂ ਸਟਾਰਟ ਕੀਤਾ, ਇਹਨਾਂ ਨੇ ਸਟਾਰਟ ਕੀਤਾ। ਉਹਨਾਂ ਕੋਲ ਪਾਵਰ ਹੁੰਦੀ ਉਹ ਕਰਦੇ ਨੂੰ ਕਿਹੜੀ ਪਾਵਰ? ਮੈਨੂੰ ਕਿਹੜੀ ਪਾਵਰ ਹੁੰਦੀ ਆ? ਕਿਹੜੇ ਸੰਵਿਧਾਨ 'ਚ ਲਿਖੀ ਆ? ਕਾਂਗਰਸ ਨੇ ਉਦਘਾਟਨ ਤੇ ਮੈਂ ਜਵਾਬ ਦੇ ਰਿਹਾ ਹੁੰਦਾ ਬਸ। ਕਿਹੜੇ ਸੰਵਿਧਾਨ ਤੁਸੀਂ ਮੈਂ ਡਿਵੈਲਪਮੈਂਟ ਦੇ ਉੱਤੇ ਆ ਰਿਹਾ ਨਾ। ਤੁਸੀਂ ਜਵਾਬ ਦਿਓ। ਤੁਸੀਂ ਕਲਚਰ ਸ਼ੁਰੂ ਕੀਤਾ, ਮੈਂ ਜਵਾਬ ਦੇ ਇਹਨਾਂ ਨੇ ਕਲਚਰ ਸ਼ੁਰੂ ਕੀਤਾ। ਕੀ ਕਰਾ ਰਹੇ ਇਹਨਾਂ ਨੇ 5 ਪੀਰ ਰੋਡ, ਇੱਕ ਮਿੰਟ ਪਹਿਲਾਂ ਮਹਾਰਾਜ ਸਾਨੂੰ ਵੀ ਬੋਲਣ ਦਿਓ। 5 ਪੀਰ ਰੋਡ ਦੇ ਉੱਤੇ 5 ਪੀਰ ਰੋਡ ਤੇ ਇੱਕ ਮਿੰਟ 5 ਉਹ ਜਨਾਬ ਇੱਕ ਮਿੰਟ ਤੁਸੀਂ ਜਿਹੜੇ ਸੱਚੇ ਹੋ ਤੁਹਾਡਾ ਸੱਚ ਕੱਢ ਦਿੰਦੇ ਸਾਰਾ ਸੱਚ ਕੱਢ ਦਿੰਦੇ। ਇੱਕ ਮਿੰਟ 5 ਪੀਰ ਰੋਡ ਦੇ ਉੱਤੇ ਅਜੇ ਤੱਕ ਇਹਨਾਂ ਨੇ ਪਾਣੀ ਦੇ ਡਿਸਪੋਜ਼ਲ ਦਾ ਸਿਸਟਮ ਨਹੀਂ ਕ੍ਰੀਏਟ ਹੋਇਆ ਨਾ ਕੋਲੋਂ। ਬਲਕਾਰ ਸਿੰਘ ਸੰਧੂ ਇੱਕ ਮਿੰਟ ਡੇਅਰੀ ਕੰਪਲੈਕਸ ਭਾਈ ਸਾਹਿਬ ਸਾਨੂੰ ਸਭ ਪਤਾ ਹੈ ਅਸੀਂ ਵੀ ਘੁੰਮਦੇ ਆ ਡੇਅਰੀ ਕੰਪਲੈਕਸ ਦੇ ਵਿੱਚ ਜੋ ਇਹਨਾਂ ਨੇ ਹਾਲ ਕੀਤਾ ਕੋਈ ਡਿਵੈਲਪਮੈਂਟ ਨਜ਼ਰ ਆਉਂਦੀ ਹੈ? ਫਿਰ ਆਪਾਂ 6.5 ਇੱਕ ਮਿੰਟ ਤੁਸੀਂ ਕੀ ਕੀਤਾ? 650 ਕਰੋੜ ਰੁਪਈਆ ਜੁਮਲਾ ਜਿਹੜਾ ਇੱਧਰ ਡੇਅਰੀ ਕੰਪਲੈਕਸ ਤੇ ਇਹਨਾਂ ਕੋਲ ਸ਼ਿਫਟ ਨਹੀਂ ਹੋਇਆ। ਸਾਰਾ ਗੋਬਰ ਚੱਕ ਕੇ ਉਹਦੇ ਬੁੱਢੇ ਨਾਲ 10 ਸਾਲ ਤੁਸੀਂ ਸ਼ਿਫਟ ਕੀਤਾ ਤੁਹਾਡਾ ਹਲਕਾ ਇੰਚਾਰਜ ਸੀਗਾ। ਨਹੀਂ ਉਹਦੇ ਉੱਤੇ ਵਰਕਿੰਗ ਹੋਈ ਸੀਗੀ। ਇਹ ਤੇ 650 ਕਰੋੜ ਰੁਪਏ ਕਹਿੰਦੇ ਨੇ ਕਿ ਕੈਪਟਨ ਸਾਹਿਬ ਤੋਂ ਅਸੀਂ ਲੈ ਕੇ ਆ ਗਏ 3 ਸਾਲ ਹੋ ਗਏ। ਉਹ ਤੇ ਜੁਮਲੇ ਦਾ ਜੁਮਲਾ ਹੀ ਨਜ਼ਰ ਆਇਆ, ਉਹ ਤੇ ਕੰਮ ਤੇ ਕੋਈ ਨਜ਼ਰ ਨਹੀਂ ਆਉਂਦਾ। ਉਦਘਾਟਨ ਦੇ ਉੱਤੇ ਉਦਘਾਟਨ ਇਹੀ ਆਉਂਦਾ। ਫਿਰ ਇਹ ਕਹਿੰਦੇ ਨੇ ਹਾਈ ਕੋਰਟ ਦਾ ਆਰਡਰ ਹਾਈ ਕੋਰਟ ਭਾਈ ਸਾਹਿਬ ਇੱਕ ਮਿੰਟ ਹਾਈ ਕੋਰਟ ਦਾ ਜਿਹੜਾ ਨਾ ਡੌਗ ਸ਼ੈਲਟਰ ਦੇ ਉੱਤੇ 2 ਮਾਰਚ 2020 ਦਾ ਆਰਡਰ ਆਇਆ। ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਇਹ ਬਾਕੀ ਕੰਮ ਹੋ ਸਕਦੇ ਨੇ। ਕੰਮ ਸਟਾਰਟ ਹੋ ਗਿਆ ਔਰ ਰੁਕ ਰਹੀ ਇੱਕ ਮਿੰਟ ਇਹ ਬਾਕੀ ਕੰਮ ਹੋ ਸਕਦੇ ਨੇ। ਕਹਿੰਦਾ ਸਟੈਰਲਾਈਜੇਸ਼ਨ ਦੀ ਸਪੀਡ ਡਬਲ ਕਰ ਲਈ। ਭਾਈ ਸਾਹਿਬ ਹਾਈ ਕੋਰਟ ਨੇ ਤੁਹਾਨੂੰ ਸਟੈਰਲਾਈਜੇਸ਼ਨ ਦੀ ਨਹੀਂ ਗੱਲ ਕੀਤੀ, ਉਹਨਾਂ ਦਾ ਪੱਕਾ ਘਰ ਕਰਨ ਦੀ। ਇਹਨਾਂ ਨੇ ਜਿਹੜਾ ਡਰਾਮਾ ਖੇਡਿਆ ਸੀ ਅਕਾਲੀ ਪਿਛਲੀ ਆਪਣੀ ਕਾਂਗਰਸ ਸਰਕਾਰ ਵੇਲੇ ਰਵਨੀਤ ਸਿੰਘ ਬਿੱਟੂ ਭਾਰਤ ਭੂਸ਼ਣ ਆਸ਼ੂ ਇਹ ਸਨੀ ਭੱਲਾ ਜੀ ਵੀ ਸਨ, ਬਲਕਾਰ ਸਿੰਘ ਸੰਧੂ ਇਹਨਾਂ ਸਾਰੇ ਕਾਂਗਰਸੀ ਇਹਨਾਂ ਨੇ ਆ ਕੇ ਘੇਰਿਆ ਸੀ ਕਮਿਸ਼ਨਰ ਦੇ ਦਫ਼ਤਰ ਤੇ ਵਿੱਚ ਵੜ ਗਏ ਔਰ ਉੱਥੇ ਉਹਨਾਂ ਦੇ ਟੇਬਲ ਦੇ ਉੱਤੇ ਕੁੱਤਾ ਰੱਖਤਾ। ਕਹਿੰਦੇ ਜੇ ਆਵਾਰਾ ਕੁੱਤਿਆਂ ਦੇ ਆਤੰਕ ਦਾ ਮਸਲਾ ਪੱਕਾ ਨਹੀਂ ਹੱਲ ਕਰੋਗੇ ਅਸੀਂ ਸਾਰੇ ਕੁੱਤੇ ਲੈ ਕੇ ਅੰਦਰ ਵਾੜ ਦਿਆਂਗੇ। ਅੱਜ ਇਹਨਾਂ ਦੀ ਸਰਕਾਰ ਹੋ ਗਈ, ਕੁੱਤੇ ਨੂੰ ਸੜਕਾਂ ਦੇ ਉੱਤੇ ਛੱਡ ਦਿੱਤਾ। ਉਹਦਾ ਪੱਕਾ ਘਰ ਕਿੱਥੇ ਹੈ? ਨਹੀਂ ਦੱਸੋ ਇਹਦਾ ਜਵਾਬ ਦੇਣ। ਕੋਈ ਜਵਾਬ ਲਊਂਗਾ। ਪੋਲੀਟੀਕਲ ਇਸ਼ੂ ਬਣਾਉਣਾ ਹੁੰਦਾ ਇਹਨਾਂ ਨੇ। ਪੋਲੀਟੀਕਲ ਇਸ਼ੂ ਮੋਂਗਾ ਮੈਂ ਜਵਾਬ ਲਊਂਗਾ। ਇੱਕ ਸਵਾਲ ਅੱਜ ਸਰਕਾਰ ਇਹਨਾਂ ਦੀ ਆ ਗਈ ਲੇਕਿਨ ਇਹਨਾਂ ਨੇ ਕੰਮ ਉਹਦੇ ਉੱਤੇ ਨਹੀਂ ਸ਼ੁਰੂ ਕੀਤਾ। ਮੋਂਗਾ ਜੀ ਸਵਾਲ ਲੈ ਲਵਾਂ ਉਹਨਾਂ ਨੇ ਸਰਕਾਰ ਉਹਨੂੰ ਜਵਾਬ ਲਊਂਗਾ। ਤੁਸੀਂ 10 ਸਾਲ ਕੁੱਤੇ ਦਾ ਹੱਲ ਕਿਉਂ ਨਹੀਂ ਕੀਤਾ? ਉਹਨੂੰ ਜਵਾਬ ਲਊਂਗਾ। ਕੁੱਤੇ ਦਾ ਹੱਲ ਤੁਸੀਂ ਕਿਉਂ ਨਹੀਂ ਕੀਤਾ? ਜਦੋਂ ਰਵਨੀਤ ਬਿੱਟੂ ਨੂੰ ਲੈ ਕੇ ਕੁੱਤੇ ਗਏ ਸੀ ਤੁਸੀਂ ਹੱਲ ਹੋਇਆ ਸੀ ਨਾ ਤੇ ਡੌਗ ਸ਼ੈਲਟਰ ਇੱਕ ਮਿੰਟ ਸਾਡੀ ਭਾਈਵਾਲੀ ਸੀ। ਉਹਨੇ ਕੋਈ ਗੱਲ ਨਹੀਂ ਮੈਂ ਵੀ ਦੇਣਾ ਜਵਾਬ ਇਸ ਤਰ੍ਹਾਂ ਦੇਖੋ ਡੌਗ ਸ਼ੈਲਟਰ ਦਾ ਮਸਲਾ ਇਹਨਾਂ ਨੇ ਉਦੋਂ ਉਠਾਇਆ ਜਾਂ ਆਵਾਰਾ ਕੁੱਤਿਆਂ ਦੇ ਆਤੰਕ ਦਾ ਮਸਲਾ ਉਠਾਇਆ, ਠੀਕ ਹੈ। ਉਦੋਂ ਮੰਨਿਆ ਕਿ ਉਦੋਂ ਇਹ ਚੀਜ਼ ਰਿਜ਼ੋਲਵ ਨਹੀਂ ਹੋਈ ਸੀ ਲੇਕਿਨ ਇਹਨਾਂ ਨੇ ਇਸ਼ੂ ਬਣਾਇਆ ਸੀ ਨਾ ਕਿ ਦੇਖੋ ਸਾਡੀ ਸਰਕਾਰ ਹੋ ਗਈ। ਨਹੀਂ ਮੈਂ ਇੱਕ ਮਿੰਟ ਮੈਨੂੰ ਆਪਣੇ ਵੇਲੇ ਸਟਾਰਟ ਹੋਈ ਸੀ। ਇੱਕ ਮਿੰਟ ਮੇਰੀ ਗੱਲ ਤਾਂ ਸੁਣੋ। ਸਟੈਰਲਾਈਜੇਸ਼ਨ ਦੀ ਨਹੀਂ ਗੱਲ ਕਰ ਰਿਹਾ ਮੈਂ, ਡੌਗ ਸ਼ੈਲਟਰ ਦੀ ਗੱਲ ਕਰ ਰਿਹਾ। ਤੇ ਇਹ ਡਰਾਮਾ ਉਦੋਂ ਕਰਦੇ ਸੀਗੇ ਕਿ ਕਹਿੰਦੇ ਸੀ ਕਿ ਇਹ ਦੇਖੋ ਸਰਕਾਰ ਕਰਦੀ ਨਹੀਂ ਕੁਝ ਨਹੀਂ, ਆਵਾਰਾ ਕੁੱਤੇ ਲਿਆ ਕੇ ਅਸੀਂ ਅੰਦਰ ਪਾ ਦਾਂਗੇ। ਘੁੰਮਣ ਸਾਹਿਬ ਇੱਥੇ ਜੁਆਇੰਟ ਕਮਿਸ਼ਨਰ ਸੀਗੇ, ਉਹਨਾਂ ਦੇ ਟੇਬਲ ਤੇ ਫੋਟੋ ਓਪਨ ਹੈ। ਉਹ ਆਵਾਰਾ ਕੁੱਤਾ ਪੁੱਛਦਾ ਭਾਈ ਸਾਡਾ ਕਿੱਥੇ ਹੈ ਡੌਗ ਸ਼ੈਲਟਰ ਨਜ਼ਰ ਨਹੀਂ ਆਇਆ। ਹਾਈ ਕੋਰਟ ਦਾ ਆਰਡਰ ਆ ਗਿਆ, ਇਹਨਾਂ ਨੂੰ ਅਜੇ ਵੀ ਨਜ਼ਰ ਨਹੀਂ। ਇੱਕ ਮਿੰਟ ਮੇਰੀ ਗੱਲ ਕੰਪਲੀਟ ਕਰ ਲੈਣ ਦਿਓ। ਇਧਰ ਸਮਾਰਟ ਸਿਟੀ ਦੇ ਪ੍ਰੋਜੈਕਟ ਕਹਿੰਦੇ ਨੇ 2-3 ਮਹੀਨੇ 4 ਮਹੀਨੇ ਚੱਲੀ ਗਏ, ਉਦੋਂ ਵੀ ਕੰਮ ਹੁੰਦਾ ਰਿਹਾ ਸਮਾਰਟ ਸਿਟੀ ਪ੍ਰੋਜੈਕਟ ਦਾ। ਉਹ ਕੰਮ ਹੋ ਸਕਦਾ ਉਹ ਇੱਕ ਮਿੰਟ ਉਹ ਭਾਈ ਸਾਹਿਬ ਇੱਕ ਮਿੰਟ LED ਦੀ ਲਾਈਟਾਂ ਦੀ ਫਾਈਲ 12 ਸਾਲ ਰੁਲਦੀ ਰਹੀ। ਉਹ ਕਿਹਨੇ ਸ਼ੁਰੂ ਕਰਾਇਆ ਆ ਕੇ ਜੀ? ਮੰਨਿਆ ਸਮਾਰਟ ਸਿਟੀ ਸੀ, ਕਿਹਨੇ ਸ਼ੁਰੂ ਕਰਾਇਆ? ਇਹ ਪੁੱਲਾਂ ਦੀ ਫਾਈਲਾਂ ਅਗਰ ਇਹ ਕਹਿੰਦੇ ਅਸੀਂ ਪਾਸ ਕਰਾਈਆਂ, ਫੰਡ ਤਾਂ ਉਦੋਂ ਵੀ ਆ ਰਹੇ ਸੀ। ਸਰਕਾਰ ਤਾਂ ਮੋਦੀ ਸਰਕਾਰ ਸੀਗੀ, ਥੱਲੇ ਵੀ ਭਾਜਪਾ ਦੀ ਸਰਕਾਰ ਸੀਗੀ, ਥੱਲੇ ਵੀ ਇੱਕ ਮਿੰਟ ਬਾਜੀ ਮੋਂਗਾ ਸਾਹਿਬ ਆਪਾਂ ਡਿਬੇਟ ਦੀ ਇੱਕ ਜਵਾਬ ਨਾਲ ਡੌਗ ਸ਼ੈਲਟਰ ਦਾ ਵੀ ਉੱਥੇ ਕੰਮ ਸ਼ੁਰੂ ਹੋਣ ਲੱਗਾ। ਉੱਥੇ ਟੈਂਡਰ ਹੋ ਗਿਆ। ਜਾ ਕੇ ਉਹ ਮੋਂਗਾ ਜੀ ਜਾ ਕੇ ਦੇਖੋ ਪਹਿਲਾਂ। ਮੋਂਗਾ ਜੀ ਜਾ ਕੇ ਦੇਖੋ, ਤੁਹਾਨੂੰ ਅਸੀਂ ਰੋਕਿਆ ਨਾ, ਤੁਸੀਂ ਸਮਾਰਟ ਸਿਟੀ ਦੀ ਗੱਲ ਕਰਦੇ ਆ, ਸਮਾਰਟ ਸਿਟੀ ਦੇ ਪ੍ਰੋਜੈਕਟ ਦੀ ਗੱਲ ਕਰਦੇ ਆ, ਚਾਹੇ LED ਦਾ ਚਾਹੇ ਦੂਸਰਾ। ਮੈਂ ਇੱਕ ਮੋਂਗਾ ਜੀ ਡਿਬੇਟ ਤੇ ਰਹਿਣ ਦੋ, ਵਿੱਚ ਨਾ ਬੋਲੋ ਕਿਸੇ ਦੀ। ਇਹਨਾਂ ਦਾ ਜਵਾਬ ਨਾ ਵਿੱਚ ਨਾ ਬੋਲੋ। ਨਾ ਇਹਨਾਂ ਦੀ ਗੱਲ ਸਮਝ ਲੱਗਦੀ ਆ, ਨਾ ਇਹਨਾਂ ਦੀ ਨਾ ਤੁਹਾਡੀ ਗੱਲ ਸਮਝ ਲੱਗਦੀ ਆ। ਗੱਲ ਸਮਝ ਲੈ ਮੈਨੂੰ ਵੀ ਕਰਨੀ ਪਵੇ ਕੌਣ ਕੀ ਕਹਿ ਰਿਹਾ। ਵਾਰੀ ਗੱਲ ਇਹ ਆ ਸਮਾਰਟ ਸਿਟੀ ਦਾ ਜਦੋਂ ਮਤਾ ਆਇਆ ਸੀ ਨਾ ਵੀ ਸਮਾਰਟ ਸਿਟੀ ਆ ਜਿਹੜੀ ਉਹ ਇੰਨੇ 100 ਕਰੋੜ ਰੁਪਈਆ ਲੁਧਿਆਣੇ ਸ਼ਹਿਰ ਨੂੰ ਦਿੱਤਾ ਜਾਊਗਾ।
ਇਹਨਾਂ ਨੇ ਹਾਊਸ ਦੀ ਮੀਟਿੰਗ ਨਹੀਂ ਸੀ ਰੱਖਣ ਦਿੱਤੀ, ਚੱਲਦੇ ਹਾਊਸ ਚੋਂ ਵਾਕਆਊਟ ਕਰ ਗਏ ਸੀ। ਅੱਜ ਸਨੀ ਪੱਲਾ ਜੀ ਕਹਿ ਰਿਹਾ ਕਿ ਅਸੀਂ ਆ ਕੇ LED ਲਾਈਟਾਂ ਦਾ ਕੰਮ ਸਟਾਰਟ ਕੀਤਾ। ਅਸੀਂ ਅੱਜ ਆ ਪੁਲ ਬਣਾ ਰਹੇ ਹਾਂ, ਅਸੀਂ ਪੱਖਵਾ ਰੋਡ ਵਾਲਾ ਪੁਲ ਬਣਾ ਰਹੇ ਹਾਂ। ਸਮਾਰਟ ਸਿਟੀ ਦਾ ਪੈਸਾ, ਸੈਂਟਰ ਗਵਰਨਮੈਂਟ ਦਾ ਪੈਸਾ, ਸ਼ਹਿਰ ਵਾਸੀਆਂ ਨੇ ਵੋਟਾਂ ਪਾਈਆਂ। ਕਹਿੰਦੇ ਪੰਜਾਬ ਸਰਕਾਰ ਦੇ ਦੀ ਹੈ। ਨਹੀਂ ਸਨੀ ਜੀ, ਸਨੀ ਵੀਰੇ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣ ਲਓ। ਹਲੇ ਤੱਕ ਨਗਰ ਨਿਗਮ ਦੇ ਮੋਦੀ ਸਰਕਾਰ ਤੋਂ GST ਦਾ ਕਿਉਂ ਨਹੀਂ ਸ਼ੇਅਰ ਲੈ ਕੇ ਦਿੱਤਾ ਜੀ? ਅਗਰ ਬੀਜੇਪੀ ਨੇ ਰੌਲਾ ਮੈਂ ਗੱਲ ਕਰੂੰਗਾ, ਉਹ ਇੱਕ ਮਿੰਟ, ਮੈਂ ਇੱਕ ਤਰਕ ਨਾਲ ਗੱਲ ਕਰੂੰਗਾ। ਨਗਰ ਨਿਗਮ ਦੇ ਮੋਂਗਾ ਜੀ ਮੈਨੂੰ ਪਲੀਜ਼ ਮੋਂਗਾ ਜੀ ਜਾ ਕੇ ਮੋਦੀ ਨੂੰ ਜਿਹੜਾ GST ਦਾ ਪੈਸਾ ਖਾ ਗਿਆ ਪੰਜਾਬ ਦਾ, ਜਿਹੜਾ ਪੰਜਾਬ ਦਾ GST ਦਾ। ਚਲੋ ਇੱਕ ਮਿੰਟ ਸਨੀ ਜੀ, ਇੱਕ ਗੱਲ ਦੱਸੋ, ਤੁਸੀਂ ਹਾਊਸ ਦੇ ਵਿੱਚ ਰਹੇ ਹੋ, ਤੁਸੀਂ ਹਾਊਸ 'ਚ ਰਹੇ ਹੋ, ਇਹ ਸਰਕਾਰ ਦੇ ਇਸ ਨਗਰ ਨਿਗਮ ਦੇ ਹਾਊਸ 'ਚ 150 200 ਕਰੋੜ ਰੁਪਈਆ ਸਮਾਰਟ ਸਿਟੀ ਪ੍ਰੋਜੈਕਟ ਦੇ ਮੈਚਿੰਗ ਗ੍ਰਾਂਟ ਦੀ ਮਦ ਆਈ ਹੈ? ਨਹੀਂ ਆਈ। ਇਹ ਤੁਸੀਂ ਭਰਾ ਮੰਨੋ, ਮੈਂ ਨਹੀਂ ਕਹਿੰਦਾ ਕਿ ਤੁਸੀਂ ਨਹੀਂ ਦੋਗੇ, ਦੇਣਗੇ। ਮੈਂ ਤੁਹਾਨੂੰ ਫੇਰ ਦੁਬਾਰਾ ਗੱਲ ਰਿਪੀਟ ਕਰ ਰਿਹਾ, ਦੇਣਗੇ, ਪਰ ਹਲੇ ਉਹ ਨਹੀਂ ਸਨੀ ਜੀ ਦੇਣਗੇ। ਅਗਰ ਸੈਂਟਰਲ ਗਵਰਨਮੈਂਟ ਦਾ ਪੈਸਾ ਅਕਾਲੀ ਭਾਜਪਾ ਸਰਕਾਰ ਨੇ ਮਿਸਯੂਜ਼ ਕੀਤਾ, ਕਾਂਗਰਸ ਦਾ ਤਾਂ ਕਸੂਰ ਨਹੀਂ ਨਾ ਹੈਗੀ ਹੈ। ਉਹਨਾਂ ਦੇ ਵੇਲੇ ਵਾਪਸ ਹੀ ਚਲਾ ਗਿਆ, ਉਹਨਾਂ ਵੇਲੇ ਪੈਸਾ ਹੀ ਵਾਪਸ ਚਲਾ ਗਿਆ। ਅਸੀਂ ਮੇਰੀ ਗੱਲ ਸੁਣੋ, ਮੈਚਿੰਗ ਗ੍ਰਾਂਟ ਨਹੀਂ ਦਿੱਤੀ, ਹਲੇ ਤੱਕ ਨਹੀਂ ਦਿੱਤੀ। ਮੋਂਗਾ ਜੀ ਮੈਂ ਜਵਾਬ ਦਿੰਦਾ, ਹਲੇ ਤੱਕ ਮੈਚਿੰਗ ਗ੍ਰਾਂਟ ਨਹੀਂ ਦਿੱਤੀ ਇਹਨਾਂ ਨੇ। ਦੂਜੀ ਗੱਲ, ਸਭ ਤੋਂ ਵੱਡੀ ਗੱਲ ਕਹਿਣ ਲੱਗਿਆ ਮੈਂ ਤੁਹਾਨੂੰ, ਇਹਨਾਂ ਨੇ ਮੈਚਿੰਗ ਗ੍ਰਾਂਟ, ਮੈਂ ਨਹੀਂ ਕਹਿੰਦਾ ਨਹੀਂ ਦੇਣਗੇ, ਮੈਂ ਕਹਿੰਦਾ ਦੇਣਗੇ। ਮੈਂ ਪੋਜ਼ਿਟਿਵ ਗੱਲ ਕਰਦਾ। ਪਤਾ ਕਿਉਂ? ਮੇਰੀ ਗੱਲ ਇਹ ਹੈ, ਕੋਈ ਕੰਮ ਇਹੋ ਜਿਹਾ ਤਾਂ ਨਹੀਂ ਜਿਹੜਾ ਓਏ ਉਸੇ ਪੈਸੇ ਨਾਲ ਚੱਲ ਰਿਹਾ। ਕੰਮ ਰੁਕਿਆ। ਦੂਜੀ ਗੱਲ ਇਹ ਆ ਪਹਿਲਾਂ ਮੈਨੂੰ ਦੱਸੋ ਕਿ ਜੇ ਨਹੀਂ ਦੇਣਗੇ, ਸੈਂਟਰਲ ਗਵਰਨਮੈਂਟ ਸਨੀ ਜੀ ਗੱਲ ਸੁਣੋ, ਨਗਰ ਨਿਗਮ ਦੇ ਅਗਰ ਪੰਜਾਬ ਤੋਂ ਆਪਣਾ ਹਿੱਸਾ ਲੈਂਦੀ ਹੈ, ਅਗਰ ਸੈਂਟਰਲ ਗਵਰਨਮੈਂਟ ਪੰਜਾਬ ਤੋਂ ਆਪਣਾ ਹਿੱਸਾ ਲੈਂਦੀ, ਆਪਣਾ ਸ਼ੇਅਰ ਲੈਂਦੀ ਹੈ, ਸਭ ਤੋਂ ਵੱਡਾ ਇੰਡਸਟਰੀਅਲ ਹੱਬ ਗਿੰਦੇ ਆ ਪੰਜਾਬ ਨੂੰ, ਤੇ ਕਿਉਂ ਪੈਸੇ ਅਸੀਂ ਸੈਂਟਰ ਦੇ ਯੂਜ਼ ਨਹੀਂ ਕਰ ਰਹੇ? ਸਾਡਾ ਹਿੱਸਾ ਹੈ, ਅਸੀਂ ਕਿਉਂ ਨਾ ਯੂਜ਼ ਕਰੀਏ? ਮਦ ਨਹੀਂ ਆਈ, ਅਗਰ ਮਹਿੰਗਾਈ ਨਹੀਂ ਆਈ, ਨਾ ਪੈਸਾ ਗਿਆ ਹਲੇ ਤੱਕ GST ਦੇ ਪੈਸੇ ਵੀ ਖਾ ਗਿਆ। ਹਲੇ ਤੱਕ ਮੈਚਿੰਗ ਗ੍ਰਾਂਟ ਦੀ ਮਦ ਨਹੀਂ ਆਈ। ਓਏ ਇੱਕ ਮਿੰਟ ਮੋਂਗਾ ਜੀ, ਹਲੇ ਤੱਕ ਯਾਰ ਗੱਲ ਕਰਦੇ ਆ, ਤੁਹਾਡੇ ਭਾਈਵਾਲ ਸੀਗੇ, ਇਹ ਜਵਾਬ ਦੇ ਰਹੇ ਮਦ ਨਹੀਂ ਆਈ, ਪਾਸ ਨਹੀਂ ਹੋਈ, ਪੈਸਾ ਕਿਵੇਂ ਚਲਾ ਗਿਆ ਜੀ? ਇਹਦਾ ਮਤਲਬ ਅੰਡਰ ਦਾ ਟੇਬਲ ਗਿਆ? ਨਹੀਂ ਗਿਆ। ਇਸ ਲਈ ਇਹਨਾਂ ਨੂੰ ਸਮਾਂ ਥੋੜਾ ਰਹਿ ਗਿਆ। ਠੀਕ ਹੈ, ਮੰਨਦੇ ਆ ਕਿ ਲਾਕਡਾਊਨ 'ਚ ਇਹਨਾਂ ਨੂੰ ਸਮੱਸਿਆਵਾਂ ਆਈਆਂ, ਡਿਵੈਲਪਮੈਂਟ ਦੇ ਰੁਕ ਗਏ ਕੰਮ, ਸਾਰੇ ਪਾਸੇ ਰੁਕ ਗਿਆ, ਫਾਈਨੈਂਸ਼ੀਅਲੀ ਪ੍ਰੋਬਲਮ ਵੀ ਆਈ ਆ, ਗਵਰਨਮੈਂਟ ਵੀ ਫੇਸ ਕਰ ਰਹੀ ਆ, ਸਾਰਾ ਕੁਝ ਆ। ਪਰ ਇੱਕ ਗੱਲ ਇਹਨਾਂ ਨੂੰ ਸਮਝਣੀ ਚਾਹੀਦੀ ਆ ਕਿ ਜਿਹੜੀ ਡਿਵੈਲਪਮੈਂਟ ਆ, ਉਹ ਡਿਵੈਲਪਮੈਂਟ ਆਪਾਂ ਅੱਜ ਇਸ਼ੂ ਜ਼ਰੂਰ ਵੈਸਟ ਦਾ, ਇੱਥੇ ਦਾ 4 ਪਾਰਕ ਬਣ ਗਏ, 2 ਲੇਅਰ ਵੈਲੀਆਂ ਬਣ ਗਈਆਂ, ਠੀਕ ਆ, ਅੱਧੇ ਕਿਲੋਮੀਟਰ ਦੀਆਂ 2 ਲੇਅਰ ਵੈਲੀਆਂ, ਉਹਨਾਂ ਦੇ ਨਾਲ ਲੋਕਾਂ ਦਾ ਘਰ ਨਹੀਂ ਪੂਰਾ ਹੋਣਾ, ਢਿੱਡ ਨਹੀਂ ਭਰਨਾ। ਜਵਾਹਰ ਨਗਰ ਕੈਂਪ ਸਾਰਾ ਇਧਰਲੇ ਪਾਸੇ ਬੱਸ ਅੱਡਾ, ਕੋਈ ਅਪਗ੍ਰੇਡ ਨਹੀਂ ਹੋਇਆ। ਜਿਹੜਾ ਵੈਸਟ ਆ ਨਾ, ਸਾਰਾ ਲੁਧਿਆਣਾ ਇੱਕ ਮਿੰਟ ਮੈਂ ਦੇ ਰਿਹਾ, ਸਾਰਾ ਲੁਧਿਆਣਾ ਮੇਨ ਜਿਹੜਾ ਲੁਧਿਆਣੇ ਦਾ ਦਿਲ ਆ ਨਾ, ਉਹ ਵੈਸਟ ਹਲਕਾ। ਸੈਕਟਰੀਏਟ ਇਹਦੇ ਵਿੱਚ ਆ, ਕਚਹਿਰੀਆਂ, ਸਰਕਟ ਹਾਊਸ, ਸਟੇਡੀਅਮ, ਈਵਨ ਕਿ ਰੇਲਵੇ ਸਟੇਸ਼ਨ ਦਾ ਵੀ ਕੁਝ ਹਿੱਸਾ, ਵੱਡਾ ਸਟੇਡੀਅਮ ਜਿਹੜਾ ਆਪਣਾ ਗੁਰੂ ਨਾਨਕ ਸਟੇਡੀਅਮ, ਰੋਜ਼ ਗਾਰਡਨ ਦਾ ਹਾਲ ਦੇਖ ਲਓ, ਰੱਖ ਬਾਗ ਦੇਖ ਲਓ। ਤੁਸੀਂ ਦੇਖੋ ਬਹੁਤ ਵੱਡੇ ਪ੍ਰੋਜੈਕਟ ਨੇ, ਬਹੁਤ ਵੱਡੀਆਂ ਡੀ ਜ਼ੋਨ ਦਾ ਨਗਰ ਨਿਗਮ ਦਾ ਦਫ਼ਤਰ ਇੱਥੇ ਆ, ਸਾਰੇ ਵੱਡੇ ਅਦਾਰੇ ਆ, ਜਿਹੜੇ ਵੱਡੇ ਮਾਲ ਜਿਹੜੇ ਲੁਧਿਆਣੇ ਦੇ, ਉਹ ਵੀ ਇੱਥੇ ਆ। ਵੈਸਟ ਦੇ ਵਿੱਚ ਬਹੁਤ ਕੁਛ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹਦੇ ਵਿੱਚ ਆ, ਬੜਾ ਕੁਛ ਆ। ਪਰ ਦੇਖੋ ਹਲੇ ਇਹ ਬਹੁਤ ਵੱਡਾ ਇਲਾਕਾ, ਬਹੁਤ ਵੱਡਾ ਏਰੀਆ, ਡੈਰੀਆਂ ਵੀ ਇਹਦੇ ਵਿੱਚ ਨੇ, ਸਿੱਧਵਾਂ ਨਹਿਰ ਦੀ ਗੰਦਗੀ ਵੀ ਇਹਦੇ ਵਿੱਚ ਆ, ਠੀਕ ਹੈ। ਇੱਥੇ ਕੂੜੇ ਦਾ ਵੀ ਸਭ ਤੋਂ ਜ਼ਿਆਦਾ ਜਿਹੜਾ ਬੁਰਾ ਹਾਲ ਆ, ਉਹ ਵੀ ਇੱਥੇ ਆ, ਕਿਉਂਕਿ ਪੌਸ਼ ਇਲਾਕੇ, ਵੱਡੇ ਇਲਾਕੇ ਆ, ਉੱਥੋਂ ਜਿਹੜੀ ਕੂੜੇ ਦੀ ਕ੍ਰੀਏਸ਼ਨ ਆ, ਕੂੜੇ ਦੀ ਜਿਹੜੀ ਉਹ ਆ ਨਾ, ਉਹ ਜ਼ਿਆਦਾ ਹੁੰਦੀ ਆ। ਦੇਖੋ ਬਹੁਤ ਵੱਡੇ ਕੰਮ ਹੋਣ ਵਾਲੇ ਬਾਕੀ ਨੇ, ਉਹ ਕਰਵਾਉਣੇ ਚਾਹੀਦੇ ਆ। ਮੈਂ ਨਹੀਂ ਕਹਿੰਦਾ ਕਿ ਇਹਨਾਂ ਤੋਂ ਹੋਣੇ ਨਹੀਂ, ਇੰਪੋਸੀਬਲ ਆ। ਦੇਖੋ ਜੀ, ਇਹਨਾਂ ਨੂੰ ਕਰਾਉਣੇ ਚਾਹੀਦੇ ਆ। 4 ਸਾਲ ਲੰਘੇ ਨਹੀਂ ਹੋਏ, ਹੋਣੇ ਚਾਹੀਦੇ ਨੇ। ਸਟੇਡੀਅਮ ਦਾ ਮੈਂ ਨਹੀਂ ਕਹਿੰਦਾ ਕਿ ਲੀਜ਼ ਤੇ ਉਹ ਦੇਣਾ ਚਾਹੀਦਾ ਸੀ, ਕਿਸੇ ਨੂੰ ਵੀ ਦੇਣੇ, ਐਫਰਟ ਕਰਨੇ, ਪਰ ਦੇਖੋ ਰਿਜ਼ਲਟ ਨਹੀਂ ਆਇਆ। ਤੁਹਾਡੇ ਸਾਹਮਣੇ ਆ, ਉਹਦਾ ਰਿਜ਼ਲਟ ਨਹੀਂ ਆਇਆ। ਐਫਰਟ ਤਾਂ ਦੇਖੋ ਸਾਰੇ ਹੀ ਕਰਦੇ ਆ, ਹਰ ਬੰਦਾ ਹੱਥ ਪੈਰ ਮਾਰਦਾ, ਕੁਛ ਨਾ ਕੁਛ ਕਰਦਾ। ਜੇ ਦੇਖੋ ਇਹਨਾਂ ਚੀਜ਼ਾਂ ਨੂੰ, ਆ ਜਿਹੜਾ ਬਣਿਆ ਹੋਇਆ ਉੱਪਰ ਐਕਸਪ੍ਰੈਸ-ਵੇ ਬਣਿਆ ਹੋਇਆ ਹੈ, ਜਿਹੜਾ ਸਾਊਥਰਨ ਬਾਈਪਾਸ ਆਪਾਂ ਇਹਨੂੰ ਕਹਿੰਦੇ ਆ, ਅੱਜ ਤਾਂ ਲੋਡੂਵਾਲ ਵਾਲਾ ਵੀ ਤਿਆਰ ਹੋ ਗਿਆ, ਭਾਵੇਂ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਆ, ਇਹ ਸਟੇਟ ਗਵਰਨਮੈਂਟ ਦਾ ਪ੍ਰੋਜੈਕਟ ਸੀਗਾ। ਇਹਦੇ ਵਿੱਚ ਇਹਦੀਆਂ ਲਾਈਟਾਂ ਬੰਦ ਪਈਆਂ ਨੇ, ਰਿਫਲੈਕਟਰ ਨਹੀਂ ਕੋਈ ਲੱਗਿਆ ਹੋਇਆ, ਏਡੇ ਟੋਏ ਨੇ। ਅੱਜ ਇਹ ਇੰਨਾ ਹੈਵੀ ਆ, ਇੰਨਾ ਹੈਵੀ ਟ੍ਰੈਫਿਕ ਹੈ ਇਹਦੇ ਉੱਤੇ, ਇੰਨਾ ਜ਼ਿਆਦਾ, ਅੱਜ ਇਹਨੂੰ 2 ਮਿੰਟ ਲਈ ਬੰਦ ਹੋ ਜਾਏ, ਪੂਰਾ ਲੁਧਿਆਣਾ ਚੌਕ ਹੋ ਜਾਵੇ। ਫਿਰੋਜ਼ਪੁਰ ਰੋਡ ਦੇ ਉੱਤੇ ਜਿਹੜਾ ਬਣ ਰਿਹਾ,
ਬਾਈਪਾਸ, ਉਦੋਂ ਵੀ ਕਹਿੰਦੇ ਸੀ ਉਹਦੀ ਲੋੜ ਨਹੀਂ, ਪਰ ਅੱਜ ਜਦੋਂ ਹੁਣ ਅੱਧਾ ਕੁ ਪੋਰਸ਼ਨ ਬਣ ਗਿਆ, ਭਾਵੇਂ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਆ, ਉਹ ਅੱਧਾ ਪੋਰਸ਼ਨ ਬਣ ਗਿਆ, ਥੱਲੇ ਤਾਂ ਉਨੀ ਹੀ ਸਰਵਿਸ ਜਿਹੜੀ ਰੋਡ ਆ ਉਨੀ ਚਾਲੂ ਆ, ਹੁਣ ਕਹਿੰਦੇ ਜੀ ਬਹੁਤ ਅੱਛਾ ਹੈ, ਬਹੁਤ ਅੱਛਾ ਹੈ। ਦੇਖੋ ਇਹ ਜਿਹੜੇ ਕੰਮ ਹੋਣ ਵਾਲੇ ਨੇ ਇਹਨਾਂ ਨੂੰ ਕੰਮਾਂ ਨੂੰ ਕਰਵਾਉਣਾ ਚਾਹੀਦਾ, ਜਿਹੜੇ ਮੇਨ ਪ੍ਰੋਜੈਕਟ ਨੇ ਉਹਨਾਂ ਨੂੰ ਜਲਦ ਤੋਂ ਜਲਦ ਕਰਵਾਉਣਾ ਚਾਹੀਦਾ ਤੇ ਸਿਰੇ ਲਾਉਣਾ ਚਾਹੀਦਾ, ਇਹਦੇ ਵਿੱਚ ਕੋਈ ਆਪਾਂ ਨੂੰ ਬਹਿਸ ਦੀ ਲੋੜ ਨਹੀਂ ਹੈ। ਪੂਰਾ ਹੋਣ ਦਿਓ, ਬਾਅਦ ਤੁਹਾਡੇ ਕਹੂੰਗਾ ਤੁਸੀਂ ਸਵਾਲ ਵੀ ਕਰ ਲਿਓ, ਜਵਾਬ ਵੀ ਦੇ ਲਿਓ। ਸਨੀ ਭਾਜੀ ਵੱਡੇ ਪ੍ਰੋਜੈਕਟ ਗਿਣਾਤੇ ਨੇ, ਆ ਪੁਲ ਦੀ ਗੱਲ ਕਰਦੇ ਨੇ ਵੀ ਇੱਥੇ ਲਾਈਟ ਨਹੀਂ ਚੱਲਦੀ। ਇਹ ਤਾਂ ਮੰਨਿਆ ਕਿ ਕੰਮ ਸ਼ੁਰੂ ਹੋ ਗਏ ਆ, ਤਨਵੀਰ ਜੀ ਨੂੰ ਅਸੀਂ ਗਾਰੰਟੀ ਲੈਂਦੇ ਕਿ ਜਿੰਨੇ ਕੰਮ ਸ਼ੁਰੂ ਹੋ ਗਏ ਅਸੀਂ 4 ਸਾਲ ਚੋਂ 1 ਸਾਲ ਤਾਂ ਤੁਸੀਂ ਕਰੋਨਾ ਦਾ ਕੱਢ ਹੀ ਦਿਓ ਜੀ। ਔਰ ਜਿਹੜਾ ਇਹ ਸਾਨੂੰ ਦੇ ਕੇ ਗਏ ਆ ਬਈ ਖਾਤਾ, ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨੂੰ ਸੈੱਟ ਕਰਦੇ ਵੀ ਕਿੰਨਾ ਟਾਈਮ ਲੱਗ ਗਿਆ, ਪਰ ਇਹ ਸਾਡੀ ਗਾਰੰਟੀ ਹੈ ਕਿ ਜਿੰਨਾ ਅਸੀਂ ਪ੍ਰੋਜੈਕਟ ਸ਼ੁਰੂ ਕੀਤੇ ਆ, ਚਾਹੇ ਉਹ ਫਲਾਈਓਵਰ ਦਾ ਹੈ, ਚਾਹੇ ਉਹ ਪਾਰਕਾਂ ਦਾ, ਚਾਹੇ ਲੇਅਰ ਵੈਲੀ ਦਾ, ਚਾਹੇ ਸੜਕਾਂ ਦਾ ਹੈ, ਤੁਸੀਂ ਮਾਰਚ 'ਚ ਦੇਖਿਓ ਕਿ ਲੁਧਿਆਣੇ 'ਚ, ਖਾਸ ਕਰ ਲੁਧਿਆਣਾ ਵੈਸਟ 'ਚ ਡਿਵੈਲਪਮੈਂਟ ਨਹੀਂ ਹੋਣੀ, ਡਿਵੈਲਪਮੈਂਟ ਦੀ ਸੁਨਾਮੀ ਆਣੀ ਹੈ। ਜਿਹੜਾ ਹੁਣ ਮੇਰੀ ਹੁਣ ਗੱਲ ਸੁਣੋ, ਜਵਾਹਰ ਨਗਰ ਕੈਂਪ 'ਚ ਮੈਨੂੰ ਲੱਗਦਾ ਤਨਵੀਰ ਜੀ ਗਏ ਨਹੀਂ, ਲੇਟੈਸਟ ਜਾ ਕੇ ਉੱਥੇ ਦੀ ਸੜਕਾਂ ਦੇਖਣ, ਉੱਥੇ ਦੇ ਬੰਟੀ ਕਾਉਂਸਲਰ ਹੈਗੇ, ਉਹਨਾਂ ਨੂੰ ਜਾ ਕੇ ਮਿਲਣ, ਆਪ ਰਾਉਂਡ ਮਰਵਾ ਦੇਣਗੇ ਕਿਹੜੀ ਨਵੀਆਂ ਸੜਕਾਂ ਉਹਨਾਂ ਨੇ ਉੱਥੇ ਬਣਾਈਆਂ। ਹੁਣ ਦੂਜੀ ਗੱਲ ਹਰ ਐਡਾ ਬੁਰਾ ਹਾਲ ਆ, ਐਡਾ ਜਾਮ ਲੱਗਦਾ, ਇੱਕ ਛੋਟਾ ਜਿਹਾ ਡਿਵਾਈਡਰ ਦਾ ਕੱਟ ਬਣਾਉਣ ਵਾਲਾ ਇਹਨਾਂ ਤੋਂ ਉਹ ਨਹੀਂ ਬਣਿਆ। ਬੱਸ ਅੱਡੇ ਦੇ ਨਾਲ ਇਹਨਾਂ ਨੇ ਘੱਟੋ ਘੱਟ 18-20 ਸਾਲ ਤੋਂ ਇਹਨਾਂ ਨੇ ਕਬਜ਼ਾ ਕਰਾਇਆ ਹੋਇਆ ਸੀ, ਉਹ ਹੁਣ ਟਰਸਟ ਨੇ ਖਾਲੀ ਕਰਾਇਆ, ਤੇ ਉੱਥੇ ਜਾ ਕੇ ਦੇਖੋ ਟਾਈਲਾਂ ਨਾਲ ਕਿੰਨੀ ਸੋਹਣੀ ਪਾਰਕਿੰਗ ਬਣ ਰਹੀ ਹੈ। ਉਹ ਸ਼ਾਮ ਨਗਰ ਏਰੀਆ ਪੈਂਦਾ ਹੈ, ਤੁਹਾਡੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਅਕਾਲੀ ਭਾਜਪਾ ਸਰਕਾਰ ਦੀ ਗੱਲ ਕਰ ਰਿਹਾ ਕਿ ਉਹ ਪਹਿਲਾਂ ਉਹਨੂੰ ਖਾਲੀ ਕਰਾਇਆ ਗਿਆ, ਕਿਉਂਕਿ ਜਿਹੜੀ ਚੀਜ਼ ਇੰਨੇ ਸਾਲਾਂ ਤੋਂ ਕਿਸੇ ਨੇ ਦੱਬੀ ਹੋਵੇ ਉਹਨੂੰ ਖਾਲੀ ਕਰਾਉਣ 'ਚ ਵੀ ਟਾਈਮ ਲੱਗਦਾ। ਹੁਣ ਉੱਥੇ ਟਾਈਲਾਂ ਨਾਲ ਇੰਨੀ ਵੱਡੀ ਪਾਰਕਿੰਗ ਬਣ ਗਈ ਹੈ, ਚਾਹੇ ਪੂਰਾ ਬੱਸ ਅੱਡਾ ਤੁਸੀਂ ਇੱਕ ਜਗ੍ਹਾ ਸ਼ਿਫਟ ਕਰ ਸਕਦੇ ਹੋ। ਧਾਲੀਵਾਲ ਸਾਹਿਬ, ਮੋਂਗਾ ਜੀ ਨੇ ਸਪਸ਼ਟ ਜਵਾਬ ਨਹੀਂ ਦਿੱਤਾ। ਹਲਕਾ ਇੰਚਾਰਜ ਕਲਚਰ ਤੁਹਾਡੀ ਸਰਕਾਰ ਵੇਲੇ ਸ਼ੁਰੂ ਹੋਇਆ ਸੀਗਾ, ਹਲਕਾ ਇੰਚਾਰਜ ਕੀ ਹੁੰਦਾ, ਕਿ ਸੰਵਿਧਾਨ ਦੇ ਵਿੱਚ ਉਹਦੀ ਕਿਤੇ ਜਗ੍ਹਾ ਹੈਗੀ ਆ? ਮੈਂ ਪੰਜਾਬ ਦੇ ਹਲਕਾ ਇੰਚਾਰਜਾਂ ਦੀ ਗੱਲ ਤਾਂ ਨਹੀਂ ਕਰਦਾ, ਤੁਸੀਂ ਸਪੈਸ਼ਲ ਵੈਸਟ ਦੀ ਆਪਾਂ ਅੱਜ ਡਿਬੇਟ ਦੇ ਉੱਤੇ ਆ। ਤੁਸੀਂ ਗੱਲ ਕੀਤੀ ਰਜਿੰਦਰ ਭੰਡਾਰੀ ਜੀ ਦੀ, ਉਹ ਡਿਪਟੀ ਚੇਅਰਮੈਨ ਸੀਗੇ ਸਟੇਟ ਪਲੈਨਿੰਗ ਬੋਰਡ ਦੇ, ਉਹਨਾਂ ਕੋਲ ਕੈਬਨਿਟ ਮਿਨਿਸਟਰ ਦਾ ਰੈਂਕ ਸੀਗਾ, ਉਸ ਦੇ ਅਕੋਰਡਿੰਗਲੀ ਉਹ ਇਸ ਹਲਕੇ ਤੋਂ ਇਲੈਕਸ਼ਨ ਲੜੇ ਸੀ। ਉਹਨਾਂ ਨੇ ਇਸ ਇਲਾਕੇ ਦੇ ਵਿੱਚ ਕੰਮ ਕਰਵਾਏ, ਜਿਹੜੇ ਕੰਮਾਂ ਦੀ ਉਦਘਾਟਨਾਂ ਦੀ ਜਾਂ ਉਹਦੀ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਉਹ ਸਟੇਟ ਗਵਰਨਮੈਂਟ ਦੇ PIDB ਦੇ ਕੰਮ ਸੀਗੇ, ਜਿਹੜੇ ਕਿ ਸਟੇਟ ਗਵਰਨਮੈਂਟ ਨੇ ਡਾਇਰੈਕਟ, ਨਗਰ ਨਿਗਮ ਨੇ ਉਹਨਾਂ ਦਾ ਵਿੱਚ ਕੋਈ ਪੈਸਾ ਨਹੀਂ ਸੀ, ਸਾਰਾ ਸਟੇਟ ਦਾ ਪੈਸਾ ਸੀ। ਸਟੇਟ ਗਵਰਨਮੈਂਟ ਨੇ ਉਹਦੇ ਟੈਂਡਰ ਲਾਏ, ਗਵਰਨਮੈਂਟ ਉਦੋਂ ਦੀ ਜਾਂਦੇ ਉਹ ਵਾਪਸ ਲੈ ਗਈ, ਤਾਂ ਸਾਰਿਆਂ ਤੇ ਰੋਕ ਲੱਗ ਗਈ। 84 ਕਰੋੜ ਰੁਪਏ ਦੇ ਮੈਂ ਯਾਰ ਜਵਾਬ ਦਊਂਗਾ, ਸਭ ਤੋਂ ਜ਼ਿਆਦਾ ਠੋਸ ਜਵਾਬ ਦਊਂਗਾ। 84 ਕਰੋੜ ਰੁਪਇਆ ਸਰਕਾਰ ਜੀ, ਜਿਹੜਾ ਇਹਨਾਂ ਨੇ ਸਨੀ ਜੀ 84 ਕਰੋੜ ਕਿ ਜਿਹੜਾ ਇਹਨਾਂ ਦਾ ਹਲਕਾ ਇੰਚਾਰਜ ਸੀਗਾ, ਚਾਹੇ ਉਹ ਜਿੱਤਿਆ ਸੀ ਹਾਰਿਆ ਸੀ, ਉਹ ਆ ਕੇ ਹਰ ਕੰਮ ਨੂੰ ਉਦਘਾਟਨ ਕਰਦਾ ਸੀ, ਨਾ ਉਹ ਕਾਉਂਸਲਰ ਨੂੰ ਬੁਲਾਉਂਦਾ ਸੀ, ਚਾਹੇ ਉਹ ਜਿੱਤਿਆ ਹੋਵੇ। 84 ਮੈਂ ਮੰਨਦਾ, ਮੇਰੀ ਗੱਲ ਸੁਣੋ, 84 ਕਰੋੜ ਰੁਪਏ ਦੇ ਕੰਮ ਸੀ, ਉਹ ਸਿਰਫ ਮੇਨ ਰੋਡਾਂ ਦੇ ਕੰਮ ਸੀ, ਡਿਵੈਲਪਮੈਂਟ ਦੇ ਕੰਮ ਸੀਗੇ। 84 ਕਰੋੜ ਦੇ ਵਿੱਚੋਂ ਸਿਰਫ ਤੇ ਸਿਰਫ ਇਹਨਾਂ ਦੀ ਸਰਕਾਰ ਵੇਲੇ ਜਦੋਂ ਆਈ, ਕਿਉਂਕਿ ਉਹ ਪਹਿਲੀ ਵਾਰੀ ਹੋਇਆ ਸੀ ਪੰਜਾਬ ਦੇ ਇਤਿਹਾਸ ਵਿੱਚ ਕਿ ਪਹਿਲਾਂ ਟੈਂਡਰ ਮੰਗੇ ਗਏ, ਡਿਮਾਂਡ ਮੰਗੀ ਗਈ, ਉਹਦੇ ਵਿੱਚ ਕੋਈ ਅਮੈਂਡਮੈਂਟ ਨਹੀਂ ਸੀ ਹੋ ਸਕਦੀ, ਕੋਈ ਉਹਦੇ ਵਿੱਚ ਉਹਨੂੰ 10% ਇਨਕਰੀਜ਼ ਨਹੀਂ ਸੀ ਕੀਤਾ ਜਾ ਸਕਦਾ, ਕੋਈ 25% ਇਨਕਰੀਜ਼, ਜਿੰਨੇ ਦਾ ਟੈਂਡਰ ਸੀ ਉਸੇ, ਨਾ ਉਹ ਵਰਕ ਚੇਂਜ ਹੋ ਸਕਦਾ ਸੀ, ਨਾ ਉਹ ਵਰਕ ਸ਼ਿਫਟ ਹੋ ਸਕਦਾ ਸੀ। ਸਪੈਸੀਫਿਕ ਗਰਾਊਂਡ ਦੇ ਉੱਤੇ ਜਿਹੜੀ ਰੋਡ ਦਾ ਟੈਂਡਰ ਸੀ ਉਸੇ ਰੋਡ ਦਾ ਹੀ ਟੈਂਡਰ ਸੀਗਾ। ਉਹ PIDB ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹ ਟੈਂਡਰ ਮੰਗੇ, ਡਿਮਾਂਡ ਮੰਗੀ ਲੁਧਿਆਣੇ ਦੀ, 84 ਕਰੋੜ ਦੇ ਪਹਿਲਾਂ ਪੇਮੈਂਟ ਆਈ, ਫਿਰ ਟੈਂਡਰ ਲੱਗੇ ਤੇ ਲੋਕਾਂ ਦੇ ਠੇਕੇਦਾਰਾਂ ਨੇ, ਮੇਰੀ ਇੱਕ ਮਿੰਟ ਗੱਲ ਸੁਣੋ, ਲੋਕਾਂ ਨੇ ਉਹਨਾਂ ਦੇ ਕੰਮ ਲੱਗੇ, ਬਾਕੀ ਸਾਰਾ ਸ਼ਹਿਰ ਹੀ ਉਹਨਾਂ ਨੇ ਕੰਮ ਹੋਇਆ, ਠੇਕੇਦਾਰਾਂ ਨੇ ਕੰਮ ਕੀਤੇ, ਧੜਾ-ਧੜ ਕੰਮ ਕੀਤੇ। ਠੇਕੇਦਾਰ ਕੰਮ ਕਰਨ ਤੋਂ ਕਦੇ ਗੁਰੇਜ਼ ਨਹੀਂ ਕਰਦਾ ਹੁੰਦਾ ਜੇ ਉਹਨੂੰ ਪੇਮੈਂਟ ਦੀ ਢਿੱਕਾ ਨਾ ਹੋਵੇ। ਉਹਨੂੰ ਪੇਮੈਂਟਾਂ ਹੋਈਆਂ, ਸਰਕਾਰ ਚੇਂਜ ਹੋ ਗਈ, ਉਹ ਕੰਮ ਹੋ ਚੁੱਕੇ ਸੀ 14 ਕਰੋੜ ਰੁਪਈਆ ਹਲੇ ਖਾਤੇ 'ਚ ਪਿਆ ਸੀ। ਇਹਨਾਂ ਦੀ ਸਰਕਾਰ ਆਈ, ਸੋ ਇਹਨਾਂ ਦੀ ਪਾਲਿਸੀ ਸੀ, ਇਹਨਾਂ ਦੇ ਮੰਤਰੀ ਸਾਹਿਬ ਦੀ ਪਾਲਿਸੀ ਸੀ ਕਿ ਨਵਜੋਤ ਸਿੱਧੂ ਦੀ, ਜਾਂ ਇਹਨਾਂ ਦਾ ਸਰਕਾਰ ਦਾ ਕੋਈ ਏਜੰਡਾ ਸੀ, ਇਹਨਾਂ ਨੇ ਉਹ ਪੇਮੈਂਟ ਵਾਪਸ ਭੇਜੀ। ਪੌਣੇ 3 ਸਾਲ ਬਾਅਦ ਉਹੀ ਪੇਮੈਂਟ ਵਾਪਸ ਆਈ, ਤੇ ਉਦੋਂ ਬਾਅਦ ਦੁਬਾਰਾ ਇਹਨਾਂ ਨੇ ਟੈਂਡਰ ਲਾਏ, ਟੈਂਡਰ ਲਾ ਕੇ ਹਲੇ ਕੰਮ ਸਟਾਰਟ ਨਹੀਂ ਹੋਏ। ਜਿਹੜੇ ਕੰਮ ਸਟਾਰਟ ਹੋਏ ਨੇ ਇਹਨਾਂ ਨੇ ਉਹ ਲਾਇਆ, ਉਹ ਤੁਹਾਨੂੰ ਮੈਂ ਦੱਸਦਾ ਇਹਨਾਂ ਨੇ ਉਦੋਂ ਕੀ ਕੀਤਾ। ਜਿਹੜੇ ਇਹਨਾਂ ਦੇ ਚਹੇਤੇ ਕਾਉਂਸਲਰ ਸੀਗੇ ਜਾਂ ਲੀਡਰ ਸੀਗੇ, ਉਹਨਾਂ ਦੇ ਏਰੀਏ ਦੀ ਸੜਕਾਂ ਦੇ ਐਸਟੀਮੇਟ ਲੈ ਲਏ, ਬਾਕੀ ਸਾਰੇ ਸ਼ਹਿਰ ਨੂੰ ਇਹਨਾਂ ਨੇ ਖੂਹ 'ਚ ਸੁੱਟਤਾ। ਜਦੋਂ ਨਵੀਂ ਸਰਕਾਰ ਆਈ, ਅਸੀਂ ਆਬਜੈਕਸ਼ਨ ਲਗਾਈ ਕਿ ਸਾਡੇ ਜਿਹੜੇ ਆਪਣੇ ਕਾਉਂਸਲਰ ਦੇ ਜਾਂ ਹੋਰ ਬਾਕੀ ਪਬਲਿਕ ਹੈ ਲੁਧਿਆਣਾ ਦੀ, ਉਹ ਸਫਰ ਕਰ ਰਹੀ ਹੈ, ਕਿਉਂਕਿ ਸਿਰਫ ਅਕਾਲੀ ਦਲ ਦੇ ਕਾਉਂਸਲਰਾਂ ਨੇ ਹੀ ਸਿਰਫ ਆਪਣੇ ਟੈਂਡਰ ਲਗਵਾਏ, ਆਪਣੇ ਲੀਡਰਾਂ ਨੇ ਟੈਂਡਰ ਲਗਵਾਏ, ਔਰ ਬਾਕੀ ਸਾਰੇ ਸ਼ਹਿਰ ਨੂੰ ਸੁਣਨਾ ਛੱਡਦਾ। ਜਿੰਨਾ ਮੰਨ ਲਿਆ, ਮੈਂ ਗੱਲ ਦੱਸਾਂ, ਇੱਕ ਮਿੰਟ, ਇੱਕ ਲਾਈਨ ਦਾ ਜਵਾਬ ਦਊਂਗਾ।
ਇੱਕ ਲਾਈਨ ਦਾ ਜਵਾਬ ਦਊਂਗਾ ਸਨੀ ਜੀ ਦੀ ਗੱਲ ਦਾ। ਸਨੀ ਜੀ ਇੱਕ ਲਾਈਨ, ਇੱਕੋ ਲਾਈਨ ਉਹ ਇੱਕੋ ਲਾਈਨ ਲੀਡਰ ਸੀਗਾ ਸਵਾਏ ਪੱਥਰਾਂ ਦੀ, ਇੱਕੋ ਲਾਈਨ ਹੋਰ ਕੁਝ ਨਹੀਂ ਕੀਤਾ। ਇੱਕੋ ਲਾਈਨ ਦਾ ਜਵਾਬ ਦਊਂਗਾ। ਦੂਜਾ ਮੈਂ ਜਵਾਬ ਨਹੀਂ ਦਿੰਦਾ। ਜਿਹੜਾ 84 ਕਰੋੜ ਦੇ ਵਿੱਚੋਂ ਜਿਹੜੀਆਂ ਸੜਕਾਂ ਇਹ ਅੱਜ ਇਲਜ਼ਾਮ ਲਾਉਂਦੇ ਆ ਕਿ ਜੀ ਉਹ ਚਹੇਤਿਆਂ ਨੂੰ ਦਿੱਤੇ ਫੰਡ, ਉਹਨਾਂ ਦੇ ਵਾਰਡਾਂ 'ਚ ਕੰਮ ਹੋਇਆ, ਜਿਹੜੀਆਂ ਸੜਕਾਂ ਬਣੀਆਂ ਹਜੇ ਤੱਕ ਉਹਨਾਂ ਵਿੱਚੋਂ ਕਿਸੇ ਸੜਕ ਦੇ ਉੱਤੇ ਰੀਕਾਰਪੇਟਿੰਗ ਕੀਤੀ ਹੋਵੇ ਮੈਨੂੰ ਸਨੀ ਜੀ ਨਾਂ ਲੈ ਦਿਓ। ਚਲੋ ਜਵਾਬ ਲੈਂਦੇ ਆ। ਧਾਲੀਵਾਲ ਸਾਹਿਬ, ਅਸੀਂ 5 ਹਲਕੇ ਡਿਬੇਟਾਂ ਕਰਤੀਆਂ, ਚਲੋ ਇਹ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਆ, ਮੰਨ ਲੈਂਦੇ ਤੁਹਾਡੇ ਕਹਿੰਦੇ 50% ਸਾਡਾ ਵਾ। 5 ਡਿਬੇਟਾਂ ਕੀਤੀਆਂ, 5 ਹਲਕੇ ਵਿੱਚੋਂ ਅਕਾਲੀ ਦਲ ਤੇ ਬੀਜੇਪੀ ਲੀਡਰ ਇਹ ਕਹਿੰਦੇ ਆ ਵੀ ਭਾਰਤ ਭੂਸ਼ਣ ਆਸ਼ੂ ਸਮਾਰਟ ਸਿਟੀ ਦਾ ਪੈਸਾ ਖਿੱਚ ਕੇ ਸਾਰਾ ਆਪਣੇ ਹਲਕੇ 'ਚ ਲੈ ਗਿਆ। ਇਸ ਗੱਲ ਤੋਂ ਖੁਸ਼ ਹੋ ਤੁਸੀਂ? ਨਹੀਂ, ਦੇਖੋ ਮੇਰੀ ਗੱਲ ਸੁਣੋ। ਨਹੀਂ, ਮੈਂ ਗੱਲ ਕਰੂੰਗਾ ਠੋਸ। ਸਨੀ ਜੀ, ਤੁਸੀਂ ਸਵਾਲ ਕੀਤਾ ਹੈ ਕਿ ਬਾਕੀ ਹਲਕਿਆਂ ਦੇ ਵਾਲੇ ਕਹਿੰਦੇ ਆ ਕਿ ਕੰਮ ਵੈਸਟ 'ਚ ਹੋ ਰਿਹਾ। ਵੈਸਟ 'ਚ ਕੰਮ ਹੋ ਰਿਹਾ ਸਮਾਰਟ ਸਿਟੀ ਦਾ। ਹੁਣ ਸਮਾਰਟ ਸਿਟੀ ਆ ਜਿਹੜੀ, ਉਹ ਕਿਵੇਂ ਆ, ਕਾਹਤੋਂ ਆ? ਲੁਧਿਆਣਾ ਸ਼ਹਿਰ ਸਮਾਰਟ ਸਿਟੀ ਦੇ ਵਿੱਚ ਕੀ ਆਇਆ? ਸਾਰਾ ਸ਼ਹਿਰ ਨਹੀਂ ਸਮਾਰਟ ਸਿਟੀ 'ਚ ਆਇਆ, ਕੁਛ ਇੱਕ ਹਿੱਸਾ ਸੀ ਜਿਹੜਾ ਸਨੀ ਜੀ ਮੈਂ ਜਵਾਬ ਦਿੰਦਾ। ਉਹਨਾਂ ਨੇ ਵੋਟਾਂ ਪਾਈਆਂ ਸੀ ਕਰਨ ਲਈ ਕਿਹਾ, ਜਿਹੜੇ ਕਿ ਅਸੀਂ ਕੈਂਪ ਲਗਾ ਲੋਕਾਂ ਤੋਂ ਭਰਵਾਏ ਆ। ਅਸੀਂ ਕੈਂਪ ਲਾ ਲੋਕਾਂ ਤੋਂ ਭਰਵਾਏ ਤਾਂ ਜਾ ਕੇ ਸਮਾਰਟ ਸਿਟੀ 'ਚ ਆਇਆ। ਅਸੀਂ ਸਰਾਭਾ ਨਗਰ ਮਾਰਕੀਟ ਦੇ ਵਿੱਚ ਬੈਠ ਕੇ ਲੋਕਾਂ ਨੂੰ ਕਿਹਾ, 2 ਦਿਨ ਪਹਿਲਾਂ ਤੱਕ ਲੁਧਿਆਣਾ ਜਿਹੜਾ ਵਾ ਉਹ 30ਵੇਂ ਜਗ੍ਹਾ ਤੇ ਸੀ, ਕਿਸੇ ਨੇ ਵੋਟ ਨਹੀਂ ਸੀ ਪਾਈ ਕਿਉਂਕਿ ਲੋਕਾਂ ਨੂੰ ਸਮਝ ਨਹੀਂ ਸੀ। 3 ਪ੍ਰੋਜੈਕਟ ਆਏ ਸੀ, ਇੱਕ ਪੁਰਾਣਾ ਜਿਹੜਾ ਸ਼ਹਿਰ ਆ ਚੌੜਾ ਬਾਜ਼ਾਰ ਸਾਈਡ ਉਹਨੂੰ ਪ੍ਰਮੋਟ ਕਰਨ ਦਾ, ਇੱਕ ਜਵਾਹਰ ਨਗਰ ਕੈਂਪ ਨੂੰ ਸਾਰੇ ਨੂੰ ਢਾਹ ਕੇ ਵਧੀਆ ਬਣਾਉਣ ਦਾ, ਤੇ ਇੱਕ ਪ੍ਰਪੋਜ਼ਲ ਸੀ ਵੈਸਟ ਦਾ, ਇਹਦੇ ਵਿੱਚ ਇਹਨੂੰ ਸੋਹਣਾ ਬਣਾਉਣ ਦਾ। 3 ਪ੍ਰਪੋਜ਼ਲਾਂ ਸੀ। ਉਹਦੇ ਲਈ ਵੋਟਿੰਗ ਹੋਈ, ਆਨਲਾਈਨ ਵੋਟਿੰਗ ਹੋਈ, ਇੱਕ ਈਮੇਲ ਤੋਂ 1 ਵੋਟ ਪੈ ਸਕਦੀ ਸੀ। ਉਹ ਅਸੀਂ ਵੋਟਾਂ ਪਾਈਆਂ, ਸਾਰਿਆਂ ਨੇ ਪਾਈਆਂ। ਅੱਜ ਸਨੀ ਜੀ ਕਹਿੰਦੇ ਨੇ ਕਿ ਇਹਨਾਂ ਨੇ ਵੀ ਪਾਈਆਂ, ਮੈਂ ਨਹੀਂ ਕਹਿੰਦਾ ਕਿ ਨਹੀਂ ਪਾਈਆਂ, ਪਰ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੂੰ ਤੁਹਾਡੇ ਵਰਗੇ ਕਿਸੇ ਪੱਤਰਕਾਰ ਨੇ ਪੁੱਛਿਆ ਸੀ, MP ਸਾਹਿਬ ਤੁਸੀਂ ਵੋਟ ਪਾਈ? ਕਹਿੰਦੇ ਮੈਂ ਨਹੀਂ ਪਾਈ। ਮੈਂ ਪਵਾਈਆਂ। ਕਹਿੰਦੇ ਫਿਰ ਤੁਸੀਂ ਆਪ ਕਿਉਂ ਨਹੀਂ ਪਾਈ? ਈਵਨ ਕਿ ਗੋਗੀ ਕਾਉਂਸਲਰ ਨੇ ਘਮਾਰ ਮੰਡੀ ਦੇ, ਉਹ ਹਾਊਸ ਨੂੰ ਵਾਕਆਊਟ ਕਰ ਗਏ ਸੀ। ਸਾਰੇ ਕਾਉਂਸਲਰ ਵਾਕਆਊਟ ਕਰ ਗਏ ਸੀ ਵੀ ਅਸੀਂ ਇਹ ਕਿਹੜਾ ਨਵਾਂ ਹੀ ਰੀਤ ਆ ਗਈ, ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਇੱਥੇ ਲਾਉਣ ਲੱਗੇ ਹੋ। ਦੇਖੋ ਜਦੋਂ ਬਣ ਗਿਆ ਉਹ ਪੈਸਾ ਆ ਗਿਆ, ਹੁਣ ਉਹ ਜਿਹੜਾ ਪੈਸਾ ਆ ਉਹ ਇੱਥੇ ਲੱਗ ਰਿਹਾ। ਬਾਕੀ ਦੇ MLA ਬਾਕੀ ਦੇ ਜਿਹੜੇ ਲੀਡਰ ਸਾਹਿਬਾਨ ਤੁਸੀਂ ਕਹਿੰਦੇ ਹੋ ਡਿਬੇਟ ਕੀਤੀ ਆ, ਉਹ ਕਹਿੰਦੇ ਵੀ ਇੱਥੇ ਕੰਮ ਹੋ ਰਿਹਾ, ਇੱਥੇ ਸਿਰਫ ਸਮਾਰਟ ਸਿਟੀ ਦਾ ਹੀ ਪੈਸਾ ਲੱਗ ਰਿਹਾ। ਜਾਣਕਾਰੀ ਨਹੀਂ ਜੀ ਤੁਹਾਡੇ, ਮੇਰੀ ਗੱਲ ਸੁਣੋ। ਹਾਂਜੀ, ਜਾਣਕਾਰੀ ਨਹੀਂ ਹੈਗੀ ਉਹਨਾਂ ਨੂੰ ਇਸ ਬਾਰੇ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਮੇਰਾ ਸਵਾਲ ਨਹੀਂ ਹੈ, ਮੈਨੂੰ ਤੁਸੀਂ ਜੋ ਸਵਾਲ ਕੀਤਾ ਮੈਂ ਤੁਹਾਨੂੰ ਉਹਦਾ ਜਵਾਬ ਦੇ ਰਿਹਾ ਵੀ ਉਹ ਸਮਾਰਟ ਸਿਟੀ ਲੋਕਾਂ ਨੇ ਵੋਟਾਂ ਪਾਈਆਂ, ਇੱਕ ਈਮੇਲ ID ਤੋਂ 1 ਵੋਟ ਪਈ। 3800 ਉਹਦਾ ਪੂਰੇ ਲੁਧਿਆਣੇ ਲਈ ਓਪਨ ਸੀਗਾ, ਜਿਹੜਾ ਮਰਜ਼ੀ ਲੀਡਰ ਪਵਾ ਲੈਂਦਾ ਜਾ ਕੇ, ਉਹਦੇ ਲਈ ਵਰਕਿੰਗ ਇਲਾਕਾ ਸੀ। ਜਵਾਹਰ ਨਗਰ ਕੈਂਪ ਦੇ ਲੋਕੀ 3400 ਤੋਂ 3450 ਵੋਟਾਂ ਪਾ ਦਿੰਦੇ ਤਾਂ ਜਵਾਹਰ ਨਗਰ ਕੈਂਪ ਡਿਵੈਲਪ ਹੋ ਜਾਂਦਾ। ਉਹ ਆਪਸ਼ਨ ਸੀ ਵੀ ਤੁਸੀਂ ਤਿੰਨਾਂ ਵਿੱਚੋਂ ਕਿਹੜੀ ਆਪਸ਼ਨ ਚੂਜ਼ ਕਰਦੇ ਹੋ। ਇੱਥੋਂ ਦੇ ਪੜ੍ਹੇ ਲਿਖੇ ਲੋਕ ਸੀ, ਲੋਕਾਂ ਨੇ ਕਿਹਾ ਵੀ ਸਾਡਾ ਇਲਾਕਾ ਬਣੇ। ਪੁਰਾਣੇ ਸ਼ਹਿਰ ਵਾਲਿਆਂ ਨੂੰ ਇਹ ਸੀ ਪਤਾ ਨਹੀਂ ਸਾਡੀਆਂ ਕੰਧਾਂ ਢਾਹ ਦੇਣਗੇ, ਗਲੀਆਂ ਚੌੜੀਆਂ ਕਰ ਦੇਣਗੇ, ਉਹ ਕਰ ਦੇਣਗੇ, ਉਹ ਬਹੁਤ ਕੁਝ ਸੀ। ਇਸ ਕਰਕੇ ਉਹ ਸਮਾਰਟ ਸਿਟੀ ਦਾ ਪ੍ਰਪੋਜ਼ਲ ਤੁਹਾਨੂੰ ਕਿਸੇ ਨੇ ਪੜ੍ਹੇ ਨਹੀਂ, ਕਰੇ ਨਹੀਂ। ਇੱਥੇ ਜਿਹੜੀ ਵੋਟਿੰਗ ਹੋਈ 3450 ਵੋਟਾਂ ਪਈਆਂ। ਸਨੀ ਜੀ ਮੈਂ ਜਵਾਬ ਦਿੰਦਾ, 3450 ਵੋਟਾਂ ਪਈਆਂ। 19ਵੇਂ ਰੈਂਕ ਦੇ ਉੱਤੇ, 19ਵੇਂ ਨੰਬਰ ਦੇ ਉੱਤੇ ਸਾਡਾ ਜਿਹੜਾ ਲੁਧਿਆਣਾ ਸ਼ਹਿਰ ਚੁਣਿਆ ਗਿਆ, ਤੇ ਉਹ ਪੈਸਾ ਇੱਥੇ ਆਇਆ। 20ਵੇਂ ਤੇ ਚੰਡੀਗੜ੍ਹ ਸੀ, ਉਹ ਪੈਸਾ ਆਇਆ, ਉਹ ਇੱਥੇ ਆਇਆ ਤੇ ਅੱਜ ਲੱਗ ਰਿਹਾ, ਉਹਨਾਂ ਨੂੰ ਦਿਖ ਰਿਹਾ। ਹਾਂਜੀ ਨਾਨਕ ਸਿੰਘ ਜੀ, ਆਪੋ ਆਪਣੀਆਂ ਗੱਲਾਂ ਕਰਦੇ ਨੇ, ਫਿਰ ਸਨੀ ਜੀ ਕਹਿੰਦੇ ਆ ਵੀ ਪ੍ਰੋਜੈਕਟ ਚੱਲ ਰਹੇ ਨੇ, 50% ਜਿਹੜਾ ਹਿੱਸਾ ਵਾ ਅਸੀਂ ਦੇਵਾਂਗੇ ਵੀ। ਬੀਜੇਪੀ ਸਰਕਾਰ ਤੇ ਵੀ ਨਿਸ਼ਾਨਾ ਕਰਦੇ ਨੇ ਵੀ ਜਿਹੜਾ ਸਾਡਾ GST ਦਾ ਪੈਸਾ ਉਹ ਨਹੀਂ ਆ ਰਿਹਾ, ਉਸ ਕਰਕੇ ਦਿੱਕਤ ਵੀ ਆ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ? ਪਿਛਲੇ ਮੈਂ ਤਾਂ ਸਮਝਣਾ ਕਿ ਦੋਨੋਂ ਸਰਕਾਰਾਂ ਜਿਹੜੀਆਂ ਨੇ, ਪਹਿਲੇ ਅਕਾਲੀ ਦਲ BJP ਜਦੋਂ ਸੀ ਪੈਸਾ ਤਾਂ ਦਾ ਤਦ ਤੋਂ ਇਹ ਪ੍ਰੋਜੈਕਟ ਚਾਲੂ ਸੀ। ਅੱਜ ਕਾਂਗਰਸ ਦੀ ਸਰਕਾਰ ਹੈ, 4 ਸਾਲ ਲੰਘ ਗਏ, 4 ਸਾਲ ਸੁੱਤੇ ਰਹੇ। ਅੱਜ ਆਪਸ ਵਿੱਚ ਇਹ ਲੜੀ ਜਾਂਦੇ ਨੇ, ਉਹ ਆਪਣੀ ਸਫਾਈ ਦੇਈ ਜਾਂਦੇ ਨੇ, ਉਹ ਆਪਣੀ ਸਫਾਈ ਦੇਈ ਜਾਂਦੇ ਨੇ। ਕੰਮ ਕਿਸੇ ਤੋਂ ਨਹੀਂ ਹੋਣਾ। ਇਹ ਵੀ 1 ਸਾਲ ਲੰਘ ਜਾਣਾ, ਅਗਲੇ ਸਾਲ ਇਹਨਾਂ ਦੀ ਦੋਨਾਂ ਦੀ ਸਫਾਈ ਹੋ ਜਾਣੀ ਹੈ, ਤੇ ਅਗਲੇ ਸਾਲ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਆਣੀ, ਕੰਮ ਤਾਂ ਹੋਣੇ ਨੇ। ਜਵਾਬ ਲਵਾਂਗੇ। ਮੋਂਗਾ ਜੀ, ਹੁਣ ਤੁਸੀਂ ਖੁੱਲ੍ਹ ਕੇ ਦੱਸੋ, ਦਾਇਰੇ 'ਚ ਰੱਖਿਓ, ਸ਼ਬਦਾਂ ਨਾਲ ਲਹਿਜਾ ਰੱਖਿਓ ਉਸ ਨਾਲ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਪਰਸਨਲ ਇਦਾਂ ਦੀ ਗੱਲ ਹੋ ਕੇ ਡਿਬੇਟ ਦੇ ਚਰਚਾ ਖਰਾਬ ਹੋਵੇ। ਇੱਕ ਮਿੰਟ, ਹੁਣ ਇਹਨਾਂ ਨੇ ਕਿਹਾ ਜੀ ਦੇਬੀ ਜੀ ਨੇ ਕਹਿਤਾ ਜੀ ਕਿ ਲੁਧਿਆਣੇ ਵੈਸਟ 'ਚ ਜਿਹੜਾ ਹੈ ਜ਼ਿਆਦਾ ਪੈਸਾ ਲੱਗ ਰਿਹਾ, ਇਹ ਦੇਬੀ ਜੀ ਨੇ ਕਿਹਾ। ਦੇਖੋ ਗੱਲ ਇਸ ਤਰ੍ਹਾਂ ਹੈ, ਮੈਂ ਵਰਡ ਯੂਜ਼ ਕੀਤਾ ਸੀ ਪਾਵਰ ਸੈਂਟਰ, ਕਿ ਮੰਤਰੀ ਜੀ ਕਿਉਂਕਿ ਇੱਥੋਂ MLA ਵੀ ਨੇ ਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵੀ ਨੇ। ਇਹ ਨਾ ਪਾਂਡੇ ਜੀ ਦੀ ਚੱਲਣ ਦਿੰਦੇ ਨੇ, ਨਾ ਡਾਵਰ ਸਾਹਿਬ ਦੀ ਚੱਲਣ ਦਿੰਦੇ, ਨਾ ਕਿਸੇ ਹੋਰ ਦੀ ਚੱਲਣ ਦਿੰਦੇ ਨੇ। ਸਾਰਾ ਪੈਸਾ ਉਹ ਕਿਉਂ ਐਲੀਗੇਸ਼ਨ ਇੱਧਰ ਲਾ ਰਹੇ ਨੇ ਕਿ ਡਾਵਰ ਸਾਹਿਬ ਨੂੰ ਵੀ ਪੁੱਛ ਲਓ, ਡਾਵਰ ਸਾਹਿਬ ਕਹਿੰਦੇ ਮੇਰੇ ਕਈ ਪ੍ਰੋਜੈਕਟਾਂ ਨੇ ਰੋਕੇ ਆ। ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਵਾ, ਤੁਹਾਡੇ ਹਲਕੇ ਦਾ ਡਿਵੈਲਪਮੈਂਟ ਹੋ ਰਹੀ ਆ। ਮੈਂ ਜਨਰਲ ਗੱਲ ਕਰ ਰਿਹਾ ਕਿ ਪੈਸਾ ਜ਼ਰੂਰ ਲਿਆ ਰਹੇ ਨੇ, ਪਰ ਕਿੱਥੇ ਲਾ ਰਹੇ ਨੇ, ਮੈਂ ਉਹਦਾ ਜਵਾਬ ਦਿੱਤਾ।
ਮੈਂ ਉਹਦਾ ਜਵਾਬ ਦਿੱਤਾ ਭਾਈ ਸਾਹਿਬ, ਮੈਂ ਉਹਦਾ ਜਵਾਬ ਦਿੱਤਾ ਕਿ ਪਾਵਰ ਸੈਂਟਰ ਬਣੇ ਨੇ, ਉਹ ਉਹਨਾਂ ਦੀ ਪਾਵਰਸ ਨਹੀਂ ਚੱਲਣ ਦਿੰਦੇ, ਠੀਕ ਹੈ। ਅੱਗੇ ਵੀ ਤੁਹਾਨੂੰ ਯਾਦ ਹੈ। ਅੱਛਾ ਇੱਕ ਹੋਰ ਗੱਲ ਦੱਸੋ, ਜਿਹੜਾ ਇੱਥੇ ਹਾਊਸ ਆਫ ਕਾਉਂਸਲਰ ਬੁਲਾਇਆ, ਮੇਅਰ ਸਾਹਿਬ ਉੱਥੇ ਬੈਠੇ, ਉੱਥੇ ਮਮਤਾ ਆਸ਼ੂ ਜੀ ਚੁੱਕ ਕੇ ਮਾਈਕ ਸੰਭਾਲ ਕੇ ਬੈਠੇ, ਮੇਅਰ ਨੂੰ ਸੰਭਾਲਣਾ ਚਾਹੀਦਾ, ਸਾਰੇ ਕਾਉਂਸਲਰ ਸੁਣਨੀ ਚਾਹੀਦੀ ਹੈ। ਉੱਥੇ ਕਾਉਂਸਲਰਸ ਨੇ ਆਬਜੈਕਟ ਕੀਤਾ, ਓਪਨਲੀ ਇਹਨਾਂ ਦਾ ਜਲੂਸ ਨਿਕਲਿਆ ਉਹਦੇ ਉੱਤੇ। ਕਹਿਣ ਦਾ ਮਤਲਬ ਹੈ ਮੇਰੀ ਗੱਲ ਕਰ ਲੈਣ ਦਿਓ, ਹੁਣ ਮੇਰੀ ਗੱਲ ਕਰ ਲੈਣ ਦਿਓ। ਮੇਅਰ ਸਾਹਿਬ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦੋਨੋਂ ਹੀ ਲੁਧਿਆਣਾ ਵੈਸਟ ਕਨਸਟੀਟਿਊਐਂਸੀ ਚ ਰਹਿੰਦੇ ਨੇ, ਸੁਬਰਾਮਨੀਅਮ ਜੀ ਵੀ ਤੇ ਆਪਣਾ ਬਲਕਾਰ ਜੀ ਵੀ। ਹੁਣ ਇਹਨਾਂ ਨੇ ਜੀ ਬਲਾਕ ਦੇ ਵਿੱਚ ਜਿਹੜਾ ਮਾਰਕੀਟ ਆਪਣਾ ਥਾਣਾ ਉਹਦੇ ਸਾਹਮਣੇ ਉਹਨਾਂ ਦਾ ਘਰ ਬਣ ਰਿਹਾ ਨਵਾਂ, ਪਾਰਕ ਦੇ ਵਿੱਚ ਉਹਨਾਂ ਨੇ ਗੇਟ ਕੱਟ ਕੇ ਸਾਰਾ ਬਜਰੀ ਸੁਟਾਈ, ਉਹ ਪਾਰਕ ਦੇ ਵਿੱਚੋਂ ਇਹਨਾਂ ਨੇ ਇੱਕ ਸੜਕ ਕੱਢ ਲਈ ਇਲੀਗਲ ਸੜਕ ਪਾਰਕ ਦੇ ਵਿੱਚੋਂ। ਕਿਹੜੀ ਪ੍ਰੋਵੀਜ਼ਨ ਹੈਗੀ ਕਿ ਇੰਪਰੂਵਮੈਂਟ ਟਰਸਟ ਦੇ ਭਾਈ ਸਾਹਿਬ ਉਹ ਸਾਰਾ ਕਰ ਲਿਆ। ਮੈਨੂੰ ਗੱਲ ਕਰ ਲੈਣ ਦਿਓ, ਮੈਂ ਜਵਾਬ ਦੇ ਮੈਂ ਆ ਰਿਹਾ ਉਸ ਤੇ, ਮੈਂ ਆ ਰਿਹਾ ਨਾ, ਐਲੀਗੇਸ਼ਨ ਕਿਉਂ ਨਾ ਲਾਈਏ। ਉਹ ਪਾਰਕ ਦੇ ਵਿੱਚੋਂ ਇਹਨਾਂ ਨੇ ਇਲੀਗਲ ਸੜਕ ਕੱਢ ਲਈ, ਉਹਦਾ ਕੋਈ ਜਵਾਬ ਨਹੀਂ ਹੈ ਨਾ। ਕਹੋ ਕਿ ਪਾਰਕ ਦੇ ਭਾਈ ਸਾਹਿਬ ਪਾਰਕ ਦੇ ਵਿੱਚੋਂ ਕਿਸ ਤਰ੍ਹਾਂ ਕੱਢ ਲਈ ਭਾਈ ਸੜਕ, ਪਾਰਕ ਦੇ ਵਿੱਚੋਂ ਸੜਕ ਕਿਸ ਤਰ੍ਹਾਂ ਕੱਢ ਲਈ ਭਾਈ ਸਾਹਿਬ, ਸਨੀ ਪਹਿਲਾਂ ਹੀ ਤੁਸੀਂ ਦੱਸ ਦਿਓ। ਇੰਪਰੂਵਮੈਂਟ ਵਾਸਤੇ ਪਾਰਕ ਦੇ ਉਹ ਕਿੱਥਾਂ ਕੱਢ ਲਈ। ਦੂਜੀ ਗੱਲ, ਸ਼ਹੀਦ ਭਗਤ ਸਿੰਘ ਨਗਰ ਆਪਾਂ ਏਰੀਆ ਚਲੇ ਜਾਈਏ, ਉਧਰ ਦੇਖੋ ਮੇਨ ਸੜਕ ਦੇ ਉੱਤੇ ਕੂੜਾ ਸਾਰਾ ਢੇਰ ਲੱਗਦਾ ਇੱਕ ਪਾਸੇ। ਇਹ ਕਹਿੰਦੇ ਨੇ ਸਟੈਟਿਕ ਕੰਪੈਕਟਰ ਲਵਾਤੇ, ਉਹ ਦੱਸ ਦਿਓ ਭਾਈ ਸਾਹਿਬ ਸਟੈਟਿਕ ਕੰਪੈਕਟਰ ਕਿੱਥੇ ਲਵਾਏ। ਉਹ ਏਰੀਆ ਉਹ ਅਸੀਂ ਦੇਖ ਲਿਆ, ਅਜੇ ਵੀ ਕੂੜਾ ਗਿਰਦਾ ਹੈ ਭਾਈ ਸਾਹਿਬ, ਭਗਤ ਸਿੰਘ ਨਗਰ ਗਿਰਦਾ, ਸਰਾਭਾ ਨਗਰ, ਕਿਚੂ ਨਗਰ, ਰਿਸ਼ੀ ਉਧਰ ਨਾ ਲੈ ਕੇ ਜਾਓ। ਮੈਂ ਕਹਿ ਰਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੂੜਾ ਜਿਹੜਾ ਇੱਕ ਪਾਸੇ ਜਾ ਕੇ ਉਹਨੇ ਦਿਖਾ ਲਓ, ਕੋਈ ਸਟੈਟਿਕ ਕੰਪੈਕਟਰ ਨਹੀਂ, ਗੱਲਾਂ ਦਾ ਗਲਾਦੜ ਕੜਾ ਜਿੰਨਾ ਮਰਜ਼ੀ ਬਣਵਾ ਲਓ। ਫਿਰ ਐਲ ਬਲਾਕ ਦੇ ਨਾਲ ਇਹ ਨਜ਼ਰ ਆ ਰਿਹਾ ਸਾਰਾ ਕੂੜੇ ਦਾ ਢੇਰ ਨਜ਼ਰ ਆ ਰਿਹਾ, ਉਧਰ ਵੇਖ ਲਓ। ਇੱਕ ਮਿੰਟ ਗੱਲ ਹੁਣ ਸਾਨੂੰ ਵੀ ਕਰ ਲੈਣ ਦਿਓ, ਫੰਡ ਸੈਂਟਰ ਦਾ ਹੀ ਤੁਹਾਡਾ ਨਹੀਂ ਹੈਗਾ। ਫਿਰ ਐਲ ਬਲਾਕ ਬੀਆਰਐਸ ਨਗਰ ਦੇ ਨਾਲ ਦੇਖੋ ਡਾਕਟਰ ਹਰੀ ਸਿੰਘ ਉੱਥੋਂ ਕਾਉਂਸਲਰ ਨੇ, ਵਾਰਡ ਨੰਬਰ 72, ਐਲ ਬਲਾਕ ਦੇ ਨਾਲ ਫਾਟਕ ਦੇ ਨਾਲ ਸਾਰੀ ਸੜਕ ਟੁੱਟੀ ਪਈ ਹੈ, ਉੱਥੇ ਸੜਕ ਨਜ਼ਰ ਨਹੀਂ ਆਉਂਦੀ। ਇਹ ਕਹਿੰਦੇ ਸਾਡੇ ਡਿਵੈਲਪਮੈਂਟ ਕੀਤੇ, ਭਾਈ ਡਿਵੈਲਪਮੈਂਟ ਤੇ ਨਜ਼ਰ ਨਹੀਂ ਆ ਰਹੀ, ਇੰਨੇ ਵੱਡੇ ਟੋਏ ਨੇ। ਆਖਰੀ ਸਵਾਲ ਲੈ ਕੇ ਵੋਟਾਂ ਦਾ ਮੁਲਾਂਕਣ ਵੀ ਕਰਾਂਗੇ, ਫਿਰ ਆਪਾਂ ਚਰਚਾ ਨੂੰ ਵਿਰਾਮ ਦਈਏ। ਸਨੀ ਜੀ ਆਪਣੇ ਕੰਮ ਗਿਣਾ ਦਿਓ ਜਿਹੜੇ ਤੁਸੀਂ 4 ਸਾਲਾਂ ਚ ਬਤੌਰ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਹਲਕੇ ਨੂੰ ਕੀਤੇ ਹੋਣ, ਕਿਉਂਕਿ ਗੱਲਾਂ ਦਾ ਇਹ ਵੀ ਕਰਦੇ ਨੇ, ਤੁਸੀਂ ਵੀ ਗੱਲਾਂ ਕੀਤੀਆਂ। ਤੁਸੀਂ ਜਦੋਂ ਮੈਨੂੰ ਕਿਹਾ ਕਿ ਅਸੀਂ ਡਿਬੇਟ ਕਰਨੀ ਤਾਂ 2 ਮਿੰਟ ਲਈ ਮੈਂ 2-4 ਕੰਮ ਲਿਖੇ, ਤੁਸੀਂ ਇੱਕ ਵਾਰ ਸੁਣ ਲਓ। ਸਭ ਤੋਂ ਪਹਿਲਾਂ ਜੀ ਸਰਾਭਾ ਨਗਰ ਦੀ ਲਈਅਰ ਵੈਲੀ, ਲੋਧੀ ਕਲੱਬ ਰੋਡ ਦੀ ਲਈਅਰ ਵੈਲੀ, ਹੈਬੋਵਾਲ ਦੀ ਲਈਅਰ ਵੈਲੀ, ਇਹ ਵੈਲੀਆਂ ਕਿਨਾਰੇ ਆ ਸਰ ਜਿਹੜੇ ਤੁਸੀਂ ਜੰਗਲ ਬਣਾਏ ਹੋਏ ਸੀਗੇ। ਫੇਜ਼ 2 ਦੀ ਵੈਲੀ, ਡੀਏਵੀ ਸਕੂਲ ਦੇ ਸਾਹਮਣੇ, ਇਹ ਆਪ ਤਨਵੀਰ ਜੀ ਉੱਥੇ ਸੈਰ ਕਰਨ ਜਾਂਦੇ ਕਈ ਵਾਰ, ਮੈਨੂੰ ਉਹਨਾਂ ਦੇ ਦੋਸਤਾਂ ਨੇ ਦੱਸਿਆ, ਇਹਨਾਂ ਨੂੰ ਪੁੱਛ ਲਓ ਨਹੀਂ ਜਾਂਦੇ ਤੁਸੀਂ ਸਰ, ਤੁਸੀਂ ਆਪਣੇ ਦੋਸਤਾਂ ਨੂੰ ਪੁੱਛ ਲਿਓ, ਉਹਨਾਂ ਨੇ ਸਪੈਸ਼ਲੀ ਗੱਲ ਕਿਹਾ। 8 ਸਟੈਟਿਕ ਕੰਪੈਕਟਰ ਵੈਸਟ 'ਚ ਹੁਣ ਤੱਕ ਜਿਨ੍ਹਾਂ ਦੀ ਸਾਰਾ ਸਿਵਲ ਵਰਕ ਹੋ ਗਿਆ, ਸਭ ਕੁਝ ਹੋ ਗਿਆ, ਉਹ 'ਚੋਂ 6 ਆਪਰੇਸ਼ਨਲ ਹੈ। ਇਹਨਾਂ ਨੂੰ ਨਹੀਂ ਦਿਖਣਾ, ਇਹਨਾਂ ਨੇ ਮੋਦੀ ਸਰਕਾਰ ਦੀ ਐਨਕ ਪਾਈ ਨਾ, ਜਿੱਦਾਂ ਉਹ ਕਹਿੰਦੇ ਆ ਕਿ ਕੁਛ ਨਹੀਂ ਦਿਖਣਾ, ਉਹ ਐਨਕ ਪਾ ਕੇ ਚੱਲਦੇ ਆ ਉੱਥੇ। ਰਿਸ਼ੀ ਨਗਰ ਮੇਰੀ ਗੱਲ ਸੁਣੋ, ਪੱਖੋਵਾਲ ਰੋਡ ਦਾ ਅੰਡਰ ਬ੍ਰਿਜ ਔਰ ਓਵਰ ਬ੍ਰਿਜ, ਜਿਹੜਾ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਲੋਕ ਚੀਕਾਂ ਮਾਰਦੇ ਰਹੇ ਕਿ ਸਾਨੂੰ ਇਸ ਤੋਂ ਇਜਾਜ਼ਤ ਦਿਵਾਓ। ਪਿਛਲੇ 10 ਸਾਲ 'ਚ ਜਦੋਂ ਇਹਨਾਂ ਦੀ ਸਰਕਾਰ ਸੀਗੀ, ਉਦੋਂ ਨਹੀਂ ਇਹ ਜਾਗੇ, ਉਦੋਂ ਇਹਨਾਂ ਨੇ ਕਿਸੇ ਦੀ ਆਵਾਜ਼ ਨਹੀਂ ਚੱਕੀ। ਹੁਣ ਕੋਈ ਕੰਮ ਕਰਾਉਣ ਲੱਗਾ, ਕੋਈ ਮੋਹਰੇ ਆ ਕੇ ਲੀਡਰ ਕੰਮ ਕਰਾਉਣ ਲੱਗਿਆ, ਉਹਨੂੰ ਨਿੰਦਣ ਇਹਨਾਂ ਦਾ ਫੈਸ਼ਨ ਹੈ। ਬੀਜੇਪੀ ਦਾ ਸਿਰਫ ਇਹ ਫੈਸ਼ਨ ਹੈ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਭ ਤੋਂ ਵੱਡਾ ਪੰਗਾ ਅਕਾਲੀ ਬੀਜੇਪੀ ਨੂੰ ਇਹ ਹੋ ਗਿਆ, ਇਹਨਾਂ ਦੀ ਸਰਕਾਰਾਂ ਨੇ ਨਾ ਇਹਨਾਂ ਨੂੰ ਕਹਿ ਦਿੱਤਾ ਕਿ ਜਿਹੜਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸਭ ਤੋਂ ਜ਼ਿਆਦਾ ਐਲੀਗੇਸ਼ਨ ਲਾਊਗਾ ਉਹਨੂੰ ਟਿਕਟ ਦੇਵਾਂਗੇ, ਚਾਹੇ ਉਹ ਕਾਉਂਸਲਰ ਦੀ ਲੈ ਲਓ, ਚਾਹੇ ਉਹ ਐਮਐਲਏ ਦੀ ਲੈ ਲਓ। ਇਹਨਾਂ ਦੀ ਹੋੜ ਉਹ ਹੈ, ਇਹਨਾਂ ਦੀ ਡਿਵੈਲਪਮੈਂਟ ਹੋੜ ਨਹੀਂ ਹੈ, ਇਹਨਾਂ ਦੀ ਉਹ ਹੋੜ ਹੈ, ਖਾਸ ਕਰ ਬੀਜੇਪੀ ਵਾਲਿਆਂ ਦੇ, ਕਿਉਂਕਿ ਪਹਿਲਾਂ ਤਾਂ ਅਕਾਲੀ ਦਲ ਨੇ ਇਹਨਾਂ ਨੂੰ ਚੂੰ ਨਹੀਂ ਕਰਨ ਦਿੱਤੀ। ਹੁਣ ਨਵੇਂ ਬਾਹਰ ਆਏ ਹੈ, ਹੁਣ ਇਹਨਾਂ ਨੂੰ ਲੱਗਦਾ ਸ਼ਾਇਦ ਸਾਨੂੰ ਟਿਕਟਾਂ ਮਿਲ ਜਾਣਗੀਆਂ, ਕੋਈ ਪ੍ਰੈਸ਼ਰ ਪਾ ਦਾਂਗੇ ਅਸੀਂ ਤਾਂ ਐਲਈਡੀ। ਅੱਛਾ ਲਿਸਟ ਗਣਾਓ, ਤੁਹਾਨੂੰ ਜਵਾਬ ਦਿੰਦੇ ਆ। ਐਲਈਡੀ ਦਾ ਕੰਮ ਜਿਹੜਾ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਾਇਆ, 10 ਸਾਲ ਇਹਨਾਂ ਨੇ ਫਾਈਲ ਰੋਕੀ ਰੱਖੀ, 10 ਸਾਲ। ਇਹਨਾਂ ਨੂੰ ਪੁੱਛੋ ਜੀ ਕਿਉਂ ਰੋਕੀ ਰਹੇ? ਮੇਰੀ ਗੱਲ ਸੁਣੋ, ਜਿਹੜੀ ਧਾਲੀਵਾਲ ਸਾਹਿਬ ਦੀ ਆਬਜੈਕਸ਼ਨ ਹੈ ਜਾਂ ਜਿਹੜੀਆਂ ਪ੍ਰੋਬਲਮ ਹੈ, ਉਹ ਅਸੀਂ ਪ੍ਰਾਇੋਰਟੀ ਤੇ ਦੇਖਾਂਗੇ। ਅਗਰ ਇਹ ਉਹਨਾਂ ਨੇ ਕੋਈ ਕੰਮ ਕਿਹਾ, ਇਹ ਸ਼ਹਿਰ ਦੀ ਭਲਾਈ ਲਈ ਕਹਿ ਰਹੇ, ਕੋਈ ਦੁਸ਼ਮਣ ਥੋੜੀ ਹੈ। ਇਹ ਵੀ ਇਲੈਕਟਿਡ ਲੀਡਰ ਰਿਹਾ ਉਦੋਂ, ਤੇ ਇਹਨਾਂ ਨੂੰ ਪਤਾ ਹੀ ਹੈ ਕੀ ਪ੍ਰੋਬਲਮ ਆਉਂਦੀ ਹੈ, ਅਸੀਂ ਜ਼ਰੂਰ ਦੇਖਾਂਗੇ। ਪਰ ਜਿੱਦਾਂ ਉਹ ਕਹਿ ਰਹੇ ਹੈ, ਉਹ ਬਿਲਕੁਲ ਹੀ ਨਕਾਰਾਤਮਕ ਸੋਚ ਹੈ। ਬਿਲਕੁਲ ਮਕੈਨੀਕਲ ਸਵੀਪਿੰਗ ਪਹਿਲਾਂ ਹੁੰਦੀ ਸੀਗੀ, ਜਿਹੜਾ ਬਿੱਲ ਬਣਦਾ ਸੀਗਾ ਉਹ ਧਾਲੀਵਾਲ ਸਾਹਿਬ ਨੂੰ ਪਤਾ ਹੈ ਕਿਹਦੇ ਨਾਮ ਤੇ ਬਣਦਾ ਸੀ ਤੇ ਕਿੰਨਾ ਬਣਦਾ ਸੀ, ਤੇ ਹੁਣ ਕੀ ਚੱਲ ਰਿਹਾ। ਤੁਸੀਂ ਜਾ ਕੇ ਉਹ ਡਿਫਰੈਂਸ ਇਹਨਾਂ ਨੂੰ ਆਪ ਦੱਸਣਾ, ਇਹਨਾਂ ਦੀ ਥੋੜੀ ਜਿਹੀ ਅੱਖਾਂ ਵੀ ਖੁੱਲ ਜਾਣਗੀਆਂ। ਬੁੱਢੇ ਨਾਲੇ ਦਾ ਪ੍ਰੋਜੈਕਟ, ਇਹ ਸਭ ਤੋਂ ਵੱਡਾ ਕਲੰਕ ਜਿਹੜਾ ਲੁਧਿਆਣੇ ਤੇ, ਜਿਹਦੇ ਵਿੱਚ ਸਾਡੇ ਵੈਸਟ ਦੇ ਵੀ 3 ਵਾਰਡ ਆਉਂਦੇ ਆ, ਉੱਥੇ ਜਾ ਕੇ ਹੁਣ ਦੇਖਣ ਕਿ ਉੱਥੇ ਕਿੱਦਾਂ ਡਿਵੈਲਪਮੈਂਟ ਸ਼ੁਰੂ ਹੋ ਗਈ ਹੈ। ਤੁਸੀਂ ਆਪ ਗਏ ਸੀਗੇ, ਜਿੱਦਾਂ ਉਹਨੂੰ ਉਦਘਾਟਨ ਵੇਲੇ ਤੁਹਾਨੂੰ ਨਜ਼ਰ ਆਈ ਗਿਆ ਹੋਣਾ, ਆਸ-ਪਾਸ ਦਾ ਏਰੀਆ ਅਸੀਂ ਕਿੱਦਾਂ ਸਾਫ਼ ਕਰਤਾ। ਓਰੀਐਂਟ ਸਿਨੇਮੇ ਦੇ ਮਗਰ ਪਹਿਲਾਂ ਕੀ ਸੀਗਾ? ਧਾਲੀਵਾਲ ਸਾਹਿਬ ਤਾਂ ਉੱਥੇ ਕਾਫੀ ਜਾਂਦੇ ਜੁੰਦੇ ਰਹੇ, ਇਹਨਾਂ ਦੀ ਦੋਸਤੀ ਵੀ ਰਹੀ ਹੈ ਓਰੀਐਂਟ ਵਾਲਿਆਂ ਨਾਲ। ਉਹਦੇ ਮਗਰ ਕੀ ਸੀਗਾ? ਬਿਲਕੁਲ ਜੰਗਲ ਸੀਗਾ। ਉਹ ਇੰਪਰੂਵਮੈਂਟ ਟਰਸਟ ਨੇ ਉੱਥੇ ਕਿੰਨੀ ਸਫਾਈ ਨਾਲ ਹੁਣ ਕੰਮ ਸ਼ੁਰੂ ਕਰਾ ਦਿੱਤਾ।
ਸ਼ਾਮ ਨਗਰ ਜਿਹੜਾ ਬੱਸ ਸਟੈਂਡ ਦੇ ਨਾਲ ਤੁਹਾਨੂੰ ਮੈਂ ਦੱਸਿਆ ਕਿ ਉਹ ਇੰਨੇ ਸਾਲਾਂ ਬਾਅਦ ਉਹ ਜਗ੍ਹਾ ਖਾਲੀ ਕਰਾ ਕੇ ਉੱਥੇ ਜਾ ਕੇ ਦੇਖੋ ਕਿ ਟਾਈਲਾਂ ਦਾ ਕੰਮ ਕਿੰਨੀ ਤੇਜ਼ੀ ਨਾਲ ਚੱਲ ਰਿਹਾ। ਸੋਲਰ ਪੈਨਲ ਸਾਰੇ ਸਕੂਲ ਔਰ ਕਾਲਜਾਂ ਦੇ ਤੁਸੀਂ ਛੱਤਾਂ 'ਤੇ ਜਾ ਕੇ ਦੇਖੋ, ਇਹਨਾਂ ਨੂੰ ਪਤਾ ਚੱਲੇਗਾ ਕਿ ਉਹਦੇ ਨਾਲ ਉਹ ਸਕੂਲਾਂ ਨੂੰ ਕਿੰਨਾ ਫਾਇਦਾ ਹੋਇਆ। 137 ਕਮਰੇ ਸਰਕਾਰੀ ਸਕੂਲਾਂ 'ਚ ਆਲਰੇਡੀ ਪੰਜਾਬ ਗਵਰਨਮੈਂਟ ਨੇ ਬਣਾਏ, ਜਿਹਦੇ 'ਚ PIU ਦਾ ਸਕੂਲ, ਜਿਹਦੇ 'ਚ ਗਵਰਨਮੈਂਟ ਕਾਲਜ ਸਿਮਿਟਰੀ ਰੋਡ ਦਾ ਸਕੂਲ, ਜਿਹਦੇ 'ਚ ਜਵੱਦੀ ਦਾ ਸਕੂਲ। ਤੁਸੀਂ ਇੱਕ ਵਾਰ ਜਾ ਕੇ ਦੇਖੋ ਕਿ ਕਿੰਨੀਆਂ ਡਿਸਪੈਂਸਰੀਆਂ ਆਸ਼ੂ ਜੀ ਨੇ ਚਾਲੂ ਕਰਾਈਆਂ ਕਰੋਨਾ ਦੇ ਦੌਰਾਨ। ਇਹਨਾਂ ਨੂੰ ਉਹ ਚੀਜ਼ਾਂ ਨਹੀਂ ਦਿਖਣੀਆਂ ਕਿਉਂਕਿ ਕਰੋਨਾ ਦੇ ਦੌਰਾਨ ਤਾਂ ਇਹ ਨਿਕਲੇ ਹੀ ਨਹੀਂ ਬਾਹਰ। ਇਹਨਾਂ ਨੇ ਕਦੀ ਝਾਤੀ ਵੀ ਨਹੀਂ ਮਾਰੀ ਕਿ ਕੀ ਪ੍ਰੋਬਲਮ ਹੈ ਲੋਕਾਂ ਨੂੰ, ਕੀ ਪਬਲਿਕ ਨੂੰ। ਮੈਂ ਤਾਂ ਚਾਹੁੰਦਾ ਕਿ ਇੱਕ ਵਾਰ ਜਦੋਂ ਇਲੈਕਸ਼ਨਾਂ 'ਚ ਜਦੋਂ ਇਹ ਮਜ਼ਾ ਇੱਦਾਂ ਆਊਗਾ ਕਿ ਜਦੋਂ ਇਹ ਇਲੈਕਸ਼ਨਾਂ 'ਚ ਜਾਣਗੇ, ਜਦੋਂ ਇਹ ਇਲੈਕਸ਼ਨਾਂ 'ਚ ਜਾਣਗੇ ਉਦੋਂ ਪਬਲਿਕ ਜਵਾਬ ਦੇਊਗੀ ਇਹਨਾਂ ਨੂੰ। ਸਾਰੇ ਵੈਸਟ ਦੀ ਮੇਨ ਰੋਡਾਂ। ਇੱਕ ਮਿੰਟ ਮੈਂ ਬੋਲਾਂ, ਤੁਸੀਂ ਬਾਅਦ ਬੋਲਿਓ, ਤੁਸੀਂ ਬਾਅਦ ਇੱਕ ਮਿੰਟ ਜਵਾਬ ਲੈ ਲਈ ਤੁਹਾਡੇ ਕੋਲ ਆਉਣਾ ਮੈਂ ਦੇਣੀ ਹੈ ਸਰਟੀਫਿਕੇਸ਼ਨ। ਪਿਛਲੀ ਵਾਰ 45,000 ਤੋਂ ਹਰਾਇਆ, ਐਤਕੀ 70 ਤੋਂ ਹਾਰੋਗੇ। ਪਿਛਲੀ ਵਾਰ 45,000 ਤੋਂ ਹਰਾਇਆ ਪਬਲਿਕ ਨੇ, ਹੁਣ ਐਤਕੀ 70 ਤੋਂ ਹਾਰੋਗੇ। ਸਾਰੇ ਸੀਵਰੇਜ ਜਿੰਨੇ ਮੇਨ ਰੋਡ ਤੇ ਹੈ ਲੁਧਿਆਣਾ ਵੈਸਟ ਦੇ, ਉਹ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਹੋ ਰਹੇ, ਜਿਹੜਾ ਕਿ ਅੱਜ ਤੱਕ ਕਦੀ ਹੋਇਆ ਹੀ ਨਹੀਂ ਸੀਗਾ। ਮੇਰੀ ਹੌਲੀ ਹਰ ਚੀਜ਼ ਦਾ ਹੌਲੀ ਕੰਮ ਹੁੰਦਾ। ਕਿੰਨੀ ਵੱਡੀ ਰੋਡ ਹੈ ਕੀਜ਼ ਹੋਟਲ ਵਾਲੀ, ਜਿਹੜਾ ਸਾਰਾ ਏਰੀਆ ਨੂੰ ਕਰਦਾ, ਉਹਦਾ ਟੈਂਡਰ ਹੋ ਗਿਆ। ਉਹਦਾ ਕੰਮ ਇਹਨਾਂ ਨੂੰ ਵੀ ਪਤਾ ਕਿ ਇਸ ਮੌਸਮ 'ਚ ਸ਼ੁਰੂ ਨਹੀਂ ਹੋ ਸਕਦਾ। ਉਹਦਾ ਕੰਮ ਬਿਲਕੁਲ ਹੀ ਕੰਡੇ ਤੇ ਹੈ, ਉਹ ਸਭ ਤੋਂ ਜ਼ਿਆਦਾ ਸ਼ੁਰੂ ਹੋਣ ਵਾਲਾ ਹੈ। ਔਰ ਸਭ ਤੋਂ ਜ਼ਿਆਦਾ ਜਿਹੜਾ ਅਕਾਲੀ ਸਰਕਾਰ ਨੂੰ ਔਰ ਭਾਜਪਾ ਸਰਕਾਰ ਨੂੰ ਦੁੱਖ ਲੱਗਾ ਆਸ਼ੂ ਜੀ ਤੋਂ ਕਿ ਉਹਨਾਂ ਨੇ ਇਹਨਾਂ ਦੀ ਹੇਰਾਫੇਰੀ ਰੋਕੀ। ਘੱਟੋ ਘੱਟ 2.25 ਲੱਖ ਰਾਸ਼ਨ ਕਾਰਡ ਜਾਲੀ ਨਿਕਲੇ, ਨੀਲੇ ਕਾਰਡ, ਜਿਹੜੇ ਕਿ ਇਹ ਗਰੀਬਾਂ ਦਾ ਰਾਸ਼ਨ ਇਹ ਖਾ ਗਏ। ਉਹਨਾਂ ਨੇ ਸਮਾਰਟ ਕਾਰਡ ਇਸ਼ੂ ਕੀਤੇ। ਸਮਾਰਟ ਕਾਰਡ ਨਾਲ ਉਸੇ ਫੈਮਿਲੀ ਦੇ ਕਿਸੇ ਮੈਂਬਰ ਦਾ ਅੰਗੂਠਾ ਲੱਗਦਾ ਤਾਂ ਜਾ ਕੇ ਰਾਸ਼ਨ ਮਿਲਦਾ। ਇਹਨਾਂ ਨੂੰ ਦੁਖੀ ਉਸ ਚੀਜ਼ ਦਾ ਕਿ ਜਿਹੜੀ ਸਾਡੀ ਫ੍ਰੀ ਦੀ ਰੋਟੀਆਂ ਸੀਗੀਆਂ ਅਕਾਲੀ ਭਾਜਪਾ ਨੂੰ ਇੰਨੇ ਸਾਲ ਮਿਲਦੀ ਰਹੀਆਂ, ਉਹ ਬੰਦ ਹੋ ਗਈਆਂ। ਤੇ ਸਮਾਰਟ ਕਾਰਡ ਕਿਉਂ ਇਹਨਾਂ ਨੇ ਲੋਕਾਂ ਨੂੰ ਅਵੇਅਰ ਕਰਤਾ ਹੈ ਕਿ ਕੋਈ ਨਵੀਂ ਐਡਵਾਂਸ ਟੈਕਨੋਲੋਜੀ ਲਿਆਤੀ ਹੈ ਕਿ ਉਹਦੇ ਕਿ ਕਿੱਦਾਂ ਇਹ ਖਾਣਾ ਅਸੀਂ ਜਿਹੜਾ ਇੰਨੇ ਸਾਲ ਲੋਕਾਂ ਦਾ ਰਾਸ਼ਨ ਖਾਦਾ, ਤੇ ਉਹ ਸਾਨੂੰ ਅਸੀਂ ਕਿੱਦਾਂ ਆਪਣੇ ਬੰਦਿਆਂ ਦੀ ਗੱਡੀ ਚਲਾਵਾਂਗੇ। ਵੱਡੇ ਕੰਮ ਮੈਂ ਭੁੱਲ ਜਾਣਾ, ਮੇਥੋਂ ਸਾਰੀਆਂ ਗੱਲਾਂ ਦਾ ਜਵਾਬ ਲੈ ਲਓ। ਤਾਜ਼ੀਆਂ ਗੱਲਾਂ ਤੋਂ ਚੱਲਦੇ ਆ ਤਾਂ ਨੂੰ। ਇਹਨਾਂ ਨੇ ਸਮਾਰਟ ਕਾਰਡ ਦੀ ਗੱਲ ਕੀਤੀ ਆ, ਫਿਰ ਇਹਨਾਂ ਨੇ ਕਹਿਣਾ, ਫਿਰ ਇਹਨਾਂ ਨੇ ਮੈਂ ਜਵਾਬ ਦੇ ਦਿੰਦਾ ਜੀ, ਤੁਹਾਡਾ ਜਿਹੜਾ ਰਹਿ ਗਿਆ ਤੁਸੀਂ ਦੇ ਦਿਓ। ਆਪਾਂ ਪਿਛਲੇ ਮੁਲਾਂਕਣ ਕਰ ਰਹੇ ਹੋ ਤੁਸੀਂ, ਜਿਹੜੇ ਸਮਾਰਟ ਕਾਰਡ ਦੀ ਮੇਰਾ ਵੀਰ ਗੱਲ ਕਰ ਰਿਹਾ, ਪੜ੍ਹਿਆ ਲਿਖਿਆ ਇਲਾਕੇ ਦੇ ਵਿੱਚ ਇਹ ਰਹਿੰਦਾ, ਪੜ੍ਹੇ ਲਿਖੇ ਇਲਾਕੇ ਦੇ ਵਿੱਚ ਪੌਸ਼ ਇਲਾਕਾ ਵੈਸਟ ਹਲਕੇ ਦੇ ਵਿੱਚੋਂ ਕਿਹੜਾ 2 ਲੱਖ ਨਕਲੀ ਕਾਰਡ ਬਣਿਆ। ਵੈਸਟ ਦੀ ਗੱਲ ਨਹੀਂ ਕਰ ਰਿਹਾ, ਮੈਂ ਲੁਧਿਆਣੇ ਦੀ ਗੱਲ ਕਰ ਰਿਹਾ। ਚਲੋ ਮੈਂ ਕਹਿੰਦਾ ਜੀ ਚਾਹੇ ਪੰਜਾਬ ਦੀ ਕਰ ਲਓ, ਪਰ ਆਪਾਂ ਲੁਧਿਆਣੇ ਦੀ ਗੱਲ ਕਰ ਰਿਹਾ। ਵੈਸਟ ਹਲਕੇ ਦੇ ਵਿੱਚ ਨਾ ਤਾਂ ਕੋਈ ਰਾਸ਼ਨ ਖਾਂਦਾ ਜੀ ਕਿਸੇ ਦਾ, ਨਾ ਲੈਣਾ ਕਿਸੇ ਨੇ, ਨਾ ਕਿਸੇ ਨੂੰ ਉਹਨਾਂ ਚੀਜ਼ਾਂ ਦਾ ਮਤਲਬ ਆ। ਇਹਨਾਂ ਦੇ ਕੌਂਸਲਰਾਂ ਨੇ, ਇਹਨਾਂ ਦੇ ਲੀਡਰਾਂ ਨੇ ਘਰੇ ਟੈਂਪੂ ਉਤਰਦਾ, ਉੱਥੋਂ ਰਾਸ਼ਨ ਚੁਕਾਉਂਦੇ ਆ, ਐਂ ਕਰਵਾਉਂਦੇ ਆ ਲੋਕਾਂ ਤੋਂ। ਬਹੁਤ ਮਾੜੀ ਗੱਲ ਆ। ਨੋਟ ਕਰ ਲੈਣ ਜੇ ਇਹਨਾਂ ਜੇ ਧਿਆਨ 'ਚ ਨਹੀਂ। ਟੈਂਪੂ ਮੈਂ ਤਾਂ 10 ਸਾਲ ਕਾਉਂਸਲਰ ਰਿਹਾ। ਮੈਂ ਕਿਹਾ ਜੀ ਮੈਂ ਪਿਨ ਪੁਆਇੰਟ ਨਹੀਂ ਕਰਦਾ ਹੁੰਦਾ, ਨਾ ਮੈਂ ਕਿਸੇ ਦਾ ਨਾਂ ਲੈਣਾ ਹੁੰਦਾ। ਸਾਰੇ ਕਾਉਂਸਲਰ ਦੇਖੋ, ਮੈਂ ਇਹਨਾਂ ਨੂੰ ਗੱਲ ਕਹਿਣਾ, ਅਸੀਂ 10 ਸਾਲ ਰਾਸ਼ਨ ਡਿਪੂ ਕਿੱਥੇ ਨੇ ਅਸੀਂ ਉਹ ਵੀ ਨਹੀਂ ਸਾਨੂੰ ਪਤਾ ਸੀ ਕਿਵੇਂ ਕੰਮ ਹੁੰਦਾ ਸੀ। ਹਾਂ, ਜਿੱਥੇ ਕੋਈ ਨੁਕਸਾਨ ਹੁੰਦਾ ਸੀ, ਜਿੱਥੇ ਨੁਕਸਾਨ ਹੁੰਦਾ ਅਸੀਂ ਬਿਨਾਂ ਪੁੱਛੇ ਲੋਕਾਂ ਦੇ ਕਾਰਡ ਬਣਾਉਂਦੇ ਸੀ, ਬਿਨਾਂ ਪੁੱਛੇ ਉਹਨਾਂ ਨੂੰ ਰਾਸ਼ਨ ਮਿਲਦਾ ਸੀ। ਜਿੱਥੇ ਕੋਈ ਸਮੱਸਿਆ ਆਉਂਦੀ ਸੀ ਜਾਂ ਕਿਸੇ ਨਾਲ ਧੱਕਾ ਹੁੰਦਾ ਸੀ, ਉੱਥੇ ਦਖਲਅੰਦਾਜ਼ੀ ਦੇਈਦੀ ਸੀ। ਇਹ ਨਹੀਂ ਸੀ ਹੁੰਦਾ ਕਿ ਲੋਕਾਂ ਨੂੰ ਭਿਖਾਰੀਆਂ ਵਾਂਗੂ ਆਪਦੇ ਗੇਟਾਂ ਮੂਹਰੇ ਲਿਆ ਕੇ ਮਤਲਬ ਉਹਨਾਂ ਨੂੰ ਐ ਕਰਨਾ ਪਵੇ ਤੇ ਉਹਨਾਂ ਨੂੰ ਤੁਸੀਂ ਐ ਕਰੋ। ਛੱਡੋ ਉਹ ਵੀ ਗੱਲ, ਛੱਡੋ ਸੈਂਟਰ ਗਵਰਨਮੈਂਟ ਦਾ ਰਾਸ਼ਨ ਸੀ, ਸਟੇਟ ਗਵਰਨਮੈਂਟ ਨੇ ਕੈਪਟਨ ਸਾਹਿਬ ਦੇ 15 ਦਿਨ 1 ਮਿੰਟ ਯਾਰ ਮੰਗਾ ਜੀ ਜਵਾਬ ਦੇਣਾ। 15 ਦਿਨ ਇਹਨਾਂ ਨੇ ਰਾਸ਼ਨ ਲੇਟ ਕੀਤਾ। ਪਤਾ ਕਿਉਂ? ਕਿਉਂਕਿ ਕੈਪਟਨ ਸਾਹਿਬ ਦੀ ਫੋਟੋ ਵਾਲੇ ਥੈਲੇ ਤੇ ਬੋਰੀਆਂ ਬਣ ਕੇ ਨਹੀਂ ਚਾਹੀਆਂ। ਚਲੋ ਅੱਗੇ ਆ ਜਾਓ, ਮੇਰੀ ਗੱਲ ਸੁਣੋ। ਉਹ ਕਿਉਂ ਲੇਟ ਹੋਇਆ? ਓਏ ਆਪਾਂ ਵੈਸਟ ਦੀ ਦਾਲ ਨਹੀਂ ਭੇਜੀ, ਉਹਨਾਂ ਨੇ ਜਾਣ ਕੇ ਦਾਲ ਨਹੀਂ ਭੇਜੀ ਪੰਜਾਬ ਨਾਲ। ਪੰਜਾਬ ਉਹ ਹੈ ਜਿਹੜਾ 65% ਇੰਡੀਆ ਦਾ ਰਾਸ਼ਨ ਕੇਟਰ ਕਰਦਾ ਹੈ। ਆਪਾਂ ਵੈਸਟ ਦੀ ਗੱਲ ਕਰਦੇ ਆ। ਜਿਹੜੀ ਇਹ ਗੱਲਾਂ ਇਹ ਕਰਦੇ ਆ ਨਾ, ਜਿਹੜਾ ਇੰਪਰੂਵਮੈਂਟ ਟਰਸਟ ਦੇ ਵਿੱਚੋਂ 2 ਗਲੀਆਂ ਦੇ ਵਿੱਚ ਸ਼ਾਇਦ ਮੈਂ ਇੱਕ ਦਿਨ ਦੇਖੀ ਸੀ, ਮੈਂ ਮੁੱਕਰਦਾ ਨਹੀਂ ਹੁੰਦਾ,
ਮਕੈਨੀਕਲ ਸਵੀਪਿੰਗ ਹੁੰਦੀ ਆ ਨਗਰ ਨਿਗਮ ਦੇ ਵਿੱਚ ਆਪਣੇ ਵਾਰਡ ਜੀ ਦੇਖੋ ਕਿੱਦਾਂ ਕਾਇਆ ਗਲਪ ਹੋਈ ਹੈ। ਤੁਸੀਂ ਲੋਧੀ ਕਲੱਬ ਰੋਡ ਦੇਖ ਲਓ, ਤੁਸੀਂ ਆਪ ਲੋਧੀ ਕਲੱਬ ਰੋਡ ਦੇਖ ਲਓ, ਤੁਸੀਂ 22 ਸਾਲਾਂ 'ਚ ਕੋਈ ਹੱਲ ਕਿਉਂ ਨਹੀਂ ਕੱਢਿਆ? ਕਬੀਰ ਸੁਸਾਇਟੀ 'ਚ ਇੰਨਾ ਕੂੜਾ ਪਿਆ ਸੜਕਾਂ ਦੇ ਨਾਲ ਸਨੀ ਜੀ। ਆਓ ਦੇਖਦੇ ਮੇਰੀ ਗੱਲ ਸੁਣੋ, ਆਪਾਂ ਦੇਖ ਲੈਨੇ ਆ, ਆਪਾਂ ਦੇਖ ਲੈਨੇ। ਲੋਧੀ ਕਲੱਬ ਰੋਡ ਤੇ ਚੱਲੋ, ਟਾਕੀਆਂ ਵੀ ਨਹੀਂ ਲੱਗੀਆਂ। ਲੋਧੀ ਕਲੱਬ ਰੋਡ ਆ, ਉਦੋਂ ਅੱਗੇ ਆ ਜਾਓ। ਜਿਹੜੀਆਂ ਗੱਲਾਂ ਇਹ ਕਰਦੇ ਨੇ, ਜਿਹੜਾ ਵੀ ਪ੍ਰੋਜੈਕਟ ਸੁਣਾ ਰਹੇ ਨੇ ਜਾਂ ਗੱਲਾਂ ਕਰ ਰਹੇ ਨੇ, ਬੜੀਆਂ ਖੂਬਸੂਰਤ ਗੱਲਾਂ ਕਰਦੇ, ਸੁਣਨ ਨੂੰ ਬੜੀਆਂ ਵਧੀਆ ਲੱਗਦੀਆਂ ਨੇ, ਪਰ ਗਰਾਊਂਡ ਰਿਐਲਿਟੀ ਜ਼ੀਰੋ ਆ। ਇਹਨਾਂ ਨੂੰ ਮੰਨ ਲੈਣਾ ਚਾਹੀਦਾ। ਇਹਨਾਂ ਨੂੰ ਵੀ ਪਤਾ ਕਿ ਮੈਂ ਜਿਹੜੀ ਗੱਲ ਕਰਦਾ ਹੁੰਦਾ, ਮੇਰੀ ਗੱਲ ਦੇ ਵਿੱਚ ਵਜਨ ਹੁੰਦਾ, ਤਰਕ ਹੁੰਦਾ। ਠੀਕ ਆ, ਚੈਨਲ ਦੇ ਮੂਹਰੇ ਜਾਂ ਮੀਡੀਆ ਦੇ ਮੂਹਰੇ, ਲਾਈਵ ਦੇ ਮੂਹਰੇ ਕੋਈ ਵੀ ਆਪਦੇ ਆਪ ਨੂੰ ਨੀਵਾਂ ਨਹੀਂ ਹੋਣ ਦਿੰਦਾ ਹੁੰਦਾ। ਹਰੇਕ ਬੰਦਾ ਉੱਤੋਂ ਦੀ ਉੱਤੋਂ ਚੜ੍ਹ ਕੇ ਗੱਲ ਜ਼ਰੂਰ ਕਰਦਾ ਹੁੰਦਾ, ਪਰ ਮੇਰੀ ਗੱਲ ਦਾ ਕਿਸੇ ਵੀ ਗਰਾਊਂਡ ਰਿਐਲਿਟੀ ਦੇ ਉੱਤੇ ਲੋਧੀ ਕਲੱਬ ਦੀ ਰੋਡ ਦੀ ਮੈਨੂੰ ਨਾ ਪੁੱਛੋ, ਤੁਸੀਂ ਕਿਹੜਾ ਲੰਘੇ ਨਹੀਂ ਉੱਥੋਂ। ਲੋਧੀ ਕਲੱਬ ਰੋਡ ਤੇ ਮੈਂ ਕਹਿੰਦਾ 2-2 ਗਿੱਠ ਡੂੰਘੇ ਟੋਏ ਨੇ, ਟਾਕੀਆਂ ਲਾ ਦਿਓ। ਨਹੀਂ ਪੈਚਵਰਕ ਨਹੀਂ ਹੋਇਆ, ਨਹੀਂ ਬਣਿਆ, ਨਹੀਂ ਕੰਮ ਹੋਇਆ ਤਾਂ ਉੱਥੇ ਟਾਕੀਆਂ ਲਾ ਦਿਓ, ਪੈਚਵਰਕ ਕਰ ਦਿਓ। ਨੰਬਰ ਪਲੇਟਾਂ ਲੱਗਣੀਆਂ ਸੀ ਪੂਰੇ ਲੁਧਿਆਣੇ ਨੂੰ, ਨਹੀਂ ਲੱਗੀਆਂ। ਠੀਕ ਆ, LED ਲਾਈਟਾਂ ਦੀ ਮੰਨ ਲੈਂਦੇ ਇਹਨਾਂ ਦੀ ਗੱਲ ਕਿ LED ਲਾਈਟਾਂ ਲਾਈਆਂ ਨੇ, ਕੋਈ ਵਾਇਰਿੰਗ ਨਹੀਂ ਹੋਈ, ਕੋਈ ਉਹਨਾਂ ਦੇ ਆਟੋਮੈਟਿਕ ਜਿਹੜਾ ਸਿਸਟਮ ਆ ਉਹ ਨਹੀਂ ਲੱਗਿਆ, ਤਾਰ ਨਹੀਂ ਪਈ, ਪੁਰਾਣੀ ਤਾਰ ਦੇ ਉੱਤੇ ਉਹ ਲੱਗਿਆ, ਕੋਈ ਨਵਾਂ ਪੋਲ ਨਹੀਂ ਲੱਗਿਆ। ਉਹਦਾ ਤੁਸੀਂ ਹਲੇ ਵੀ ਕਾਰਨ ਕੀ ਆ, ਮੈਂ ਤੁਹਾਨੂੰ ਫੇਰ ਬਾਰ-ਬਾਰ ਰਿਪੀਟ ਕਰਦਾ, ਸਟੇਟ ਗਵਰਨਮੈਂਟ ਦੇ ਪੈਸੇ ਦੇ ਨਾਲ ਸਿਰ ਬਲਬ ਲੱਗ ਗਏ, ਲਾਈਟਾਂ ਲੱਗ ਗਈਆਂ। ਜਿਹੜੀ ਮੈਚਿੰਗ ਗ੍ਰਾਂਟ ਦਾ ਪੈਸਾ ਸੀ ਉਹਦੇ ਨਾਲ ਪੋਲ ਵੀ ਲੱਗਣੇ, ਉਹਨੂੰ ਪੜੋ ਟੈਂਡਰ ਨੂੰ ਪੂਰੇ ਨੂੰ ਸਾਰੇ ਨੂੰ। ਜਿਹੜੀਆਂ ਸਮਾਰਟ ਨੰਬਰ ਪਲੇਟਾਂ ਲੱਗਣੀਆਂ ਸੀ ਉਹ ਵੀ ਨਹੀਂ ਚੱਲਿਆ ਕੰਮ। ਬਹੁਤ ਕੰਮ ਨੇ। ਇਹਨਾਂ ਦੇ ਬੱਸਾਂ ਦੇ ਉੱਤੇ ਚੜ੍ਹ ਕੇ ਤਾਂਡਵ ਕੀਤਾ ਸੀਗਾ ਬਿੱਟੂ ਜੀ ਨੇ, ਤਮਾਸ਼ਾ ਕੀਤਾ ਜੀ। ਅੱਜ ਵੀ ਤੁਸੀਂ ਜਾ ਕੇ ਦੇਖੋ, ਜਿੱਥੇ ਕਚਹਿਰੀਆਂ ਰਜਿਸਟਰੀ ਕਰਾਉਣ ਜਾਂਦੇ ਆਪਾਂ, ਉੱਥੇ ਉਹਦੇ ਨਾਲ ਬੱਸਾਂ ਖੜੀਆਂ ਨੇ। ਲੋਕਾਂ ਦੀ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ, ਪਬਲਿਕ ਦੇ ਪੈਸੇ ਦਾ ਨੁਕਸਾਨ ਹੋ ਰਿਹਾ, ਟੈਕਸ ਦਾ ਨੁਕਸਾਨ ਹੋ ਰਿਹਾ, ਇਹਨਾਂ ਦੀਆਂ ਜੇਬਾਂ ਦਾ ਵੀ ਪੈਸਾ, ਸਾਡੀਆਂ ਵੀ ਜੇਬਾਂ ਦਾ ਪੈਸਾ। ਇਹਨਾਂ ਨੂੰ ਸੋਚਣਾ ਚਾਹੀਦਾ, ਕੰਮ ਕਰਨਾ ਚਾਹੀਦਾ, ਡਿਵੈਲਪਮੈਂਟ ਕਰਾਉਣੀ ਚਾਹੀਦੀ ਆ। ਦੂਸ਼ਣਬਾਜ਼ੀਆਂ ਤੋਂ ਆਪੇ ਹੀ ਬਚ ਜਾਣਗੇ। ਚਲੋ ਹਾਂਜੀ, ਕੀ ਕਹਿਣਾ ਤੁਹਾਡਾ ਜੀ? ਕੋਈ ਪੈਸਾ ਤਾਂ ਜਨਤਾ ਦਾ, ਜਿਹੜਾ ਕੀ ਹੈ ਅੱਜ ਟੈਕਸ ਪਬਲਿਕ ਦਿੰਦੀ ਹੈ। ਜਿਹੜਾ ਟੈਕਸ ਪਬਲਿਕ ਦਿੰਦੀ ਹੈ, ਅੱਜ ਰਾਸ਼ਨ ਦੀ ਇਹ ਗੱਲ ਕਰਦੇ ਨੇ। ਜਦ ਰਾਸ਼ਨ ਦੀ ਪੋਜੀਸ਼ਨ ਐ ਸੀ ਕਿ ਲੋਕਾਂ ਨੂੰ ਰਾਸ਼ਨ ਦਿੱਤਾ ਹੀ ਨਹੀਂ ਗਿਆ। ਮੈਂ ਖੁਦ ਰਾਸ਼ਨ ਵੰਡਦਾ ਰਿਹਾ, ਔਰ ਕਾਉਂਸਲਰ ਸਾਹਿਬ ਸਾਡੇ ਕੋਲ ਭੇਜਦੇ ਸਨ। ਜਦੋਂ ਮੈਂ ਉਹਨਾਂ ਕੋਲ ਬੰਦਾ ਭੇਜਦਾ ਸਾਂ ਕਿ ਭਾਈ ਇਹ ਉੱਥੋਂ ਜਾ ਕੇ ਰਾਸ਼ਨ ਲਵੋ, ਉਹ ਉਲਟਾ ਸਾਡੇ ਕੋਲ ਭੇਜਦੇ ਸਨ ਕਿ ਉੱਥੇ ਉਹ ਰਾਸ਼ਨ ਵੰਡ ਰਹੇ ਨੇ, ਉਹਨਾਂ ਕੋਲੋਂ ਜਾ ਕੇ ਲੈ ਕੇ ਆਓ। ਬੜੀ ਇਹਨਾਂ ਦੀ ਗੱਲ ਬੜੀ ਦਰੁਸਤ ਹੈ। ਕਾਣੀ ਵੰਡ ਕੀਤੀ। ਜੇ ਕੋਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਵੇਲੇ ਸੇਵਾ ਕਰਨੀ ਚਾਹੀਦੀ ਸੀ। ਜੇ ਕੋਈ ਦੂਜੀ ਪਾਰਟੀ ਦਾ ਬੰਦਾ ਹੁੰਦਾ ਸੀ, ਚਾਹੇ BJP, ਅਕਾਲੀ ਦਲ, ਆਮ ਆਦਮੀ, ਤਾਂ ਉਹਨੂੰ ਤਰਲੇ ਕਰਾਏ ਜਾਂਦੇ ਸੀ, ਉਹਨੂੰ ਲੰਗਰ ਨਹੀਂ ਸੀ ਦਿੱਤਾ ਜਾਂਦਾ। ਉਸ ਵੇਲੇ ਕਿਸ ਪੋਜੀਸ਼ਨ ਹੀ ਸਨ, ਕਿਸ ਤਰ੍ਹਾਂ ਲੋਕ ਵਿਚਾਰੇ ਦੂਸਰੇ ਦੇ ਕੋਲ ਜਾਂਦੇ ਸਨ, ਉਹਨਾਂ ਨੂੰ ਸ਼ਰਮਿੰਦਗੀ, ਕਿਸ ਤਰ੍ਹਾਂ ਉਹਨੂੰ ਸ਼ਰਮ ਆਉਂਦੀ ਸੀ ਕਿ ਇੱਕ ਦਰਵਾਜ਼ੇ ਤੇ ਜਾ, ਦੂਜੇ ਦਰਵਾਜ਼ੇ ਤੇ ਜਾ। ਕਮ ਸੇ ਕਮ ਉਹ ਵੇਲਾ ਐਸਾ ਸੀ, ਕੋਈ ਤੁਹਾਡੇ ਘਰੋਂ ਨਹੀਂ ਸੀ ਆ ਰਿਹਾ, ਤੁਸੀਂ ਆਪਦੇ ਕੋਲੋਂ ਨਹੀਂ ਸਭ ਦੇ ਰਹੇ ਹੋ। ਪਬਲਿਕ ਦਾ ਟੈਕਸ, ਪਬਲਿਕ ਦੇ ਪੈਸੇ ਨੂੰ ਤੁਸੀਂ ਜਿਹੜਾ ਵੇ ਉਹਨਾਂ ਨੂੰ ਤਰਸਾ ਰਹੇ ਹੋ। ਵੋਟਾਂ ਲੈਣ ਲੱਗਿਆ ਤੁਸੀਂ ਉਹਨਾਂ ਦੇ ਘਰ ਜਾਂਦੇ ਹੋ, ਅੱਜ ਤੁਹਾਡੇ ਦਰਵਾਜ਼ੇ ਆਉਂਦੇ ਨੇ, ਉਸ ਵੇਲੇ ਤੁਹਾਨੂੰ ਨਹੀਂ ਖਿਆਲ ਆਉਂਦਾ। ਕਿਸੇ ਨਾਲ ਨਹੀਂ ਹੋਇਆ ਇਹ, ਤੁਹਾਨੂੰ ਤੁਸੀਂ ਆਪਣੀ ਦੇਖੋ ਜੀ, ਦੇਖੋ ਇੱਕ ਮਿੰਟ ਮੈਂ ਸ਼ਾਰਟ ਜਨਾਬ ਇੱਕ ਮਿੰਟ ਓਹੋ ਇੱਕ ਮਿੰਟ। ਇਸ ਤਰ੍ਹਾਂ ਹੈਗਾ, ਇਹ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਕਿ ਇਹ ਫੰਡ ਜਿਹੜਾ ਆਮ ਜਨਤਾ ਨੇ ਦਿੱਤਾ ਹੋਇਆ, ਆਮ ਜਨਤਾ ਤੋਂ, ਭਾਵੇਂ ਕੇਂਦਰ ਸਰਕਾਰ ਦਾ ਫੰਡ ਆ ਤੇ ਪੰਜਾਬ ਸਰਕਾਰ ਦਾ। ਮੈਂ ਪੁੱਛਣਾ ਚਾਹੁੰਦਾ ਕਿ ਕੋਵਿਡ-19 ਦੇ ਦੌਰਾਨ ਸੈਂਟਰਲ ਗਵਰਨਮੈਂਟ ਤੋਂ ਜਿੰਨਾ ਰਾਸ਼ਨ ਆਇਆ ਗਰੀਬਾਂ ਨੂੰ ਵੰਡਣ ਲਈ, ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਵੋਟ ਬੈਂਕਾਂ ਆਪਣੀਆਂ ਪੱਕੀਆਂ ਕੀਤੀਆਂ ਕਿ ਜੀ ਘਰ ਡਿਲੀਵਰੀ ਕੀਤੀ, ਉਹਨਾਂ ਨੂੰ ਡਿਲੀਵਰੀ ਕੀਤੀ ਜਿਹੜੇ ਇਹਨਾਂ ਨੂੰ ਵੋਟ ਪਾਉਂਦੇ ਆ। ਕੀ ਗੱਲ ਅਕਾਲੀ ਦਲ ਦੇ ਉੱਥੇ ਨਹੀਂ ਲੈਂਦੇ ਜਾਂ BJP ਸਪੋਰਟਰ ਨਹੀਂ ਰਹਿੰਦੇ ਜਾਂ ਦੂਜੇ ਉਸ ਏਰੀਆ 'ਚ ਨਹੀਂ ਰਹਿੰਦੇ? ਤੁਸੀਂ ਸਿਰਫ ਦੇਖਿਆ ਕਿ ਕਿਹੜਾ ਸਾਨੂੰ ਵੋਟ ਪਾਉਂਦਾ ਕਿਹੜਾ ਨਹੀਂ। ਇਹ ਗਲਤ ਹੈ। ਤੁਸੀਂ ਬਿਲਕੁਲ ਉਹਨਾਂ ਨੂੰ ਹੱਥ ਹੱਟਣ ਤੇ ਮਜਬੂਰ ਕਰਤਾ। ਬਾਕੀਆਂ ਨੂੰ ਇੱਕ ਮਿੰਟ ਮੈਂ ਦੂਜੀ ਵੀ ਗੱਲ ਦੱਸ ਦੇਣਾ। ਇਹ ਦੂਜੀ ਗੱਲ ਕਹਿੰਦੇ, ਇਹ ਦੂਜੀ ਗੱਲ ਨਾ, ਇਹ ਬੋਲਣ ਨਹੀਂ ਦਿੰਦੇ, ਆਪਣੀ ਗੱਲ ਪੂਰੀ ਹੁੰਦਾ ਗੱਲ। ਇਹ ਸਾਨੂੰ ਸਰਟੀਫਿਕੇਸ਼ਨ ਦੇ ਰਹੇ ਸੀ ਕਿ ਅਸੀਂ ਸਾਰਾ ਉਸ ਵੇਲੇ ਕੋਵਿਡ-19 ਦੇ ਦੌਰਾਨ ਜਾ ਕੇ ਜਿਹੜੀ ਸੈਨੀਟਾਈਜੇਸ਼ਨ ਕੀਤੀ, ਜੋ ਕੀਤੀ, ਇਹਨਾਂ ਨੇ ਸ਼ਾਇਦ ਫੇਸਬੁੱਕ ਦੇਖਦੇ ਨਹੀਂ ਜਾਂ ਦੇਖਣਾ ਨਹੀਂ ਚਾਹੁੰਦੇ। ਸਾਨੂੰ ਇਹਨਾਂ ਦੀ ਸਰਟੀਫਿਕੇਸ਼ਨ ਦੀ ਲੋੜ ਨਹੀਂ। ਜੋ ਸੇਵਾ ਕਰਨੀ ਸੀ ਪਬਲਿਕਲੀ ਕਰਨੀ ਹੈ, ਔਰ ਪਬਲਿਕ ਵੱਲ ਜਵਾਬਦੇਹੀ ਸਾਡੀ। ਇਸ ਲਈ ਕਹਿੰਦੇ ਘਰਾਂ 'ਚ ਬੈਠੇ ਉਹ ਕੋਈ ਨਹੀਂ, ਪਤਾ ਲੱਗ ਜੂਗਾ, ਉਹ ਆਉਣ ਵਾਲੇ ਟਾਈਮ ਪਤਾ ਲੱਗ ਜੂਗਾ। ਭਾਈ ਸਾਹਿਬ ਜਵਾਬ ਲੈਣ ਦਿਓ, ਜਵਾਬ। ਹਾਈ ਹੈਡਡ ਹੋਣ ਕਰਕੇ ਤੁਹਾਡਾ ਜਿਹੜਾ ਹਾਈ ਹੈਡਡਨੈਸ ਹੈ ਉਹ ਪਤਾ ਲੱਗ ਜੂਗਾ। ਜਿਹੜਾ ਪਾਣੀ ਉਹ ਪਤਾ ਲੱਗ ਜੂਗਾ, ਉਹ ਪਤਾ। ਅੱਛਾ, ਤੀਜੀ ਗੱਲ ਹੈ ਡਿਵੈਲਪਮੈਂਟ ਦੀ ਗੱਲ ਕਰਦੇ ਆ। ਡਿਵੈਲਪਮੈਂਟ ਦੇ ਪਾਸੇ ਪ੍ਰੈਕਟੀਕਲੀ ਕੁਝ ਨਜ਼ਰ ਨਹੀਂ ਆ। ਸੜਕਾਂ 'ਚ ਟੋਏ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ, ਕੁਝ ਨਹੀਂ ਨਜ਼ਰ। ਇਹ ਹਾਈ ਕੋਰਟ ਦੇ ਆਰਡਰ ਨੂੰ ਕਹਿੰਦੇ ਨੇ ਹਾਈ ਕੋਰਟ ਦਾ ਆਰਡਰ ਨਹੀਂ। ਇਹਨਾਂ ਦੇ MP ਸਾਹਿਬ ਖੁਦ ਕਹਿੰਦੇ, ਰਵਨੀਤ ਸਿੰਘ ਬਿੱਟੂ ਜੀ, ਅਖਬਾਰ ਦੀ ਸਟੇਟਮੈਂਟ ਹੈ, ਕਹਿੰਦੇ ਐਸਾ ਕੋਈ ਆਰਡਰ ਨਹੀਂ। ਇਹ ਸਟੈਰਲਾਈਜੇਸ਼ਨ ਦੀ ਡਬਲ ਦੀ ਗੱਲ ਕਰਦੇ ਆ। ਸਟੈਰਲਾਈਜੇਸ਼ਨ ਦੀ ਗੱਲ ਹੀ ਨਹੀਂ, ਇੱਥੇ ਤੇ ਗੱਲ ਹੈ ਡੌਗ ਸ਼ੈਲਟਰ ਬਣਾਉਣ ਦੀ, ਪਰ ਉੱਥੇ ਕੋਈ ਜਵਾਬ ਨਹੀਂ ਦੇਣਗੇ। ਕਿਉਂ ਨਾ ਜਵਾਬ ਦੇਈਏ? ਉਸ ਤੋਂ ਬਾਅਦ ਕਹਿੰਦੇ ਨੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਡੌਗ ਸ਼ੈਲਟਰ ਦੇ। ਭਾਈ ਸਾਹਿਬ ਦਿਖਾਓ ਤੁਸੀਂ ਡੌਗ ਸ਼ੈਲਟਰ ਦੀ ਜਗ੍ਹਾ ਕਿਹੜੀ ਪਾਸ ਕੀਤੀ ਹੈ, ਕਿੰਨਾ ਫੰਡ ਉਹਦੇ ਉੱਤੇ ਲਾਇਆ, ਤੁਸੀਂ ਕੋਰਟ ਤੇ ਜਵਾਬ ਦਿੱਤਾ, ਕੋਈ ਕੋਰਟ 'ਚ ਤੁਸੀਂ ਜਵਾਬ ਨਹੀਂ ਦਿੱਤਾ। ਕਹਿਣ ਦਾ ਗੱਲ ਮਤਲਬ ਹੈ ਇਹਨਾਂ ਨੇ ਇੱਕ ਮੁੱਦਾ ਬਣਾਉਣਾ ਹੁੰਦਾ। ਪਿਛਲੀ ਸਰਕਾਰ ਨੇ ਮੁੱਦਾ ਬਣਾਤਾ ਕਿ ਦੇਖੋ ਜੀ ਆਵਾਰਾ ਕੁੱਤਿਆਂ ਦੇ ਆਤੰਕ ਕੰਟਰੋਲ ਕਰ ਲਓ, ਨਹੀਂ ਤਾਂ ਅਸੀਂ ਕੁੱਤੇ ਸਾਰੇ ਸ਼ਹਿਰ ਦੇ ਅੰਦਰ ਵੜ ਦਾਂਗੇ। ਆਹ ਸਰਕਾਰ ਇਹਨਾਂ ਦੀ ਆ ਗਈ, ਉਹੀ ਕੁੱਤਾ ਛੱਡਤਾ। ਉਹ ਕੁੱਤਾ ਜਵਾਬ ਮੰਗ ਰਿਹਾ, ਇਹਨਾਂ ਕੋਲ ਜਵਾਬ ਨਹੀਂ ਹੈ।
ਠੀਕ ਹੈ। ਰੋਜ਼ ਇੱਥੇ ਡੌਗ ਬਾਈਟ ਕੇਸਿਸ ਇਹਨਾਂ ਦੇ ਸਨੀ ਪੱਲਾ ਜੀ ਦੇ ਏਰੀਆ 'ਚ ਵੀ, ਸਾਰੇ ਏਰੀਆ 'ਚ ਵੈਸਟ ਦੇ ਜਿੱਥੇ ਮਰਜ਼ੀ ਚਲੇ ਜਾਓ ਜਾਂ ਕਿਤੇ ਚਲੇ ਜਾਓ, ਉਹ ਰੋਜ਼ ਜਿਹੜੇ ਵੱਢਦੇ ਆ ਜਿਹੜੇ ਵੱਢਦੇ ਆ, ਉਹਨੂੰ ਚੈੱਕ ਕਰਨ ਵੱਲ ਧਿਆਨ ਨਹੀਂ, ਡੌਗ ਸ਼ੈਲਟਰ ਵੱਲ ਧਿਆਨ ਨਹੀਂ, ਡਿਵੈਲਪਮੈਂਟ ਪ੍ਰੈਕਟੀਕਲੀ ਨਹੀਂ ਦੇਖਦੇ ਕਿੱਥੇ ਪੈਸੇ ਲਾਉਣ ਦੀ ਲੋੜ ਹੈ। ਪਾਰਕਾਂ 2 ਘਟਾ ਲੋਗੇ ਚੱਲ ਜੂਗਾ, ਬੇਸਿਕ ਇਨਫਰਾਸਟ੍ਰਕਚਰ ਸੁਧਾਰ ਦਿਓ, ਜਿਹੜਾ ਸੜਕਾਂ ਨੇ ਉਹ ਕਰ ਦਿਓ, ਡੌਗ ਸ਼ੈਲਟਰ ਦਾ ਮਸਲਾ ਹੱਲ ਕਰ ਦਿਓ, ਬੇਸਿਕ ਚੀਜ਼ਾਂ ਕਰ ਦਿਓ। ਮੋਂਗਾ ਜੀ ਇੱਕ ਚੀਜ਼ ਮੈਂ ਹੋਰ ਬੋਲਾਂਗਾ, ਫੁੱਲਾਂਵਾਲ ਚੌਂਕ ਤੋਂ ਲੈ ਕੇ ਲੋਧੀ ਕਲੱਬ ਤੱਕ ਪੂਰੀ ਰੋਡ ਹੈ। ਲੋਧੀ ਕਲੱਬ 'ਚ ਪਾਣੀ ਖੜਦਾ ਨਾ, ਮੰਤਰੀ ਜੀ ਨਾ ਪੂਰਾ ਬਣ ਕੇ ਨਾ ਪੋਦ ਬਣਾ ਕੇ ਫੋਟੋ ਕਰਾਉਂਦੇ ਆ। ਅੱਜ ਕੱਲ੍ਹ ਮੰਤਰੀ ਜੀ ਬਾਅਦ ਕਰਾ ਲਿਓ, ਜਾਂ ਕਲੀਨ ਕਰਾ ਲਓ, ਪ੍ਰੋਸੈਸ ਸਿਸਟਮ ਚੌਕ ਜਿਹੜਾ ਖਤਮ ਕਰ ਲਓ, ਫਿਰ ਫੋਟੋ ਕਰਾ ਲਿਓ, फोटोग्राफी फिर करा लो, वो क्लीन कर लो। लेकिन वो चोकिंग, एक मिनट आप खाते पता चोकिंग, एक मिनट चोकिंग एक मिनट बोलना तो लोधी क्लब वो जो अंडरपास है उसे चोक हो जाता है। इन्हों का कोई इलाज नहीं किया, वो सड़क सारी टुटी पई है, बड़े टोए ने, इन्हों को भरे नहीं गए स्मार्ट सिटी। वो चौक है फुल्लावाल चौक, एक मिनट अपना जवाब फुल्लावाल चौक के आस पास सारे बड़े इन्ने टोए पे ने सड़कों के उत्ते, रोज उत्ते एक्टिवा करते हैं, सब कुछ वो ध्यान नहीं। 4-5 बारी लाइव होकर मंत्री जी अगे रिक्वेस्ट कर दी है, कोई इन्हों के उत्ते असर नहीं। मैं एक गल कहना, सड़क बनाने तो पहला रेन वाटर बोरवेल्स क्यों नहीं बनाते? क्योंकि सड़क तो ही बनाती हैं, जे पानी खड़ूगा तो सड़क टुटणगियां, जिन्ना मर्जी पैच कर दो। एक मिनट जवाब उन्होंने तो भी लूंगा मैं जवाब। 10 साल थोड़ी सरकार रही है, मैं सुरत संभाली है, पानी थोड़ी सरकार वाले भी खड़दा, ये नहीं भी उन्होंने आले आके ब्लॉक करता, थोड़ी सरकार वाले भी पानी खड़दा, तुसी भी समस्या हल नहीं की। सो ਆਪਾਂ ਚਰਚਾ ਨੂੰ ਲੰਬੀ ਨਾ ਚਲੋ, ਆਪਾਂ ਚਰਚਾ ਨੂੰ ਲੰਬਾ ਲੈ ਕੇ ਆਪਾਂ ਸੈਂਟਰ ਦੇ ਪੈਸੇ ਦਾ ਜਵਾਬ ਦੇ ਦਿਓ। ਸਰਾਭਾਨਗਰ ਮਾਰਕੀਟ ਬੇਸਮੈਂਟ ਪਾਰਕਿੰਗ ਕੈਪ ਕਰਤੀ, ਉਹਦਾ ਕੋਈ ਜਵਾਬ ਨਹੀਂ। ਬੇਸਮੈਂਟ ਪਾਰਕਿੰਗ ਵਿੱਚ ਮਹਿੰਗਾਈ ਗਾਂਧੀ ਮਾਰਕੀਟ ਆ ਜਾਏ ਵੀ ਵਿੱਚ ਜਿਹੜਾ ਸਟਾਕ ਐਕਸਚੇਂਜ ਦੇ ਨਾਲ ਜਿਹੜਾ ਇੱਕ ਮਿੰਟ ਪਾਰਕਿੰਗ ਲੋਟ ਜਿਹੜੀ ਹੈ 2014 ਚ ਪਾਰਕਿੰਗ ਲੋਟ ਸਾਬਾ ਫਿਰੋਜ਼ ਗਾਂਧੀ ਮਾਰਕੀਟ ਦੇ ਵੀ ਸਟਾਕ ਐਕਸਚੇਂਜ ਦੇ ਨਾਲ ਇੰਪਰੂਵਮੈਂਟ ਟਰਸਟ ਦੇ ਇੱਕਦਮ ਸਾਹਮਣੇ ਪੈਂਦੀ ਹੈ। ਉਹਦੇ ਚ ਅੱਜ ਇੰਨੇ ਵੱਡੇ ਟੋਏ ਹੈ। ਮੰਤਰੀ ਜੀ ਤੇ ਮਮਤਾ ਜੀ ਦਾ ਹੋਮ ਵਾਰਡ ਹੈ, ਉੱਥੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਇਹ ਗੱਲਾਂ ਕਰਦੇ ਡਿਵੈਲਪਮੈਂਟ, ਪਹਿਲਾਂ ਡਿਵੈਲਪਮੈਂਟ ਪਟਾਰੀ ਸਾਹਿਬ ਉਦਘਾਟਨ ਕਰਨ ਜਾਂਦੇ ਸੀ ਤੇ ਇਹ ਜਾ ਕੇ ਉੱਥੇ ਮੋਰਚਾ ਆਇਆ, ਸਨੀ ਭੱਲਾ ਜੀ ਵੀ ਸੀ, ਬਲਕਾਰ ਜੀ ਸੀ, ਜਾ ਕੇ ਨਾਅਰੇਬਾਜ਼ੀ ਕਰਦੇ ਸਨ। ਨਾਲ ਹੀ ਉਦਘਾਟਨ ਕਰਾ, ਨਾਲ ਹੀ ਸੜਕ ਬਣਾਈ। ਕਹਿੰਦੇ ਨਹੀਂ ਬਣਾਵਾਂਗੇ, ਪਟਾਰੀ ਸਾਹਿਬ ਕਹਿੰਦੇ ਮੈਂ ਉਦਘਾਟਨ ਕਰਾਉਣ ਆਇਆ ਤੇ ਬਣਾ ਕੇ ਜਾਊਂਗਾ। ਹਰ ਜਗ੍ਹਾ ਇਹਨਾਂ ਨੇ ਨਵੇਂ ਪੱਥਰ ਲਾਏ, ਇਹ ਗੱਲਾਂ ਕਰਦੇ। ਪਤਾ ਕੀ ਆ, ਉਹ ਨਗਰ ਨਿਗਮ ਦਾ ਹਾਊਸ ਸੀ, ਕੌਂਸਲਰ ਨਗਰ ਨਿਗਮ ਦੇ ਸੀ, ਕੰਮ ਨਗਰ ਨਿਗਮ ਦੇ ਸੀ। ਦੇਖੋ ਨਗਰ ਨਿਗਮ ਦੇ ਕੰਮਾਂ ਦਾ ਹਲਕਾ ਇੰਚਾਰਜ ਜਾਂ ਕੋਈ ਹੋਰ ਉਦਘਾਟਨ ਕਰੇ, ਉਹ ਤਾਂ ਆਬਜੈਕਸ਼ਨ ਹੋਊਗਾ, ਚਾਹੇ ਮੈਂ ਹੋਵਾਂ। ਅੱਜ ਉਹਨਾਂ ਨੇ ਸਿਰਫ ਤੁਹਾਨੂੰ ਮੈਂ ਊਧਮ ਸਿੰਘ ਨਗਰ ਦੀ ਇੱਕ ਦੱਸਾਂ, ਇੱਕ ਰੋਡ ਇੰਨੀ 20 ਫੁੱਟ ਦੀ ਰੋਡ, ਇੱਕ ਪਾਸੇ ਭੰਡਾਰੀ ਸਾਹਿਬ ਨੇ ਇੱਧਰ ਪੱਥਰ ਲਾਤਾ, ਇੱਧਰ ਪੱਥਰ ਲਾਤਾ। ਉਸ ਤੋਂ ਬਾਅਦ ਜਿੰਨੇ ਅਸੀਂ ਅੱਜ ਤੱਕ ਡਿਵੈਲਪਮੈਂਟ ਦੇ ਕੰਮ ਕੀਤੇ ਆ ਤੇ ਲੋਕਾਂ ਨੇ ਉਦਘਾਟਨ ਕੀਤਾ ਤੇ ਇੱਕ ਵੀ ਪੱਥਰ ਨਹੀਂ ਲੱਗਾ। ਦੇਖੋ ਮੇਰੀ ਗੱਲ ਸੁਣੋ, ਉਹ ਉਦਘਾਟਨ ਵੀ ਲੋਕਾਂ ਨੇ ਕੀਤਾ ਜਿਹੜਾ ਦੇਖੋ ਮੈਂ ਫੇਰ ਕਹਿੰਦਾ ਦੁਬਾਰਾ, ਕੰਮ ਹੋਣਾ ਚਾਹੀਦਾ, ਡਿਵੈਲਪਮੈਂਟ ਹੋਣੀ ਚਾਹੀਦੀ ਆ। ਪੋਲੀਟੀਕਲ ਮੁੱਦਿਆਂ ਤੋਂ ਪੋਲੀਟੀਕਲ ਜਿਹੜੇ ਅੰਡਰਪਾਸ ਦੀ ਇਹ ਗੱਲ ਕਰਦੇ ਆ, ਉਹ 39 ਕਰੋੜ ਰੁਪਏ ਲਾ ਕੇ ਉਹ ਸਾਡੀ ਸਰਕਾਰ ਵੇਲੇ ਬਣਿਆ। ਲੋਧੀ ਕਲੱਬ ਰੋਡ ਬਣੀ, ਸਭ ਤੋਂ ਪਹਿਲਾਂ LED ਮੇਰੇ ਵਾਰਡ 'ਚ ਲੱਗੀਆਂ। ਦੇਖੋ ਅੱਜ ਕੀ ਹੋਟਲ ਦੀ ਬੈਕ ਦੇ ਉੱਤੇ ਇੱਕ ਕਲੋਨੀ ਨੂੰ ਰਸਤਾ ਲਾਉਣ ਵਾਸਤੇ ਤਾਂ ਸੜਕ ਚੌੜੀ ਹੋ ਗਈ, ਕਿਉਂ ਨਹੀਂ ਠੀਕ ਕਰਾਓ। ਉਹ LED ਦਾ ਮੈਨੂੰ ਜਲਦੀਆਂ ਨਜ਼ਰ ਆ ਰਹੀਆਂ, ਕਹਿੰਦੇ ਕੋਈ ਜਲਦੀ ਨਹੀਂ ਲਾਈਟ ਤੁਹਾਡੇ ਸਾਹਮਣੇ ਜਲਦੀ ਹੈ। ਬੰਦ ਵੀ ਨੇ ਸਨੀ ਜੀ, ਵਿੱਚ ਬੰਦ ਵੀ ਨੇ ਸਨੀ ਜੀ, ਬੰਦ ਨੇ ਕਿਹੜੀ ਹੈ? ਇਹ ਦੋ ਬਲਬ ਮੰਗਾ ਜੀ ਵਿੱਚ ਬੰਦ ਵੀ ਨੇ ਸਨੀ ਜੀ, ਬੰਦ ਨੇ ਵਿੱਚ। ਆਪਾਂ ਚਰਚਾ ਨੂੰ ਵਿਰਾਮ ਦਈਏ। 2014 ਤੁਹਾਨੂੰ ਵੋਟ ਪਈ ਆ ਲੋਕ ਸਭਾ ਚੋਣਾਂ 'ਚ 27671, ਤੁਹਾਨੂੰ 2017 'ਚ ਵੋਟ ਪਈ ਆ ਇੱਥੋਂ ਪੱਛਮੀ ਚੋਂ 2017 ਪੱਛਮੀ ਵੋਟ ਪਈ ਆ ਤੁਹਾਨੂੰ 22620 ਤੇ 2019 ਦੇ ਲੰਘ ਕੇ ਗਈਆਂ ਲੋਕ ਸਭਾ ਚੋਣਾਂ ਤੁਹਾਨੂੰ ਵੋਟ ਪਈ ਆ ਇੱਥੇ ਲੋਕ ਸਭਾ ਚੋਣਾਂ ਤੁਹਾਨੂੰ ਵੋਟ ਪਈ ਆ ਪੱਛਮੀ ਅਕਾਲੀ 38201 ਵੋਟ ਪਰਸੈਂਟੇਜ ਮੋਦੀ ਦੀ ਲਹਿਰ ਸੀਗੀ। ਅਕਾਲੀ ਨਹੀਂ ਉਹ ਇਸ ਤਰ੍ਹਾਂ ਨਾ ਮੋਦੀ ਦੀ ਮੈਂ ਸਵਾਲ ਕਰ ਲਾ ਜੀ ਦੇ ਨਾਲ ਤੇ 2 BJP ਉਧਰੋਂ ਮੋਂਗਾ ਸਵਾਲ ਤਾਂ ਪੂਰਾ ਹੋ ਲੈਣ ਦੋ। ਮੋਂਗਾ ਸਵਾਲ ਕਿਉਂ ਨਹੀਂ ਪੂਰਾ ਹੁੰਦਾ? ਅਕਾਲੀ ਭਾਜਪਾ ਗੱਠਜੋੜ ਸੀ, ਮਹੇਸ਼ ਇੰਦਰ ਗਰੇਵਾਲ ਸਾਹਿਬ ਜਿਹੜੇ ਕੈਂਡੀਡੇਟ ਸੀਗੇ, ਵੋਟ 38000 ਤੁਹਾਨੂੰ ਪਈ ਹੈ। ਮੋਦੀ ਲਹਿਰ ਵੀ ਸੀਗੀ, ਗੱਠਜੋੜ ਵੀ ਸੀਗਾ, ਹੁਣ ਗੱਠਜੋੜ ਵੀ ਨਹੀਂ ਹੈਗਾ। ਕੈਂਡੀਡੇਟ ਨੂੰ ਲੈ ਕੇ ਵੀ ਰੋਲਾ ਪੈ ਰਿਹਾ ਵਾ। ਇੱਕ ਤੁਹਾਡੇ ਸਿੱਧੂ ਸਾਹਿਬ ਵੀ ਇੱਥੇ ਆਏ ਹੋਏ ਨੇ, ਜੇਟਲੀ ਸਾਹਿਬ ਕਹਿੰਦੇ ਜੇ ਉਹਨੂੰ ਟਿਕਟ ਦਿੱਤੀ ਹੈ ਤੇ ਬਗਾਵਤ ਹੋਏਗੀ ਤੇ ਕਿੱਦਾਂ ਮੈਨੇਜ ਕਰੋਗੇ? ਦੇਖੋ ਬਗਾਵਤ ਕੋਈ ਨਹੀਂ ਹੋਣੀ, ਜਿਹੜਾ ਵੀ ਕੈਂਡੀਡੇਟ ਸਾਡਾ ਖੜੂਗਾ ਅਸੀਂ ਉਹਨੂੰ ਫੁੱਲ ਪਹਿਲਾਂ ਨਾ ਭਾਈ ਸਾਹਿਬ ਸਨੀ ਭੱਲਾ ਜੀ ਕੰਪਲੀਟ ਕਰ ਲੈ। ਤੁਸੀਂ ਨਾ ਤੁਹਾਡੀ ਆਦਤ ਹੈ ਵਿੱਚ ਬੋਲਣ ਦੀ। ਅਸੀਂ ਜਵਾਬ ਮੈਨੂੰ ਪੁੱਛਿਆ, ਮੈਨੂੰ ਜਵਾਬ ਦੇ ਲੈਣ ਦਿਓ। ਇਸ ਤਰ੍ਹਾਂ BJP ਜਿਹੜਾ ਵੀ ਕੈਂਡੀਡੇਟ ਖੜਾ ਕਰੂਗੀ, ਸਾਡੇ ਸਾਰੇ ਜਿੰਨੇ ਵੀ ਭਾਵੇਂ ਪੁਰਾਣੇ ਲੜੇ ਹੈ ਜਾਂ ਹੋਰ ਚਾਹਵਾਨ ਨੇ,
ਉਹ ਸਾਰੇ ਹੀ ਉਸ ਕੈਂਡੀਡੇਟ ਨੂੰ ਸਪੋਰਟ ਕਰਾਂਗੇ ਜੋ ਸਾਡੀ ਪਾਰਟੀ ਡਿਸਾਈਡ ਕਰੂਗੀ, ਫੁੱਲ ਸਪੋਰਟ ਕਰਾਂਗੇ, ਜਿਤਾਵਾਂਗੇ। ਅਕਾਲੀ ਦਲ ਦਾ ਘਾਟਾ ਕਿਵੇਂ ਪੂਰਾ ਕਰੋਗੇ? ਵੱਡਾ ਇੱਕ ਮਿੰਟ ਦੇਖੋ ਸਾਡਾ ਅਲਾਈਅੰਸ ਸੀ ਜਦੋਂ ਅਸੀਂ ਇਕੱਠੇ ਲੜੇ ਹਾਂ, ਹੁਣ ਐਤਕੀ ਅਕਾਲੀ ਦਲ ਦਾ ਵੱਖਰਾ ਘਾਟਾ ਪੂਰਾ ਕਰੋਗੇ? ਕੋਈ ਘਾਟਾ ਨਹੀਂ ਪਏਗਾ, ਅਕਾਲੀ ਦਲ ਆਪਣੇ ਹਰ ਪਾਰਟੀ ਆਪਣੇ ਲੈਵਲ ਤੇ ਲੜੇਗੀ ਔਰ ਅਸੀਂ ਇਹ ਸੀਟ ਜਿਤਾਂਗੇ। ਨਹੀਂ, ਇੱਕ ਵੋਟ ਬੈਂਕ ਤਾਂ ਹੁੰਦਾ ਨਾ ਅਕਾਲੀ ਬੀਜੇਪੀ ਦਾ ਜੁਆਇੰਟ। ਨਹੀਂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਬੀਜੇਪੀ ਦੀ ਆਪਣਾ ਵੋਟ ਬੈਂਕ ਹੈ, ਅਕਾਲੀ ਦਲ ਦਾ ਆਪਣਾ, ਕਾਂਗਰਸ ਦਾ ਆਪਣਾ, ਆਮ ਆਦਮੀ ਪਾਰਟੀ ਦਾ ਆਪਣਾ, ਹਰ ਬੰਦਾ ਆਪਣੇ ਲੈਵਲ ਤੇ ਲੜੂਗਾ ਔਰ ਅਸੀਂ ਜਿੱਤਾਂਗੇ। ਸੀ ਹਾਂਜੀ ਨਾਨਕ ਸਿੰਘ ਜੀ, ਤੁਹਾਨੂੰ ਆਮ ਆਦਮੀ ਪਾਰਟੀ ਨੂੰ ਵੋਟ ਪੱਛਮੀ 'ਚ ਬਹੁਤ ਸੋਹਣੀ ਵੋਟ ਪਈ ਹੈ 38599, ਠੀਕ ਹੈ ਜੀ। 2017 ਤੁਹਾਨੂੰ ਵੋਟ ਪਈ ਹੈ, ਮੈਂ ਤੁਹਾਨੂੰ ਦੱਸ ਦਵਾਂ, 2017 ਤੁਹਾਨੂੰ ਵੋਟ ਪਈ ਹੈ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ 30,106 ਤੇ 19 ਤੁਹਾਨੂੰ ਵੋਟ ਪਈ ਆ ਆਮ ਆਦਮੀ ਪਾਰਟੀ ਨੂੰ 1685। ਇੱਕ ਵਾਰ ਜੋਗੀ ਵੋਟ ਵੀ ਨਹੀਂ ਰਹਿੰਦੀ। ਤੇ ਵਿਰੋਧੀ ਧਿਰ ਦੀ ਰੋਲ ਵੀ ਜਿਹੜਾ ਮੈਂ ਕਹਿ ਸਕਾਂ ਵੀ ਤੁਹਾਡੇ ਕੈਂਡੀਡੇਟ ਆਉਂਦੇ ਆ, ਹਾਰ ਜਿੱਤ ਬਣੀ ਹੋਈ ਆ, ਹਾਰਨ ਤੋਂ ਬਾਅਦ ਕੈਂਡੀਡੇਟ ਗਾਇਬ ਹੋ ਜਾਂਦੇ ਆ। ਕਿੱਦਾਂ ਵਿਰੋਧੀ ਧਿਰ ਦਾ ਜੀ ਅੱਜ ਸਮੱਸਿਆਵਾਂ ਗਿਣਾ ਰਹੇ ਨੇ, ਬਾਕੀ ਦੋਸਤ ਗਿਣਾ ਰਹੇ ਨੇ, ਜਿਹਨਾਂ ਨੇ ਕੁਝ ਨਹੀਂ ਕੀਤਾ, ਤੁਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੋ। ਕਿੱਦਾਂ 1685 ਵੋਟਾਂ ਨੂੰ ਇਹਨਾਂ ਦਾ ਮੁਕਾਬਲਾ ਕਰੋਗੇ? ਦੇਖੋ ਸਾਡੇ ਜਿਹੜੇ ਤੁਸੀਂ ਹੁਣ ਗੱਲ ਕਰ ਰਹੇ ਹੋ, ਉਸ ਤੋਂ ਪਹਿਲਾਂ ਵਾਲੀ ਵੀ ਗੱਲ ਕਰ ਲਓ ਕਿ ਜਦੋਂ ਸਾਨੂੰ 30,000 ਵੋਟ ਪਈ, 30,000 ਵੋਟ ਕੋਈ ਅਸੀਂ ਵੀ ਆਏ ਸਾਂ, ਅਸੀਂ ਕੋਈ ਰਾਜਨੀਤਿਕ ਦਲ ਤੋਂ ਵੀ ਨਹੀਂ ਨਿਕਲ ਕੇ ਆਏ, ਅਸੀਂ ਤਾਂ ਆਮ ਜਨਤਾ ਤੋਂ ਜਿਹੜੇ ਨਿਕਲ ਕੇ ਆਏ ਆ। ਇਹ ਲੋਕ ਤਾਂ ਫੇਰ ਇੰਨੇ ਸਾਲਾਂ ਤੋਂ ਰਾਜ ਹੀ ਕਰਦੇ ਆਏ ਨੇ। ਅੱਜ ਕੀ ਕਰ ਰਹੇ ਨੇ? ਅੱਜ ਦੀ ਕੰਡੀਸ਼ਨ, ਮੈਂ ਉਹੀ ਕਹਿ ਰਿਹਾ, ਅੱਜ ਦੀ ਕੰਡੀਸ਼ਨ ਦੇਖੋ। ਅਗਰ ਅਸੀਂ ਦਿੱਲੀ ਦੇ ਅੰਦਰ, ਇੱਕੋ ਹੀ ਸਾਡੀ ਸਰਕਾਰ ਹੈ ਦਿੱਲੀ ਦੇ ਅੰਦਰ, ਦਿੱਲੀ ਦੇ ਕੰਮ ਦੇਖ ਲਓ। ਅੱਜ ਲੋਕ ਦਿੱਲੀ ਕੰਮ ਦੇਖ ਲਈਏ ਤਾਂ ਲੋਕ ਸਭਾ ਜ਼ੀਰੋ ਆ ਤੁਹਾਡਾ ਉੱਥੇ, ਲੋਕ ਸਭਾ ਜ਼ੀਰੋ, ਵਿਧਾਨ ਸਭਾ 'ਚ ਅਸੀਂ ਤੀਜੀ ਵਾਰੀ ਸਰਕਾਰ ਬਣਾ ਰਹੇ ਹਾਂ। ਸਰਕਾਰ ਬਣਾ ਕੇ ਮੋਦੀ ਸਾਹਿਬ ਠੀਕ ਨੇ। ਫਿਰ ਮੈਂ ਪਹਿਲਾਂ ਕਿਹਾ ਵੀ ਹਾਰ ਜਿੱਤ ਦਾ ਮੁਲਾਂਕਣ ਨਹੀਂ ਮੈਂ ਕਰਦਾ ਹੈਗਾ, ਮੈਂ ਵੋਟਾਂ ਦੀ ਗੱਲ ਕਰਦਾ ਵਾਂ। 1685 ਵੋਟ ਨੂੰ ਕਿਵੇਂ ਅੱਗੇ ਲੈ ਕੇ ਜਾਊਂਗੇ? ਬਿਲਕੁਲ ਅਸੀਂ ਹਲਕੇ ਦੀ ਵੀ ਗੱਲ ਕਰ ਰਹੇ ਹਾਂ। ਮੈਂ ਪੂਰੇ, ਤੁਸੀਂ ਅਗਰ ਸਟੇਟ ਦੀ ਗੱਲ, ਬਿਲਕੁਲ ਨਹੀਂ ਬਿਲਕੁਲ ਅਸੀਂ ਹੁਣ ਬਹੁਤ ਤੇਜ਼ੀ ਨਾਲ ਲੋਕ ਸਾਡੇ ਨਾਲ ਜੁੜ ਰਹੇ ਨੇ, ਲੋਕਾਂ ਨੂੰ ਅਸੀਂ ਦੱਸ ਰਹੇ ਹਾਂ, ਉੱਥੇ ਦੀਆਂ ਵੀ ਗੱਲਾਂ ਦੱਸ ਰਹੇ ਹਾਂ। ਇੱਥੇ ਵੀ ਅਸੀਂ ਜਿਹੜਾ ਵਿਕਾਸ, ਨਵੇਂ ਵਿਕਾਸ ਦੀ ਗੱਲ ਕਰਦੇ ਆਪਾਂ। ਤੁਹਾਡੇ 'ਚ ਕੀ ਨਾਨਕ ਸਿੰਘ ਸਵਾਲ ਪੂਰਾ ਹੁੰਦੋ, ਇਹਨਾਂ ਦੀ ਚਲੋ ਵਿਕਾਸ ਦੀ ਗੱਲ ਜਨਤਾ ਨੇ ਜਵਾਬ ਦੇਣਾ ਵਾ। ਤੁਹਾਡਾ ਵੋਟ ਬੈਂਕ ਘਟਿਆ ਕਿਉਂ ਆ? ਕਾਰਨ ਕੀ ਹੈਗਾ? 30,000 ਤੋਂ 35,000 ਤੋਂ ਸਿੱਧਾ 1600, ਹਜ਼ਾਰਾਂ ਵਿੱਚ ਵੀ ਨਹੀਂ ਗਏ ਤੁਸੀਂ, ਤੀਜਾ ਅੰਕੜਾ ਵੀ ਪਾਰ ਨਹੀਂ ਕੀਤਾ। ਬਿਲਕੁਲ ਉਸ ਵੇਲੇ ਜਦੋਂ ਲੋਕ ਸਭਾ ਦੀ ਤੁਸੀਂ ਗੱਲ ਕਰ ਰਹੇ ਹੋ, ਪਿੱਛੇ ਉਸੇ ਦੀ ਗੱਲ ਕਰ ਰਹੇ ਹੋ, ਲੋਕ ਸਭਾ ਚੁਣਾਵ ਜਿਹੜਾ ਜਿਮਨੀ ਚੋਣ ਹੋਈ ਹੈ, ਉਸ ਵੇਲੇ ਅਸੀਂ ਕੈਂਡੀਡੇਟ ਨੂੰ ਲਾਸਟ ਮੂਮੈਂਟ ਦੇ ਉੱਤੇ ਜਿਹੜਾ ਵੇ ਪ੍ਰਚਾਰ ਸਾਡਾ ਉਹਨਾਂ ਹੋ ਨਹੀਂ ਪਾਇਆ ਸੀ, ਔਰ ਲਾਸਟ ਮੂਮੈਂਟ ਦੇ ਉੱਤੇ ਅਸੀਂ ਉਹਨੂੰ ਟਿਕਟ ਦਿੱਤੀ ਸੀ। ਉਹਦੇ ਕੋਲ ਤਕਰੀਬਨ 10-12 ਦਿਨ ਦਾ ਹੀ ਟੋਟਲ ਦਾ ਵੋਟ ਬੈਂਕ ਨਹੀਂ ਹੈਗਾ। ਜਿਹੜਾ ਇੰਟਰਨਲ ਮੈਂ ਦੱਸਦਾ ਕੀ ਹੈ, 2014 ਚ ਪੋਜੀਸ਼ਨ ਕੀ ਸੀ, ਤੁਹਾਡੇ ਬੂਥ ਵੀ ਨਹੀਂ ਲੱਗੇ ਸੀਗੇ ਤੇ ਲੋਕਾਂ ਨੇ ਠਾਠਾ ਵੋਟਾਂ ਪਾਈਆਂ ਸੀਗੀਆਂ। ਇਸ ਵਾਰ ਕੀ ਅਜਿਹਾ ਹੋ ਗਿਆ 19 ਚ? ਬਿਲਕੁਲ ਅਸੀਂ ਲੋਕਾਂ ਨੂੰ ਉਹ ਚੀਜ਼ ਦੱਸ ਨਹੀਂ ਪਾਏ। ਇਹਨਾਂ ਨੇ ਝੂਠ ਸੱਚ ਬੋਲ ਕੇ ਉਸ ਚੀਜ਼ ਨੂੰ ਉਧਰ ਕੀਤਾ। ਅਸੀਂ ਜ਼ਿੰਮੇਵਾਰੀ ਤਾਂ ਨਾ ਭੱਜੋ, ਆਪਣੀ ਜ਼ਿੰਮੇਵਾਰੀ। ਵੋਟ ਲੋਕਾਂ ਨੇ ਪਾਣੀ ਹੁੰਦੀ ਆ, ਲੋਕਾਂ ਨੇ ਵੋਟ ਪਾਣੀ ਹੁੰਦੀ ਆ। ਲੋਕ ਦੇਖਦੇ ਨੇ, ਲੋਕਾਂ ਨੂੰ ਸ਼ਾਇਦ ਆਪਣੀ ਗੱਲ ਵੀ ਪੂਰੀ ਕਰੋ। ਦੂਜੀ ਗੱਲ ਕਰਦਾ, ਵੋਟਾਂ ਉਹੀ ਨੇ ਤੁਹਾਡੀਆਂ ਅਕਾਲੀ ਬੀਜੇਪੀ ਵਾਲਾ, ਭਾਜਪਾ ਵਾਲਾ ਘਾਟਾ ਕਿੱਥੋਂ ਪੂਰਾ ਕਰੋਗੇ? ਮਹੇਸ਼ਿੰਦਰ ਗਰੇਵਾਲ ਸਾਹਿਬ ਦੀ ਗੱਲ ਹੁੰਦੀ ਆ ਵੀ ਉਹਨੂੰ ਇਲੈਕਸ਼ਨ ਲੜਾਈ ਜਾਏਗੀ, ਪਰ ਉੱਥੇ ਆ ਕੇ ਵੀ ਕਿਤੇ ਨਾ ਕਿਤੇ ਕਿੰਤੂ ਪਰੰਤੂ ਸ਼ੁਰੂ ਹੋ ਜਾਂਦੀ ਆ। ਕਿਵੇਂ ਘਾਟਾ ਪੂਰਾ ਕਰੋਗੇ ਬੀਜੇਪੀ ਦਾ? ਤਾਂ ਜੀ ਗੱਲ ਇਹ ਆ, ਜਿੰਨੀ ਵਾਰੀ ਅਕਾਲੀ ਦਲ ਵੈਸਟ ਤੋਂ ਲੜਿਆ ਉਹਦੀ ਵੋਟ ਘਟੀ ਨਹੀਂ, ਕਾਂਗਰਸ ਤੋਂ ਜਿੱਤਦਾ ਰਿਹਾ। ਮਹੇਸ਼ਿੰਦਰ ਗਰੇਵਾਲ ਵੀ ਕਲੋਜ਼ ਫਾਈਟ ਦੇ ਗਏ। ਉਸ ਤੋਂ ਪਹਿਲਾਂ ਵੀ ਜਿਹੜੀ ਇਲੈਕਸ਼ਨ ਹੋਈ ਆ ਉਦੋਂ ਵੀ ਕਲੋਜ਼ ਫਾਈਟ ਹੋਈ ਆ। ਹਰੀਸ਼ ਰਾਏ ਟਾਂਡਾ ਵੀ ਵੈਸਟ ਚੋਂ ਜਿੱਤੇ ਸੀਗੇ ਇੱਕ ਵਾਰੀ। ਗੱਲ ਕਹਿਣ ਦਾ ਮਤਲਬ ਹੈ, ਜਦੋਂ ਬੀਜੇਪੀ ਦੇ ਕੈਂਡੀਡੇਟ ਨੂੰ ਜਿਹੜੀ ਆ ਨਾ ਵੋਟ ਪੈਣ ਲੱਗੇ, ਉਹ ਕਿਤੇ ਸਾਡੇ ਵੀ ਸਮਝ ਤੋਂ ਬਾਹਰ ਆ, ਉਹ ਕਿਤੇ ਹਾਸ਼ੀਏ 'ਚ ਹੀ ਆ ਜਾਂਦਾ ਕੈਂਡੀਡੇਟ। ਪਿਛਲੀ ਵਾਰੀ 2 ਵਾਰੀ ਇਹਨਾਂ ਨੇ ਇਲੈਕਸ਼ਨ ਲੜੀ ਆ ਉੱਥੋਂ, ਤੇ ਉਦੋਂ ਕਮਲ ਚੇਤਲੀ ਜੀ ਨੇ, ਤੇ ਉਹਨਾਂ ਨੇ ਉਦੋਂ ਵੋਟ ਬਹੁਤ ਘੱਟ ਪਈ ਆ ਬੀਜੇਪੀ ਨੂੰ। ਤੇ ਜਿਹੜਾ ਜਦੋਂ ਕੈਂਡੀਡੇਟ ਅਕਾਲੀ ਦਲ ਦਾ ਲੜਦਾ, ਜਿਵੇਂ ਮਹੇਸ਼ਿੰਦਰ ਗਰੇਵਾਲ ਇਲੈਕਸ਼ਨ ਲੜੇ ਸੀ ਐਤਕੀ ਮੈਂਬਰ ਪਾਰਲੀਮੈਂਟ ਦੀ, ਬਿਲਕੁਲ ਕਲੋਜ਼ ਫਾਈਟ ਸੀ। ਕਲੋਜ਼ ਨਹੀਂ ਸੀ। 9000 ਦਾ ਫਰਕ ਇਸ ਵਾਰ ਵੀ ਹੈਗਾ ਵਾ। ਮੋਦੀ ਲਹਿਰ ਵੀ ਸੀਗੀ, ਇਸ ਚੀਜ਼ ਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ। ਮੋਦੀ ਲਹਿਰ ਕਰਕੇ ਇੱਕ ਵੱਡਾ ਤੁਹਾਨੂੰ ਵੋਟ ਬੈਂਕ ਮਿਲਿਆ। ਚਰਚਾ ਹੈ ਵੀ ਥੋੜਾ ਜ਼ੋਰ ਲਾ ਰਹੇ ਨੇ, ਜ਼ੋਰ ਨਹੀਂ ਲਾਇਆ ਅਕਾਲੀ ਦਲ ਨੇ। ਇਸ ਟਾਈਮ ਮੁੱਦਾ ਸਿਰਫ ਵੈਸਟ ਦਾ ਸੀ। ਵੋਟਾਂ ਦਾ ਮੁਲਾਂਕਣ ਵੀ ਤਾਂ ਕਰਦੇ ਨਾ, ਅਸੀਂ ਵੋਟਾਂ ਦਾ ਮੁਲਾਂਕਣ ਵੀ ਕਰਦੇ ਹਾਂ ਅਸੀਂ। ਮੈਂ ਦੱਸ ਰਿਹਾ, ਫਿਰ ਗੱਲ ਲੰਬੀ ਚਲੀ ਜਾਣੀ ਆ, ਦੂਰ ਵੀ ਚਲੀ ਜਾਣਾ। ਇੱਕ ਮੌਂਗਾ ਜੀ ਨੇ ਵੀ ਗੁੱਸਾ ਕਰ ਜਾਣਾ। ਇਹ ਜਦੋਂ ਸਾਡੀ ਵਾਰੀ ਆਉਂਦੀ ਸੀ ਨਾ, ਉਦੋਂ ਕਿਤੇ ਨਾ ਕਿਤੇ ਇਹ ਵੋਟ ਵੱਲੋਂ ਨਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਹੀ ਬਹੁਤ ਕੋਸ਼ਿਸ਼ਾਂ ਚੱਲਦੀਆਂ ਰਹੀਆਂ। ਆ ਕਿਸਾਨਾਂ ਵਾਲੇ ਮੁੱਦੇ ਦੇ ਉੱਤੇ ਵੀ, ਜੇ ਮੋਦੀ ਸਰਕਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਗੱਲ ਮੰਨ ਲੈਂਦੇ ਤੇ ਬਿੱਲ ਵਾਪਸ ਲੈ ਲੈਂਦੇ, ਜਾਂ ਉਦੋਂ ਅਮੈਂਡਮੈਂਟ ਹੀ ਮੰਗਦੇ ਸੀ ਲੋਕ, ਉਦੋਂ ਹੀ ਦੇ ਦਿੰਦੇ, ਅੱਜ ਪੰਜਾਬ ਦੇ ਵਿੱਚ ਬੀਜੇਪੀ ਹਾਸ਼ੀਏ ਤੇ ਨਾ ਆਉਂਦੀ। ਅਕਾਲੀ ਦਲ ਦਾ ਤੇ 40 ਸਾਲ ਦਾ ਪੁਰਾਣਾ ਗੱਠਜੋੜ ਉਹ ਨਾ ਟੁੱਟਦਾ। ਇਸ ਕਰਕੇ ਇਹ ਗੱਲ ਸੋਚਣ ਦੀ ਆ। ਸਾਨੂੰ ਕਿਤੇ ਨਾ ਕਿਤੇ ਅਸੀਂ ਬੋਲਦੇ ਨਹੀਂ ਸੀ। ਜਿਹੜੀ ਬੀਜੇਪੀ ਸਰਕਾਰ ਸੀ, ਬੀਜੇਪੀ ਦੀ ਲੀਡਰਸ਼ਿਪ ਸੀ, ਉਹ ਸਾਨੂੰ ਕਿਤੇ ਨਾ ਕਿਤੇ ਆ ਕੇ ਸਾਨੂੰ ਪੱਲਾ ਝਾੜ ਜਾਂਦੀ ਸੀ। ਪਰ ਸਾਡਾ ਗੱਠਜੋੜ ਸੀ ਉੱਪਰਲਾ, ਇਸ ਕਰਕੇ ਸਾਡੇ ਮੂੰਹ ਉਹ ਸ਼ਬਦ ਨਹੀਂ ਸੀ ਨਿਕਲਦੇ। ਅਸੀਂ ਨਹੀਂ ਸੀ ਕਿਹਾ ਜਾਂਦੇ, ਘੁੱਟ ਭਰ ਜਾਂਦੇ ਸੀ, ਪੀ ਜਾਂਦੇ। ਪੰਜਾਬ ਦਾ 1 ਲੱਖ ਕਰੋੜ ਰੁਪਏ ਕਰਜ਼ਾ ਸੀ ਪੈਰਾਮਿਲਟਰੀ ਫੋਰਸਿਸ ਦਾ 1984 ਵੇਲੇ ਤੋਂ ਲੈ ਕੇ
ਉਹ ਸਾਡੇ ਉੱਤੇ ਬੋਝ ਪਿਆ ਹੋਇਆ ਪੰਜਾਬ ਦਾ। ਅੱਜ ਵੀ 2 ਤੋਂ 3 ਹਜ਼ਾਰ ਕਰੋੜ ਰੁਪਈਆ ਸਾਨੂੰ ਉਹਦਾ ਵਿਆਜ ਦੇਣਾ ਪੈਂਦਾ। ਜੇ ਬੀਜੇਪੀ ਐਡੀ ਪੰਜਾਬ ਲਈ ਤੇ ਅਕਾਲੀ ਦਲ ਲਈ ਉਹਨਾਂ ਦੀ ਰੂਹ ਸਾਡੇ ਨਾਲ ਜੁੜੀ ਵੀ ਹੁੰਦੀ ਨਾ, ਤੰਦਾਂ ਮੋਹ ਦੀਆਂ ਜੁੜੀਆਂ ਹੁੰਦੀਆਂ, ਜਾਂ ਸਾਡੇ ਨਾਲ ਦਿਲੋਂ ਜੁੜੇ ਹੁੰਦੇ, ਤਾਂ ਸਾਡਾ 1 ਲੱਖ ਕਰੋੜ ਰੁਪਏ ਕਰਜ਼ਾ ਮਾਫ ਕਰ ਦਿੰਦੇ। ਸੋ ਪੰਜਾਬ ਖੁਸ਼ਹਾਲ ਹੋ ਜਾਂਦਾ, ਪੰਜਾਬ ਨੂੰ ਸੈਂਟਰ ਗਵਰਨਮੈਂਟ ਕੁਛ ਨਾ ਕੁਛ ਦੇ ਦਿੰਦੀ। ਅਸੀਂ ਤਾਂ ਉਹ ਸਾਨੂੰ ਇੰਨਾ ਕੁ ਦਿੰਦੇ ਸੀ, ਅਸੀਂ ਇੰਨਾ ਰੌਲਾ ਪਾਉਂਦੇ ਸੀ। ਛੋਟੇ ਛੋਟੇ ਸਾਨੂੰ ਉਹਨਾਂ ਨੇ ਸੜਕਾਂ ਦਿੱਤੀਆਂ, ਹਾਈਵੇ ਦਿੱਤੇ 5-4, ਅਸੀਂ ਉਹਨਾਂ ਦਾ ਗੋਗਾ ਗਾਇਆ, ਲੋਕਾਂ ਦੀਆਂ ਕਚਹਿਰੀਆਂ 'ਚ ਗਏ। 3 ਸੀਟਾਂ ਤੇ ਬੀਜੇਪੀ ਲੜਦੀ ਆ, 10 ਸੀਟਾਂ ਤੇ ਅਕਾਲੀ ਦਲ ਲੜਦਾ, ਅਸੀਂ ਫੇਰ ਵੀ 13 ਦੀਆਂ 13 ਸੀਟਾਂ ਦੇ ਉੱਤੇ ਗੁਣਗਾਨ ਬੀਜੇਪੀ ਦਾ ਕਰਦੇ ਰਹੇ। ਬੀਜੇਪੀ ਤੋਂ ਅਸੀਂ ਨਾਲ ਮੋਢੇ ਨਾਲ ਮੋਢਾ ਲਾ ਕੇ, ਪਰ ਕਿਤੇ ਨਾ ਕਿਤੇ ਆ ਕੇ ਸਾਡਾ ਇੱਥੇ ਆ ਕੇ ਨੁਕਸਾਨ ਹੋ ਜਾਂਦਾ। ਇਸ ਕਰਕੇ ਪੂਰਾ ਕਰੋਗੇ ਇਸ ਵਾਰ ਬੀਜੇਪੀ ਦਾ? ਦੇਖੋ, ਖਿਡਾਰੀ ਦਾ ਕੰਮ ਹੁੰਦਾ ਵਧੀਆ ਖੇਡ ਦਾ ਮੁਜ਼ਾਹਰਾ ਦੇਣਾ, ਜਿੱਤ ਹਰ ਪ੍ਰਮਾਤਮਾ ਦੇ ਹੱਥ ਹੁੰਦੀ ਹੈ। ਬਹੁਤ ਵੱਡੀਆਂ ਗੱਲਾਂ ਨੇ, ਉਹ ਪੋਲੀਟੀਕਲ ਮੁੱਦੇ ਦੇ ਉੱਤੇ, ਅੱਜ ਡਿਵੈਲਪਮੈਂਟ ਦੇ ਮੁੱਦੇ ਤੇ ਗੱਲ ਕਰਦੇ ਆ। ਜੇ ਕਿਸੇ ਦਿਨ ਸਿਆਸੀ ਮੁੱਦੇ ਦੇ ਉੱਤੇ ਗੱਲ ਕਰਾਂਗੇ, ਉਹ ਵੀ ਆਪਾਂ ਮੁਲਾਂਕਣ ਕਰ ਲਾਂਗੇ। ਕਈ ਵਾਰੀ ਬੰਦਾ ਆਪਦੇ ਭਾਰ ਨਾਲ ਹੀ ਡਿੱਗ ਪੈਂਦਾ। ਸਨੀ ਜੀ, ਪਹਿਲਾਂ ਤੁਹਾਨੂੰ ਸਵਾਲ ਲਊਂਗਾ, ਅਖੀਰ ਦੇ ਵਿੱਚ ਆਖਰੀ ਸਵਾਲ ਆ ਤੁਹਾਡੇ ਤੋਂ ਲਊਂਗਾ। ਮੋਂਗਾ ਜੀ ਪਲੀਜ਼ ਵਿੱਚ ਨਾ ਬੋਲੋ, ਕਿਉਂਕਿ ਆਖਰੀ ਸਵਾਲ ਆ। LED ਲਾਈਟਾਂ ਤੁਸੀਂ ਦਿਖਾਈਆਂ, ਕਈ ਬੰਦ ਵੀ ਨਜ਼ਰ ਆ ਰਹੀਆਂ ਨੇ, ਕਈ ਸਮੱਸਿਆਵਾਂ ਇਹਨਾਂ ਨੇ ਗਿਣਾਈਆਂ, ਕਈ ਇਹਨਾਂ ਨੇ ਗਿਣਾਈਆਂ, ਕਈ ਇਹਨਾਂ ਨੇ ਗਿਣਾਈਆਂ ਜੀ। ਜਿਹੜੀ ਡਿਵੈਲਪਮੈਂਟ ਬਾਰ-ਬਾਰ ਇਹਨਾਂ ਨੇ ਗਿਣਾ ਰਹੇ ਨੇ, ਉਹ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਹੀ ਅੱਜ ਅਸੀਂ ਡਿਬੇਟ ਕਰ ਰਹੇ ਹਾਂ। ਹੈਬੋਵਾਲ ਦੀ ਪੁਲੀ 20 ਸਾਲ ਹੋ ਗਏ, ਦੋਨੋਂ ਸਰਕਾਰਾਂ ਰਹਿ ਗਈਆਂ, ਅੱਜ ਤੱਕ ਉਹਦੀ ਸੜਕ ਪਾਰ ਨਹੀਂ ਹੋ ਪਾਈ। ਉਹ ਦੂਜੀ ਪੁਲੀ ਵੀ ਕਿਹੜੀ ਪੁਲੀ ਹੈਬੋਵਾਲ ਵਾਲੀ? ਸਬਜ਼ੀ ਮੰਡੀ ਦੇ ਨਾਲ ਪੁਲੀ ਹੈ, ਇਹਨਾਂ ਨੇ ਬਣਾਈ ਸੀ। ਅੱਜ ਜੀ ਉਹ ਜਿਹੜੀ ਹੁਣ ਸਿੰਗਲ ਹੀ ਪੁਲੀ ਚੱਲਦੀ ਹੈ, ਉੱਥੇ ਅੱਜ ਵੀ ਜਾਮ ਲੱਗਦਾ, ਉਹਦਾ ਕੋਈ ਨਹੀਂ। ਕੀ ਆ ਮੈਂ ਦੱਸਦਾ, ਉਹ ਇੱਕ ਛੋਟਾ ਜਿਹਾ ਪਲਾਟ ਕਿਸੇ ਦਾ ਪ੍ਰਾਈਵੇਟ ਆਉਂਦਾ। ਜੇ ਅਸੀਂ ਆਹ 300 ਫੁੱਟਾ ਬਾਈਪਾਸ ਦਾ ਜਿਹੜਾ ਮਿਸਿੰਗ ਲਿੰਕ ਸੀਗਾ, ਉਹ ਦੁਬਾਰਾ ਅਕਵਾਇਰ ਕਰਕੇ ਉਹ ਬਣਾ ਸਕਦੇ ਆ, ਉਹ ਬਣਾਇਆ। ਇਹ ਸਾਰਾ ਪਾਸੀ ਨਗਰ ਦੇ ਵਿੱਚ ਦੀ ਬਾਈਪਾਸ ਨਿਕਲਦਾ ਸੀ, ਉਹ ਦੁਬਾਰਾ ਉਹਨੂੰ ਅਕਵਾਇਰ ਕਰਕੇ ਉਹਨੂੰ ਨਵੇਂ ਸਿਰੇ ਤੋਂ ਨਵੇਂ ਰੇਟਾਂ ਦੇ ਉੱਤੇ ਕਰ ਸਕਦੇ ਆ। ਤਾਂ 150 ਗਜ ਦਾ ਪਲਾਟ ਵੀ ਤਾਂ ਅਕਵਾਇਰ ਕੀਤਾ ਜਾ ਸਕਦਾ, ਉਹਦੇ ਪੈਸੇ ਜਮ੍ਹਾਂ ਕਰਾਏ ਜਾ ਸਕਦੇ। ਸਮੱਸਿਆਵਾਂ ਹਲੇ ਬਹੁਤ ਨੇ, ਕਿਉਂਕਿ ਭਾਵੇਂ ਸਾਨੂੰ ਕਿੰਨਾ ਕਿੰਨਾ ਨਜ਼ਰ ਆ ਰਿਹਾ। ਜਿਹੜੀ 20 ਸਾਲ ਪੁਰਾਣੀ ਸਮੱਸਿਆ ਇਹਨਾਂ ਨੂੰ ਹੁਣ ਯਾਦ ਆ ਗਈ ਹੈ। ਇਹ 10 ਸਾਲ 'ਚ ਇਹਨਾਂ ਦੀ ਸਰਕਾਰ ਸੀ, ਉਦੋਂ ਹੱਲ ਨਹੀਂ ਹੋਇਆ, ਪਰ ਅਸੀਂ ਫੇਰ ਵੀ ਉਹ ਜਿਨ੍ਹਾਂ ਦੀ ਉਹ ਜਗ੍ਹਾ ਹੈ ਉਹਨਾਂ ਨਾਲ ਅਸੀਂ 4 ਵਾਰ ਮੀਟਿੰਗ ਕਰ ਚੁੱਕੇ ਹਾਂ। ਬੜੀ ਜਲਦੀ ਉਹਦਾ ਕੋਈ ਨਾ ਕੋਈ ਹੱਲ ਹੋਏਗਾ ਤੇ ਉਹ ਪੁਲੀ ਬਿਲਕੁਲ ਦੋਨੋਂ ਪਾਸਿਓਂ ਚਾਲੂ ਹੋ ਜਾਏਗੀ। LED ਲਾਈਟਾਂ ਦੀ ਗੱਲ ਹੋ ਗਈ, ਭਾਵੇਂ ਇਹਨਾਂ ਨੇ ਸਵਾਲ ਕੀਤੇ, ਇਹਨਾਂ ਨੇ ਸਵਾਲ ਕੀਤੇ, ਮੋਂਗਾ ਨੇ ਸਵਾਲ ਕੀਤੇ। ਸਵਾਲ ਜਾਇਜ਼ ਨੇ, ਜਨਤਾ ਨਾਲ ਜੁੜੇ ਹੁੰਦੇ ਨੇ। ਵਿਰੋਧੀ ਧਿਰ ਦਾ ਰੋਲ ਹੀ ਇਹ ਹੁੰਦਾ ਵੀ ਲੋਕਾਂ ਦੀ ਆਵਾਜ਼ ਲੈ ਕੇ ਜਾਣਾ। ਕਿ ਇਹ ਸਮੱਸਿਆ ਨਾਲ ਸਾਲ ਦੇ ਵਿੱਚ ਹੱਲ ਹੋਏਗਾ ਕਿ ਨਹੀਂ ਹੋਏਗਾ? ਬਿਲਕੁਲ ਹੋਏਗਾ। ਜਿਹੜੀ ਇਹਨਾਂ ਦੀ ਜਾਇਜ਼ ਸਮੱਸਿਆ ਜਿਹੜੀ ਇਹਨਾਂ ਨੇ ਦੱਸੀ ਹੈ, ਤਨਵੀਰ ਜੀ ਦਾ ਆਪ ਇਲੈਕਟਡ ਰਹੇ, ਇਹਨਾਂ ਨੂੰ ਜ਼ਿਆਦਾ ਪਤਾ ਪ੍ਰੈਕਟੀਕਲੀ, ਤੇ ਉਹ ਬਿਲਕੁਲ ਹੱਲ ਹੋਏਗਾ। ਨਹੀਂ ਤਾਂ ਪਬਲਿਕ ਤਾਂ ਤਿਆਰ ਹੀ ਹੈ ਜਵਾਬ ਦੇਣ ਨੂੰ। ਜਿਹੜਾ ਕੰਮ ਨਹੀਂ ਕਰੂਗਾ, ਇਹਨਾਂ ਨੂੰ ਬਿਠਾਈ ਦਿੱਤਾ ਘਰ ਸਾਰਿਆਂ ਨੂੰ, ਤੇ ਅੱਗੇ ਵੀ ਬਿਠਾ ਦੇਣਗੇ। ਰੱਬ ਸਭ ਕੁਝ ਦੇਖਦਾ ਹੈ, ਕੌਣ ਆਪਣੀ ਨੀਅਤ ਸਾਫ਼ ਨਾਲ ਕੰਮ ਕਰਦਾ ਹੈ, ਕੌਣ ਵਾਕਈ ਲੁਧਿਆਣੇ ਦੀ ਭਲਾਈ ਚਾਹੁੰਦਾ ਜਾਂ ਵੈਸਟ ਦੀ ਭਲਾਈ ਚਾਹੁੰਦਾ। ਇਹ ਅਹਿਮ ਸਵਾਲ ਆ। ਚਰਚਾ ਹੋਈ ਆ 5 ਹਲਕਿਆਂ ਦੀ, ਲੋਕ ਇਨਸਾਫ ਪਾਰਟੀ ਨੇ ਆਪਣਾ ਨੁਮਾਇੰਦਾ ਭੇਜਿਆ। ਵਾਰ-ਵਾਰ ਇਹ ਐਲੀਗੇਸ਼ਨ ਲੱਗਦਾ ਵੀ ਬੈਂਸ ਸਾਹਿਬ ਤੇ ਆਸ਼ੂ ਜੀ ਦੀ ਆਪਣੀ ਗੰਢ ਤੋਂ ਪੈ ਗਈ ਆ। ਉਹ ਗੰਢ ਤੋਂ ਬਾਅਦ ਮੈਨੂੰ ਕਿਤੇ ਨਾ ਕਿਤੇ ਨਜ਼ਰ ਆਈ ਆ। ਅੱਜ ਲੋਕ ਇਨਸਾਫ ਪਾਰਟੀ ਦਾ ਨੁਮਾਇੰਦਾ ਨਹੀਂ ਇੱਥੇ ਆਇਆ ਹੈਗਾ। ਕੀ ਕਾਰਨ ਸਮਝ ਰਹੇ ਹੋ ਕਿ ਸੱਚੀ ਗੰਢ ਤੋਂ ਆਪਾਂ? ਹਾਲਾਂਕਿ ਕਾਰਨ ਇਹ ਦੱਸ ਰਹੇ ਨੇ, ਉਹਨਾਂ ਨੇ ਮੀਡੀਆ ਇੰਚਾਰਜ ਵੀ ਬਾਹਰ ਬੰਦਾ ਨਹੀਂ ਭੇਜ ਸਕਦਾ। ਜਦੋਂ 5 ਹਲਕੇ ਵਿੱਚ ਬੰਦਾ ਭੇਜਿਆ ਜਾਂਦਾ, ਕੀ ਕਾਰਨ ਨੇ? ਮੰਤਰੀ ਭਾਰਤ ਭੂਸ਼ਣ ਆਸ਼ੂ ਅੱਗੇ ਮੂੰਹ ਖੋਲਣ ਤੋਂ ਆਮ ਆਦਮੀ ਜਿਹੜੀ ਲੋਕ ਇਨਸਾਫ ਪਾਰਟੀ ਉਹ ਕੰਨੀ ਕਤਰਾਉਂਦੀ ਆ। ਕੀ ਪਤਾ ਉਹ ਇੰਨੀ ਵਾਰ ਦੇ MLA ਹੈਗੇ, ਉਹਨਾਂ ਨੂੰ ਦਿਖ ਰਹੀ ਹੋਵੇਗੀ ਇੰਨੀ ਡਿਵੈਲਪਮੈਂਟ ਤਾਂ ਮੈਂ ਨਹੀਂ ਕਦੀ ਕਰਾ ਸਕਿਆ ਜਿੱਦਾਂ ਵੈਸਟ 'ਚ, ਤੇ ਜਾ ਕੇ ਬੋਲਣਗੇ ਵੀ ਕੀ ਸਾਡੇ। ਤੇ ਤੁਸੀਂ 1 ਮਿੰਟ ਤੁਸੀਂ ਆਪ ਦੱਸ ਦਿਓ ਕਿ ਬੀਜੇਪੀ ਦਾ ਕੈਂਡੀਡੇਟ ਇੱਥੇ ਆਉਣ ਲਈ ਤੁਹਾਨੂੰ ਕਦੋਂ ਮਿਲਿਆ ਜੀ? ਇੱਥੇ ਦੀ ਨੁਮਾਇੰਦਾ ਭੇਜਿਆ ਨਾ ਸਨੀ ਜੀ ਉਹਨਾਂ ਨੇ। ਨੁਮਾਇੰਦਾ ਦਾ ਨਾਮ ਤੁਹਾਡੇ ਕੋਲ? ਚਲੋ ਇਹਨਾਂ ਨੇ ਭੇਜਤਾ ਹੋ ਸਕਦੀ ਉਹਨਾਂ ਦੀ, ਕਿਤੇ ਉਹ ਬਿਜ਼ੀ ਹੋ ਸਕਦੇ, ਕਈ ਵਾਰ ਨਹੀਂ ਵੀ ਕੋਈ ਅਵੇਲੇਬਲ ਲੱਗਦਾ। ਚਰਚਾ ਹੁੰਦੀ ਹੈ ਸ਼ਹਿਰ ਦੇ ਵਿੱਚ। ਐਲੀਗੇਸ਼ਨ ਦਾ ਕੀ ਹੈ ਜੀ? ਇਲਜ਼ਾਮ ਤਾਂ ਸਭ ਤੇ ਲੱਗਦੇ ਹੀ ਰਹਿੰਦੇ, ਉਹਦੇ 'ਚ ਕੀ ਹੈ? ਤੁਸੀਂ ਉਹ ਦੇਖ ਲਓ ਕਿ ਉਹ ਵੀ ਅਗਲੀ ਵਾਰ ਇੰਨੀ ਵਾਰ ਉਹ ਜਿੱਤੇ ਹੋਏ MLA, ਉਹਨਾਂ ਨੂੰ ਪਤਾ ਹੀ ਹੈ ਕਿ ਡਿਵੈਲਪਮੈਂਟ ਦੇ ਕੰਮ ਅਗਰ ਇੰਨੇ ਹੋ ਰਹੇ ਤਾਂ ਉੱਥੇ ਜਾ ਕੇ ਬੋਲਣਾ ਵੀ ਕੀ ਹੈ। 36,552 ਵੋਟਾਂ ਪਈਆਂ ਤੁਹਾਨੂੰ 2014 ਦੇ ਵਿੱਚ, 17 ਤੁਹਾਨੂੰ ਵੋਟਾਂ ਪਈਆਂ ਸਨੀ ਜੀ ਕਾਂਗਰਸ ਪਾਰਟੀ ਨੂੰ 66,627, ਤੇ ਤੁਹਾਨੂੰ 19 ਚ ਵੋਟਾਂ ਪਈਆਂ 46,531। 20,000 ਵੋਟਾਂ ਦਾ ਫਰਕ ਪੈ ਗਿਆ 2-2.5 ਸਾਲਾਂ ਦੇ ਵਿੱਚ। ਇਹ ਫਰਕ ਵੀ ਪਿਆ ਵਾ। ਚੁਣੌਤੀਆਂ ਵੀ ਬਹੁਤ ਨੇ, ਸਮੱਸਿਆਵਾਂ ਵੀ ਗਿਣਾ ਰਹੇ ਨੇ, ਕਿਸਾਨੀ ਅੰਦੋਲਨ ਵੀ ਚੱਲਦਾ, ਬਹੁਤ ਕੁਝ ਅਜਿਹਾ ਹੈਗਾ ਵਾ। ਕਿੱਦਾਂ ਇਹ ਜਿਹੜਾ ਵੋਟ ਬੈਂਕ ਤੁਹਾਡਾ ਘਟਿਆ ਵਾ 20 ਨੂੰ ਪੂਰਾ ਕਰ ਲਓਗੇ ਅਗਲੇ ਆਉਂਦੇ ਸਾਲ ਦੇ ਵਿੱਚ? ਬਿਲਕੁਲ ਪੂਰਾ ਕਰਾਂਗੇ ਜੀ। ਪੂਰਾ ਨਹੀਂ ਕਰਾਂਗੇ ਉਸ ਤੋਂ ਬਾਅਦ ਲੀਡ ਤੇ ਹੀ ਜਿੱਤਾਂਗੇ। ਜਿਸ ਹਿਸਾਬ ਨਾਲ ਆਸ਼ੂ ਜੀ ਨੇ ਆਪਣੇ ਹਲਕੇ ਨੂੰ ਟਾਈਮ ਦਿੱਤਾ, ਜਿਸ ਹਿਸਾਬ ਨਾਲ ਡਿਵੈਲਪਮੈਂਟ ਕਰ ਰਹੇ ਹੋ, ਜਿਸ ਹਿਸਾਬ ਨਾਲ ਲੋਕਾਂ ਦੇ ਦਿਲਾਂ 'ਚ ਵਸੇ ਹੋਏ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੈਂਡੀਡੇਟ ਉਹਨਾਂ ਦੇ ਸਾਹਮਣੇ ਖੜ ਪਾਏਗਾ। ਬਾਕੀ ਇਹ ਤਾਂ ਰੱਬ ਹੀ ਜਾਣਦਾ ਕੀ ਰਿਜ਼ਲਟ ਨਿਕਲਣਾ, ਤੇ ਰੱਬ ਵੀ ਚੰਗੀ ਤਰ੍ਹਾਂ ਦੇਖਦਾ ਪਿਆ ਕਿ ਕੌਣ ਦਿਲੋਂ ਕੰਮ ਕਰ ਰਿਹਾ ਤੇ ਕੌਣ ਸਿਰਫ ਆਪਣੀ ਫਰੋਡੀਆਂ ਚਮਕਾਉਣ ਲਈ ਲੋਕਾਂ ਨੂੰ ਬੇਵਕੂਫ ਬਣਾ ਰਿਹਾ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਗਲੇ ਕੈਂਡੀਡੇਟ ਵੀ ਆਸ਼ੂ ਜੀ ਹੋਣਗੇ, ਤੇ ਉਹ ਮੈਕਸਿਮਮ ਜਿੰਨੀ ਹੁਣ ਤੱਕ ਲੀਡ ਹੈ ਉਸ ਤੋਂ ਵੱਧ ਲੀਡ ਨਾਲ ਹੀ ਲੁਧਿਆਣਾ ਵੈਸਟ ਜਿੱਤਣਗੇ।
ਸੋ ਅੱਜ ਦੀ ਸਾਡੀ ਚਰਚਾ ਇੱਥੇ ਖਤਮ ਹੁੰਦੀ ਹੈ। ਹਲਕਾ ਪੱਛਮੀ ਦੀ ਚਰਚਾ ਸੀ। ਸੋ ਬੜੀਆਂ ਚਰਚਾਵਾਂ ਹੁੰਦੇ ਸ਼ਹਿਰ ਦੇ ਵਿੱਚ ਵੀ ਮੰਤਰੀ ਭਾਰਤ ਭੂਸ਼ਣ ਆਸ਼ੂ ਸਾਰੇ ਸ਼ਹਿਰ ਦਾ ਪੈਸਾ ਆਪਣੇ ਹਲਕੇ ਵਿੱਚ ਲਗਾ ਰਹੇ ਨੇ, ਪਰ ਜਦੋਂ ਚਰਚਾ ਵਿੱਚ ਜੁੜੇ ਆ ਤਾਂ ਸਮੱਸਿਆਵਾਂ ਵੀ ਬਹੁਤ ਨੇ। ਸੋ ਮੰਤਰੀ ਸਾਹਿਬ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਕਿ ਵੀ 1 ਸਾਲ ਦਾ ਸਮਾਂ ਬਾਕੀ ਹੈ। ਸਮੱਸਿਆਵਾਂ ਵਿਰੋਧੀ ਧਿਰ ਗਿਣਾ ਰਹੇ ਨੇ ਤਾਂ ਜਿਹੜੇ ਸੱਤਾ ਧਿਰ ਉਹ ਆਪਣੀ ਪ੍ਰਾਪਤੀਆਂ ਗਿਣਾ ਰਹੀ ਹੈ। ਫੈਸਲਾ 2022 ਨੇੜੇ ਹੈ, ਜਨਤਾ ਨੇ ਕਰਨਾ, ਕਿਹਨੇ ਕੰਮ ਕੀਤਾ ਕਿਹਨੇ ਨਹੀਂ ਕੀਤਾ, ਸਮੱਸਿਆਵਾਂ ਹੱਲ ਹੋਈਆਂ ਕਿ ਨਹੀਂ ਹੋਈਆਂ, ਅਕਾਲੀ ਭਾਜਪਾ ਸਰਕਾਰ ਨੇ ਕੀ ਕੀਤਾ, ਇਹਨਾਂ ਨੇ ਆਪਣਾ ਵੋਟ ਬੈਂਕ ਦਾ ਕੀ ਕੀਤਾ ਜਾਂ ਕਾਂਗਰਸ ਪਾਰਟੀ ਨੇ ਕੀ ਕੀਤਾ, ਫੈਸਲਾ ਜਨਤਾ ਦੇ ਹੱਥ ਹੈ। ਸੋ ਨਵੀਂ ਚਰਚਾ ਨਾਲ ਫਿਰ ਨਵੇਂ ਮਹਿਮਾਨਾਂ ਨਾਲ ਜੁੜਾਂਗੇ। ਤਦ ਤੱਕ ਲਈ ਦੇਖਦੇ ਰਹੋ ਪ੍ਰਾਈਮ ਉਹਦੇ। ਸਤਿ ਸ਼੍ਰੀ ਅਕਾਲ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅਮਰਪਾਲ ਸਿੰਘ ਨਾਲ।